ਅਰਸ਼ਦੀਪ ਸਿੰਘ ਦੀ ਕੈਦ ਤੋਂ ਜੇ ਆਪਾਂ ਗੱਲ ਕਰੀਏ, ਇੰਨੀ ਨਫ਼ਰਤ ਦੇ ਨਾਲ ਸਿੱਖਾਂ ਨੂੰ ਕਿਉਂ ਵੇਖਿਆ ਜਾਂਦਾ? ਮੈਂ ਕਹਿੰਦਾ ਚੰਗੀ ਗੱਲ ਹੈ, ਸਾਡੇ ਲੋਕਾਂ ਨੂੰ ਪਤਾ ਤਾਂ ਲੱਗ ਰਿਹਾ ਜਿਹੜੇ ਬਾਹਲਿਆਂ ਦੇ ਢੂਹੇ 'ਚ ਬੜੇ ਆ। ਕੀ ਨਹੀਂ ਕੀਤਾ, ਸਮਝਣ ਵਾਲੀ ਗੱਲ ਹੈ। ਕੀ ਨਹੀਂ ਕੀਤਾ ਸਿੱਖਾਂ ਨੇ, ਚਾਹੇ ਉਹ ਖੇਡ ਦੇ ਮੈਦਾਨਾਂ ਦੇ ਅੰਦਰ ਹੋਵੇ, ਚਾਹੇ ਉਹ ਹੱਦਾਂ ਸਰਹੱਦਾਂ ਦੇ ਉੱਤੇ ਮਰਨ ਵਾਲੀ ਗੱਲ ਹੋਵੇ, ਲੜਨ ਵਾਲੀ ਗੱਲ ਹੋਵੇ, ਚਾਹੇ ਫਾਂਸੀਆਂ 'ਤੇ ਚੜ੍ਹਨ ਦੀ ਗੱਲ ਹੋਵੇ, ਚਾਹੇ ਹਿੱਕਾਂ 'ਤੇ ਗੋਲੀਆਂ ਖਾਣ ਦੀ ਗੱਲ ਹੋਵੇ। ਕਿੱਥੇ ਪਿੱਠ ਦਿਖਾਈ ਹੈ? ਪਰ ਸਾਨੂੰ ਸਿਲਾ ਕੀ ਮਿਲਿਆ? ਸਾਨੂੰ ਅੱਜ ਕੀ ਮਿਲ ਰਿਹਾ ਉਹਦੇ ਬਦਲੇ 'ਚ? ਆਹ ਨਫ਼ਰਤ। ਜੇ ਤੁਸੀਂ ਅੱਜ ਇੱਥੇ ਬੈਠ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਦਿੰਦੇ ਹੋ ਤਾਂ ਇਹ ਕਿਹਾ ਜਾਂਦਾ ਵੀ ਦੇਖੋ ਜੀ, ਲੱਖਾ ਸਿਧਾਣਾ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ 'ਤੇ ਪਰਚਾ ਠੋਕ ਦਿੱਤਾ ਜਾਂਦਾ। ਜਿਹੜੇ ਇਹ ਲੋਕ ਸਿੱਧੇ ਤੌਰ 'ਤੇ ਨਫ਼ਰਤ ਫੈਲਾ ਰਹੇ ਆ ਜੀ, ਭਾਰਤ ਦੀ ਅਖੰਡਤਾ ਨੂੰ ਉਹ ਕਰ ਰਹੇ ਆ ਜੀ, ਤਾਂ ਏਕੇ ਨੂੰ ਖਤਮ ਕਰ ਰਹੇ ਆ, ਇਹਨਾਂ 'ਤੇ ਕੋਈ ਪਰਚਾ ਨਹੀਂ। ਆਹ ਜਿਹੜਾ ਪਿੰਨ ਆ, ਆਹ ਜਿਹੜੇ ਆਹ ਲੋਕ ਨੇ, ਇਹ ਉਹ ਸ਼ੂਦਰ ਲੋਕ ਨੇ ਜਿਹੜੇ ਵੱਖ-ਵੱਖ ਜਾਤੀਆਂ 'ਚ ਵੰਡੇ ਹੋਏ ਨੇ, ਅਤੇ ਆਹ ਤੁਹਾਡੇ ਉੱਤੇ ਬੈਠਾ ਬ੍ਰਾਹਮਣ ਰਾਜ ਕਰ ਰਿਹਾ। ਆਹ ਬੈਠਾ, ਜਿੱਦੇ ਤੁਸੀਂ ਆਹ ਇਕੱਠੇ ਹੋ ਗਏ, ਇੱਕ ਹੋ ਗਏ ਤੁਸੀਂ, ਆਹ ਜਿਹੜਾ ਇਹਨੂੰ ਲਾ ਕੇ ਐ ਮਾਰੋਗੇ, ਇਹਦੇ ਬਿਨਾਂ ਕੰਮ ਵੀ ਚੱਲ ਜੂਗਾ, ਕੋਈ ਫਰਕ ਨਹੀਂ ਪੈਂਦਾ। ਲਿਖਣਾ ਤਾਂ ਇਹਨੇ ਹੈ, ਕੰਮ ਤਾਂ ਇਹਨੇ ਕਰਨਾ ਹੈ। ਪਰ ਜੇ ਆ ਗਿਆ, ਆਹ ਇਕੱਲਾ ਖਾਲੀ ਪੋਪਲਾ ਹੈ। ਇਹ ਉਹ ਵਿਚਾਰਧਾਰਾ ਨੂੰ ਮਾਰ ਕੇ ਇੱਥੇ ਜਿਹੜੇ ਬੰਦੇ ਅੱਜ ਇੰਨਾ ਲੋਕਾਂ ਨੂੰ ਲੜਾਈ ਜਾਂਦੇ ਆ, ਉਹ ਸਾਡੇ ਸਕੇ ਹੋ ਸਕਦੇ? ਆਪਣੇ ਉੱਤੇ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਦੁਨੀਆ ਨੂੰ ਸੁਣਾਉਂਦੇ ਨੇ, ਆਪਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ, ਤਾਂ ਇਹਨਾਂ ਦੇ ਉੱਤੇ ਟੈਗ ਲੱਗ ਰਿਹਾ ਕਿ ਅੱਤਵਾਦੀ ਹੈ, ਇਹ ਦੇਸ਼ ਤੋੜਨਾ ਚਾਹੁੰਦੇ ਆ। ਦੁਨੀਆ ਭਰ ਦੇ ਮੀਡੀਆ ਦੇ ਵਿੱਚ ਸਾਨੂੰ ਬਦਨਾਮ ਕੀਤਾ ਜਾਂਦਾ ਹੈ। ਜੇ ਅਸੀਂ ਨਹੀਂ ਬੋਲਦੇ ਆਪਣੇ ਹੱਕਾਂ ਨੂੰ ਲੈ ਕੇ, ਹਕੂਕਾਂ ਨੂੰ ਲੈ ਕੇ, ਅਸੀਂ ਤਾਂ ਵੀ ਮਰਦੇ ਹਾਂ। ਜੇ ਅਸੀਂ ਬੋਲਦੇ ਹਾਂ, ਸਾਡੇ ਤੋਂ ਟੈਗ ਉਹ ਲੈਵਲ ਲਾ ਦਿੱਤਾ ਜਾਂਦਾ ਕਿ ਗਦਾਰ ਨੇ, ਇਹ ਦੇਸ਼ ਧਰੋਹੀ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਇੱਥੇ ਹਾਲਾਤ ਇਹ ਸੀ ਥਲੀ, ਇੱਕ ਸ਼ੂਦਰ ਨੂੰ ਉਹਦੇ ਗਲ 'ਚ ਕੁੱਜਾ ਕਿ ਧਰਤੀ 'ਤੇ ਥੁੱਕਣਾ ਤੇਰੇ ਲਈ ਮਨਾ ਹੈ, ਗਲ 'ਚ ਕੁੱਜੇ 'ਚ ਥੁੱਕ, ਮਗਰ ਮੋੜਾ ਕਿ ਤੇਰੇ ਪੈਰਾਂ ਦੇ ਨਿਸ਼ਾਨ ਧਰਤੀ 'ਤੇ ਨਹੀਂ ਹੋਣੇ ਚਾਹੀਦੇ। ਇੱਥੇ ਨੀਵੀਂ ਜਾਤੀ ਦੇ ਲੋਕਾਂ ਨੂੰ, ਸ਼ੂਦਰਾਂ ਨੂੰ ਛਾਤੀਆਂ ਨੰਗੀਆਂ ਕਰਕੇ, ਉਹਨਾਂ ਦੀਆਂ ਜਿਹੜੀਆਂ ਔਰਤਾਂ ਬੀਬੀਆਂ ਸੀਗੀਆਂ, ਉਹ ਛਾਤੀਆਂ ਨੰਗੀਆਂ ਕਰਕੇ ਰੱਖਣੀਆਂ ਪੈਂਦੀਆਂ ਸੀ, ਢੱਕ ਨਹੀਂ ਸਕਦੇ। ਜਿਹੜੇ ਸੀਗੇ ਉਹ ਕਹਿੰਦੇ ਲਿਆ ਬਈ ਤੂੰ ਆਪਣਾ ਮੂੰਹ ਕਰ ਤੇ ਮੈਂ ਤੇਰੇ ਮੂੰਹ 'ਚ ਥੁੱਕਾਂ। ਮੌਕਾ ਵੀ ਅਸੀਂ ਹੀ ਦਿੱਤਾ ਜਿੱਥੇ ਆਪਾਂ ਹੁਣ ਗੱਲ ਕਰਾਂਗੇ। ਇਹ ਗੱਲਾਂ ਮੇਰੀਆਂ ਬੜਿਆਂ ਨੂੰ ਚੁਭਣੀਆਂ ਵੀ ਹੈ। ਤੁਸੀਂ ਕਿਵੇਂ ਦਿੱਤਾ ਮੌਕਾ? ਖੁਦ ਜਿਹੜਾ ਬੰਦਾ ਕਿਸੇ ਵੀ ਜਾਤ ਦੀ ਵਡਿਆਈ ਕਰਦਾ ਜਾਂ ਕਿਸੇ ਵੀ ਜਾਤ ਦੀ ਬੁਰਾਈ ਕਰਦਾ, ਉਹ ਸਮਝ ਲਓ ਉਹਨਾਂ ਦਾ ਬੰਦਾ ਹੈ। ਉਹ ਬੰਦਾ ਸਿੱਖ ਨਹੀਂ ਹੋ ਸਕਦਾ। ਤੁਲਸੀ ਰਮਾਇਣ ਦੇ ਵਿੱਚ ਸੁੰਦਰ ਕਾਂਡ ਆ ਜਿਹੜਾ ਆਉਂਦਾ, ਉਹ 'ਚ ਲਿਖਿਆ ਗਿਆ ਕਿ ਢੋਰ ਪਸ਼ੂ, ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਵਿੱਚ ਚਾਰੇ ਡੰਡੇ ਦੇ ਯਾਰ ਆ। ਰੱਜ ਕੇ ਇਹਨਾਂ ਦੇ ਛਿੱਤਰ ਫੇਰੋ। ਫਿਰ ਕਹਿੰਦਾ ਮੇਰਾ ਮਕਸਦ ਕਿਸੇ ਬੰਦੇ, ਕਿਸੇ ਧਰਮ ਦੇ ਖਿਲਾਫ ਨਹੀਂ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੇਰਾ ਮਕਸਦ ਨਹੀਂ। ਮੇਰਾ ਕੋਈ ਆਪਣਾ ਸ਼ਬਦ ਨਹੀਂ। ਇਹ ਉਹ ਸ਼ਬਦ ਨੇ ਜਿਹੜੇ ਇਸ ਕਿਤਾਬ ਅੰਦਰ ਨੇ, ਅਤੇ ਇਸ ਕਿਤਾਬ ਅੰਦਰ ਉਹ ਸ਼ਬਦ ਨੇ ਜਿਹੜੇ ਵੱਖ-ਵੱਖ ਵੇਦਾਂ ਦੇ ਅੰਦਰ ਨੇ। ਅਤੇ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ 'ਚ ਇੰਨੀ ਹਿੰਮਤ ਹੈ ਕਿ ਆਹ ਕਿਤਾਬ ਆਪਣੇ ਲੋਕਾਂ ਜਾ ਕੇ ਪੜ੍ਹਾ ਦੇਣ, ਜਾਂ ਇਹਨਾਂ ਕਿਤਾਬਾਂ ਦੇ ਉੱਤੇ ਜਾਂ ਜੋ ਵੀ ਪਖੰਡਵਾਦ, ਜੋ ਵੀ ਅਡੰਬਰ ਜਿਹੜੇ ਹੈਗੇ ਆ ਰਚੇ ਗਏ, ਉਹਦੇ ਖਿਲਾਫ ਇਹ ਜਾ ਕੇ ਦੱਸ ਦੇਣ ਜਾਂ ਪ੍ਰਚਾਰ ਕਰ ਦੇਣ। ਇੱਥੇ ਨੇੜੇ ਮੇਰੇ ਡੇਰਾ ਹੈ, ਪੁੱਛੋ ਰੂਮੀ ਵਾਲਾ ਡੇਰਾ ਹੈ। ਉਹ ਡੇਰੇ ਦੇ ਵਿੱਚ ਥਲੀ ਕਿਸੇ ਗਰੀਬ ਜਿਹੜੇ ਨੀਵੀਂ ਜਾਤੀ ਦੇ ਆਪਾਂ ਕਹਿ ਲਈਏ, ਉਹਨਾਂ ਦਾ ਬਾਟੇ, ਉਹਨਾਂ ਦੇ ਬਰਤਨ ਅੱਡ ਹੈ। ਉਹਨਾਂ ਦੀ ਜਿਹੜੀ ਰਸਦ ਹੁੰਦੀ ਹੈ, ਜਿਹੜਾ ਆਪਾਂ ਰਾਸ਼ਨ ਲੈ ਕੇ ਜਾਂਦੇ ਹਾਂ ਲੰਗਰ 'ਚ ਪਾਉਣ ਖਾਤਰ, ਉਹ ਨਹੀਂ ਪਵਾਇਆ ਜਾਂਦਾ। ਪਰ ਪ੍ਰਕਾਸ਼ ਕੀ ਹੈ? ਗੁਰੂ ਗ੍ਰੰਥ ਸਾਹਿਬ। ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੈ ਅਤੇ ਵਿਤਕਰਾ ਜਾਤੀ ਪਾਤੀ ਦਾ। ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਉਹਨਾਂ ਦੀਆਂ ਲੱਤਾਂ ਦੇ ਵਿੱਚ ਇੰਨੀ ਜਾਨ ਹੈ ਕਿ ਅੱਜ ਉਹ ਇਹ ਫਰਮਾਨ ਜਾਰੀ ਕਰਨ, ਇਹ ਹੁਕਮਨਾਮਾ ਜਾਰੀ ਕਰਨ? ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਇੰਨੀ ਜ਼ੁਰਤ ਹੈ ਉਹਦੇ 'ਚ ਕਿ ਉਹ ਇਹ ਅੱਜ ਐਲਾਨ ਕਰਨ ਵੀ ਜਿੱਥੇ ਕਿਤੇ ਵਿਤਕਰਾ ਹੋਇਆ,
ਕਿਸੇ ਡੇਰੇ 'ਚ ਹੋਇਆ, ਚਾਹੇ ਰੂਮੀ ਵਾਲਾ ਹੈ, ਕਿਸੇ ਦਲ ਪੰਥ 'ਚ ਹੋਇਆ, ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਾ ਤੇ ਅਸੀਂ ਉਹਦਾ ਬਾਈਕਾਟ ਦਾ ਸੱਦਾ ਦੇਵਾਂਗੇ। ਅਸੀਂ ਨਹੀਂ ਕਹਿੰਦੇ, ਦੇਖੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ, ਸਾਰੇ ਧਰਮਾਂ ਨੂੰ ਇੱਥੇ ਅਧਿਕਾਰ ਹੈ ਕਿ ਆਪਣੀ ਗੱਲ ਕਰਨ, ਪਰ ਪਖੰਡ ਕਰਨੇ, ਤੁਸੀਂ ਇੱਕ ਕੈਂਸਰ ਠੀਕ ਕਰ ਦੇਣਾ ਜੀ, ਕੈਂਸਰ ਠੀਕ ਹੋ ਗਿਆ ਜੀ ਆ ਜਾਓ, ਤੁਸੀਂ ਫਿਰ CMC ਕਾਹਦੇ ਲਈ ਖੋਲ੍ਹਿਆ? ਬੰਦ ਕਰ ਦਿਓ ਜੇ ਕੈਂਸਰ ਇਸ ਤਰ੍ਹਾਂ ਠੀਕ ਹੋਣੇ ਹੈ। ਫਿਰ ਤੁਸੀਂ ਮਰਿਆ ਹੋਇਆ, ਇੱਕ ਮੈਂ ਤਾਂ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਕਿ ਮਰਿਆ ਹੋਇਆ ਜਵਾਕ ਹੈ, ਉਹ ਇੱਕ ਉੱਥੇ ਉਹਨਾਂ ਦਾ ਜਿਹੜਾ ਬੰਦਾ ਹੁੰਦਾ ਉਹਨਾਂ ਦਾ ਮੁਖੀ, ਉਹ ਬੋਲ ਰਿਹਾ ਕਿ ਇਹਨੂੰ ਆਪਾਂ ਨੂੰ ਜਿਉਂਦਾ ਕਰਨਾ ਹੈ, ਲੋਕਾਂ ਨੂੰ ਜਿਹੜਾ ਉਹਨਾਂ ਦਾ ਸ਼ਬਦ ਆ ਉਹ ਬੋਲਦੇ ਨੇ, ਬੋਲ ਕੇ ਉਹਨੂੰ ਜਵਾਕ ਨੂੰ ਥੋੜ੍ਹੇ ਚਿਰ ਬਾਅਦ ਚੱਕ ਲੈਂਦਾ, ਜਿਉਂਦਾ ਹੋ ਗਿਆ। ਫਿਰ ਕਮਾਲ ਹੋ ਗਈ ਯਾਰ, ਤੁਸੀਂ ਤਾਂ ਫਿਰ ਤਾਂ ਰੱਬ ਹੋ ਗਏ। ਯਾਨੀ ਇਹ ਜਿਹੜਾ ਪਖੰਡਵਾਦ ਹੈ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ। ਦਰਸ਼ਕੋ, ਲੋਕ ਕਿੱਧਰ ਨੂੰ ਤੁਰ ਪਏ ਨੇ, ਇਹ ਅੱਜ ਗੱਲਬਾਤ ਅਸੀਂ ਕਰਨੀ ਹੈ। ਖਾਸ ਤੌਰ 'ਤੇ ਪੰਜਾਬ ਦੇ ਹਾਲਾਤਾਂ 'ਤੇ ਕਰਾਂਗੇ, ਧਰਮ ਨੂੰ ਲੈ ਕੇ ਕਰਾਂਗੇ, ਕਿਉਂਕਿ ਪਿੱਛੇ ਜੇ ਇੱਕ ਵੀਰ ਅਰਸ਼ਦੀਪ ਸਿੰਘ ਨੂੰ ਉਸ ਦੇ ਚਿਹਰੇ ਕਰਕੇ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਵੀ ਸਿੱਖਾਂ ਨਾਲ ਇੰਨੀ ਨਫ਼ਰਤ ਕਿਉਂ? ਕਿਹੜੇ ਲੋਕ ਨੇ, ਕਿਹੜੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਨੂੰ ਇੰਨੀ ਨਫ਼ਰਤ ਨਾਲ ਵੇਖਦੀਆਂ ਨੇ? ਕਿਉਂਕਿ ਜਦੋਂ ਕੋਈ ਵੀ ਵੱਡਾ ਲੀਡਰ ਆਉਂਦਾ ਹੈ, ਹਾਲਾਂਕਿ ਪ੍ਰਧਾਨ ਮੰਤਰੀ ਵੀ ਇੱਥੇ ਆ ਜਾਂਦੇ ਆ, ਤਾਂ ਉਦੋਂ ਤਾਂ ਸਿੱਖਾਂ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਜਾਂਦੀ ਹੈ। ਪਰ ਹੁਣ ਉਹ ਕਿਹੜੇ ਲੋਕ ਨੇ, ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇੱਕ ਚਿਹਰੇ ਨੂੰ ਨਿਸ਼ਾਨਾ ਬਣਾ ਲੈਂਦੀਆਂ ਨੇ? ਅਰਸ਼ਦੀਪ ਸਿੰਘ ਤੋਂ ਜਦੋਂ ਕੈਚ ਛੁੱਟਦੀ ਹੈ। ਇਸ ਤੋਂ ਇਲਾਵਾ ਜ਼ਬਰਨ ਧਰਮ ਪਰਿਵਰਤਨ ਦੇ ਉੱਤੇ ਵੀ ਗੱਲਬਾਤ ਕਰਾਂਗੇ, ਜਾਤ ਪਾਤ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਪੈ ਰਹੀਆਂ ਨੇ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਇਹਨਾਂ ਗੱਲਾਂ ਦੇ ਲਈ ਸਾਡੇ ਨਾਲ ਹਾਜ਼ਰ ਨੇ ਲੱਖਾ ਸਿੰਘ ਸਿਧਾਣਾ। ਸੋ ਬਾਈ ਇੱਥੇ ਪੜ੍ਹ ਰਹੇ ਸੀਗੇ, ਅਸੀਂ ਇੰਟਰਵਿਊ ਲਈ ਆਏ ਹਾਂ, ਗੱਲਬਾਤ ਕਰਦੇ ਹਾਂ। ਬਾਈ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਬਾਈ, ਕਿਵੇਂ ਵੇਖਦੇ ਹੋ ਜੋ ਹਾਲਾਤ ਬਣੇ ਆ? ਅਰਸ਼ਦੀਪ ਸਿੰਘ ਦੀ ਕੈਚ ਤੋਂ ਹੀ ਆਪਾਂ ਗੱਲ ਕਰੀਏ, ਇੰਨੀ ਨਫ਼ਰਤ ਦੇ ਨਾਲ ਸਿੱਖਾਂ ਨੂੰ ਕਿਉਂ ਵੇਖਿਆ ਜਾਂਦਾ? ਦੇਖੋ, ਇਹ ਇਕੱਲੇ ਅਰਸ਼ਦੀਪ ਨਾਲ ਨਹੀਂ ਹੋਇਆ, ਇਹ ਤੋਂ ਪਹਿਲਾਂ ਮੁਹੰਮਦ ਸ਼ਮੀ ਨਾਲ ਵੀ ਹੋਇਆ, ਮਹਿੰਦਰ ਸਿੰਘ ਧੋਨੀ ਨਾਲ ਵੀ ਹੋਇਆ। ਉਹਦੀ ਵੀ 1.25 ਸਾਲ 1.5 ਸਾਲ ਦੀ ਬੱਚੀ ਸੀ, ਉਹਨੂੰ ਵੀ ਕਹਿਤਾ ਵੀ ਇਹਦਾ ਬਲਾਤਕਾਰ ਕਰ ਦਾਂਗੇ। ਧੋਨੀ ਕਰਕੇ ਕੋਈ ਮੈਚ ਹਾਰ ਗਈ ਸੀ, ਮੁਹੰਮਦ ਸ਼ਮੀ ਕਰਕੇ ਕੋਈ ਮੈਚ ਹਾਰ ਗਏ ਸੀ, ਉਦੋਂ ਵੀ ਬੜਾ ਉਦੋਂ ਟਰੋਲ ਹੋਇਆ, ਉਹਦੀ ਜਿਹੜੀ ਕਮਿਊਨਿਟੀ ਨੂੰ ਲੈ ਕੇ, ਉਹਦੀ ਜਾਤ ਨੂੰ ਲੈ ਕੇ। ਹੁਣ ਇਹ ਅਰਸ਼ਦੀਪ ਵਾਲਾ ਇੱਕ ਮਾਮਲਾ ਸਾਹਮਣੇ ਆਇਆ। ਮੈਂ ਕਹਿੰਦਾ ਚੰਗੀ ਗੱਲ ਹੈ, ਸਾਡੇ ਲੋਕਾਂ ਨੂੰ ਪਤਾ ਤਾਂ ਲੱਗ ਰਿਹਾ ਜਿਹੜੇ ਬਾਹਲਾਂ ਦੇ ਢੂਹੇ 'ਚ ਬੜੇ ਹੈ ਕਿ ਇਹਨਾਂ ਦੀ ਮਾਨਸਿਕਤਾ, ਇਹਨਾਂ ਦੀ ਸੋਚ ਸਾਡੇ ਪ੍ਰਤੀ ਕੀ ਹੈ, ਕਿਹੋ ਜਿਹੀ ਭਾਵਨਾ ਆਪਣੇ ਦਿਲਾਂ ਦੇ ਅੰਦਰ ਸਾਡੇ ਪ੍ਰਤੀ ਰੱਖਦੇ ਆ। ਆਪਾਂ ਕਿਸਾਨੀ ਅੰਦੋਲਨ ਵਿੱਚ ਵੀ ਦੇਖਿਆ ਇਹ ਸਾਰਾ, ਅਤੇ ਹੁਣ ਵੀ ਸਮੇਂ-ਸਮੇਂ 'ਤੇ ਇਹ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਤਾਂ ਮੈਂ ਇਹੀ ਕਹੂੰਗਾ ਕਿ ਇਹ ਨਾ ਸਮਝੋ ਕਿ ਚੰਦ ਬੰਦੇ ਉੱਠ ਕੇ ਤੁਹਾਡੇ ਖਿਲਾਫ ਕੋਈ ਟਿੱਪਣੀਆਂ ਕਰਦੇ ਨੇ, ਉਸ ਤਰ੍ਹਾਂ ਦਾ ਟਰੋਲ ਕਰਦੇ ਨੇ। ਅਸਲ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਿਹਦੇ ਤਹਿਤ ਸਾਰਾ ਇੱਕ ਪ੍ਰੀ ਪਲਾਨ ਤਰੀਕੇ ਦੇ ਨਾਲ ਹੋ ਰਿਹਾ। ਸੋ ਇਸ ਲਈ ਮੈਂ ਕਹਿੰਦਾ ਕਿ ਇਹ ਜਿੰਨਾ ਛੇਤੀ ਸਮਝ ਜਾਵਾਂਗੇ ਅਤੇ ਇਸ ਭਰਮ ਭੁਲੇਖੇ ਦੇ ਵਿੱਚੋਂ ਬਾਹਰ ਨਿਕਲ ਆਵਾਂਗੇ, ਓਨਾ ਛੇਤੀ ਸਾਡੇ ਲਈ ਚੰਗਾ। ਜੇ ਕੋਈ ਕਹਿੰਦਾ ਬੰਦਾ ਵੀ ਖਾਲਿਸਤਾਨ ਦੀ ਗੱਲ ਕਰਦਾ, ਉਹਦੇ 'ਤੇ ਇੱਕਦਮ ਪਰਚਾ ਪਾ ਦਿੱਤਾ ਜਾਂਦਾ ਵੀ ਤੁਸੀਂ ਗੱਲ ਨਹੀਂ ਕਰ ਸਕਦੇ। ਹਾਲਾਂਕਿ ਦੂਜੇ ਰਾਸ਼ਟਰ ਦੇ ਲੋਕ ਤਾਂ ਬਿਲਕੁਲ ਡਿਕਲੇਅਰ ਹੀ ਕਰ ਦਿੰਦੇ ਆ, ਉਹਨੂੰ ਖਾਲਿਸਤਾਨੀ ਸ਼ਬਦ ਲਿਖਦੇ ਨੇ ਵੀ ਇਹ ਖਾਲਿਸਤਾਨ ਤੋਂ ਆਏ ਹੋਏ ਲੋਕ ਹੈ ਜੀ। ਫਿਰ ਮੈਂ ਕਹਿੰਦਾ ਉਹ ਪਹਿਲਾ ਕ੍ਰਿਕਟਰ ਹੋ ਗਿਆ, ਪਹਿਲਾ ਅਰਸ਼ਦੀਪ ਸਿੰਘ ਗੇਂਦਬਾਜ਼ ਹੈ ਜਿਹੜਾ ਖਾਲਿਸਤਾਨ ਤੋਂ ਆਇਆ ਹੋਇਆ। ਦੇਖੋ, ਇੱਥੇ ਨਵਜੋਤ ਸਿੰਘ ਸਿੱਧੂ, ਮਨਿੰਦਰ ਸਿੰਘ, ਬਿਸ਼ਨ ਸਿੰਘ ਬੇਦੀ, ਕਿੰਨੇ ਕ੍ਰਿਕਟਰ ਹੋਏ ਨੇ ਪੰਜਾਬ ਦੇ, ਖਾਸ ਕਰਕੇ ਸਿੱਖੀ ਚਿਹਰੇ ਵਾਲੇ, ਖਾਸ ਕਰਕੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੇਸ ਰੱਖੇ ਹੋਏ ਸੀਗੇ, ਜਿਨ੍ਹਾਂ ਨੇ ਇਸ ਭਾਰਤ ਦੇ ਲਈ ਖੇਡ ਕੇ, ਇਸ ਮੁਲਕ ਲਈ ਖੇਡ ਕੇ ਕਿੰਨਾ ਨਾਂ ਕਮਾਇਆ ਔਰ ਇਸ ਮੁਲਕ ਨੂੰ ਕਈ ਜਿੱਤਾਂ ਵੀ ਦਿਵਾਈਆਂ ਨੇ। ਤਾਂ ਇਹ ਇੱਕ ਮੈਚ ਤਾਂ ਮੇਰੇ ਅੱਜ ਵੀ ਯਾਦ ਹੈ ਕਿ ਪਾਕਿਸਤਾਨ ਤੋਂ ਜਿੱਤਿਆ ਸੀ ਤਾਂ ਨਵਜੋਤ ਸਿੱਧੂ ਦੇ ਛੱਕੇ ਕਰਕੇ ਜਿੱਤਿਆ ਸੀ। ਤਾਂ ਕਈ ਤਰ੍ਹਾਂ ਦੇ ਇਹੋ ਜਿਹੇ ਮੈਚ ਸੀ ਜਿਹੜੇ ਅੜੇ ਹੋਏ ਮੈਚ ਜਿਹੜੇ ਕੱਢੇ। ਯੁਵਰਾਜ ਸਿੰਘ ਨੂੰ ਆਪਾਂ ਲੈ ਲਈਏ ਕਿ ਯੁਵਰਾਜ ਸਿੰਘ ਦੇ ਕਰਕੇ ਹੀ ਵਰਲਡ ਕੱਪ ਜਿੱਤਿਆ ਗਿਆ ਸੀ। ਤਾਂ ਕੀ ਨਹੀਂ ਕੀਤਾ, ਸਮਝਣ ਵਾਲੀ ਗੱਲ ਹੈ ਕਿ ਕੀ ਨਹੀਂ ਕੀਤਾ ਸਿੱਖਾਂ ਨੇ, ਚਾਹੇ ਉਹ ਖੇਡ ਦੇ ਮੈਦਾਨਾਂ ਦੇ ਅੰਦਰ ਹੋਵੇ, ਚਾਹੇ ਉਹ ਹੱਦਾਂ ਸਰਹੱਦਾਂ ਦੇ ਉੱਤੇ ਮਰਨ ਵਾਲੀ ਗੱਲ ਹੋਵੇ, ਲੜਨ ਵਾਲੀ ਗੱਲ ਹੋਵੇ, ਚਾਹੇ ਫਾਂਸੀਆਂ 'ਤੇ ਚੜ੍ਹਨ ਦੀ ਗੱਲ ਹੋਵੇ, ਚਾਹੇ ਹਿੱਕਾਂ 'ਤੇ ਗੋਲੀਆਂ ਖਾਣ ਦੀ ਗੱਲ ਹੋਵੇ। ਕਿੱਥੇ ਪਿੱਠ ਦਿਖਾਈ ਹੈ? ਪਰ ਸਾਨੂੰ ਸਿਲਾ ਕੀ ਮਿਲਿਆ?
ਸਾਨੂੰ ਅੱਜ ਕੀ ਮਿਲ ਰਿਹਾ ਉਹਦੇ ਬਦਲੇ 'ਚ? ਆਹ ਨਫ਼ਰਤ। ਇਹ ਸਮਝੋ, ਜਿੰਨਾ ਛੇਤੀ ਮੈਂ ਪਹਿਲਾਂ ਕਿਹਾ ਸਮਝਾਂਗੇ, ਸਾਡੇ ਲਈ ਓਨਾ ਹੀ ਫਾਇਦੇਮੰਦ ਹੈ। ਜੇ ਤੁਸੀਂ ਅੱਜ ਇੱਥੇ ਬੈਠ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਦਿੰਦੇ ਹੋ ਤਾਂ ਇਹ ਕਿਹਾ ਜਾਂਦਾ ਵੀ ਦੇਖੋ ਜੀ ਲੱਖਾ ਸਿਧਾਣਾ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਤੇ ਪਰਚਾ ਠੋਕ ਦਿੱਤਾ ਜਾਂਦਾ। ਜਿਹੜੇ ਇਹ ਲੋਕ ਸਿੱਧੇ ਤੌਰ ਤੇ ਨਫ਼ਰਤ ਫੈਲਾ ਰਹੇ ਆ ਜੀ, ਭਾਰਤ ਦੀ ਅਖੰਡਤਾ ਨੂੰ ਉਹ ਕਰ ਰਹੇ ਆ ਜੀ, ਤਾਂ ਏਕੇ ਨੂੰ ਖਤਮ ਕਰ ਰਹੇ ਆ, ਇਹਨਾਂ ਤੇ ਕੋਈ ਪਰਚਾ ਨਹੀਂ। ਸਾਡੇ ਲਈ ਤਾਂ ਸਥਿਤੀ ਬੜੀ ਮੁਸ਼ਕਲ ਆ ਥਲੀ। ਜੇ ਸਿੱਖ, ਜੇ ਪੰਜਾਬੀ ਆਪਣੇ ਪੰਜਾਬ ਲਈ ਹੱਕਾਂ ਦੀ ਗੱਲ ਕਰਦੇ ਨੇ, ਆਪਣੇ ਅਧਿਕਾਰਾਂ ਦੀ ਗੱਲ ਕਰਦੇ ਨੇ, ਆਪਣੇ ਉੱਤੇ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਦੁਨੀਆ ਨੂੰ ਸੁਣਾਉਂਦੇ ਨੇ, ਆਪਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ, ਤਾਂ ਇਹਨਾਂ ਦੇ ਉੱਤੇ ਟੈਗ ਲੱਗ ਰਿਹਾ ਕਿ ਅੱਤਵਾਦੀ ਹੈ, ਇਹ ਦੇਸ਼ ਤੋੜਨਾ ਚਾਹੁੰਦੇ ਆ। ਦੁਨੀਆ ਭਰ ਦੇ ਮੀਡੀਆ ਦੇ ਵਿੱਚ ਸਾਨੂੰ ਬਦਨਾਮ ਕੀਤਾ ਜਾਂਦਾ ਹੈ। ਜੇ ਅਸੀਂ ਨਹੀਂ ਬੋਲਦੇ ਆਪਣੇ ਹੱਕਾਂ ਨੂੰ ਲੈ ਕੇ, ਹਕੂਕਾਂ ਨੂੰ ਲੈ ਕੇ, ਅਸੀਂ ਤਾਂ ਵੀ ਮਰਦੇ ਹਾਂ। ਜੇ ਅਸੀਂ ਬੋਲਦੇ ਹਾਂ, ਸਾਡੇ ਤੋਂ ਟੈਗ ਉਹ ਲੈਵਲ ਲਾ ਦਿੱਤਾ ਜਾਂਦਾ ਕਿ ਗਦਾਰ ਨੇ, ਇਹ ਦੇਸ਼ ਧਰੋਹੀ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਸਿੱਖ ਜਾਵੇ ਤਾਂ ਜਾਵੇ ਕਿੱਧਰ ਨੂੰ? ਇਹ ਬਹੁਤ ਵੱਡਾ ਸਵਾਲ ਹੈ। ਪਰ ਸਾਡੇ ਹਾਲਾਤ ਇਹ ਆ ਬਈ, ਆਪਾਂ ਅੱਡੋ ਅੱਡੀ ਬਿਖਰੇ ਪਏ ਹਾਂ, ਅੱਡੋ ਅੱਡੀ ਖਿੰਡੇ ਪਏ ਹਾਂ, ਕਿਸੇ ਦਾ ਕਿੱਧਰ ਨੂੰ ਮੂੰਹ ਆ, ਕਿਸੇ ਦਾ ਕਿੱਧਰ ਨੂੰ ਮੂੰਹ ਆ। ਸੋ ਇਸ ਕਰਕੇ ਜਿਹੜੀ ਸਾਡੀ ਸਥਿਤੀ ਆ ਬੜੀ ਖਤਰਨਾਕ ਬਣੀ ਹੋਈ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਤਰਨਾਕ ਬਣਨੀ ਹੈ। ਤੁਸੀਂ ਗੱਲ ਕੀਤੀ ਹੈ ਵੀ ਖਿੰਡੇ ਪਏ ਆ, ਅਤੇ ਇਸੇ ਖੰਡਾ ਦਾ ਕਾਰਨ ਜਿਹੜੇ ਲਗਾਤਾਰ ਧਰਮ ਪਰਿਵਰਤਨ ਹੋ ਰਹੇ ਆ ਉਹਦੇ ਵਿੱਚੋਂ ਹੀ ਉਪਜਿਆ ਹੋਇਆ। ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਆਮ ਤੌਰ 'ਤੇ ਇੱਕ ਪ੍ਰਚਾਰ ਥਲੀ ਮੈਂ ਸੁਣ ਰਿਹਾ ਕਿ ਕੋਈ ਕਹਿੰਦਾ ਜੀ ਉਹਨਾਂ ਨੇ, ਈਸਾਈਆਂ ਨੇ ਜੀ ਘਰ ਬਣਾਤੇ ਜੀ, ਉਹਨਾਂ ਨੇ ਸਕੂਲ ਬਣਾਤੇ ਜੀ, ਉਹਨਾਂ ਨੇ ਕਾਲਜ ਬਣਾਤੇ ਜੀ, ਉਹ ਇਲਾਜ ਕਰਾਉਂਦੇ ਆ ਜੀ, ਉਹ ਤਾਂ ਤੁਹਾਡੇ ਘਰ ਪਾ ਕੇ ਦਿੰਦੇ ਆ ਜੀ, ਉਹ ਤਾਂ ਤੁਹਾਡੀਆਂ ਫੀਸਾਂ ਭਰਦੇ ਆ ਜੀ, ਲੋਕ ਤਾਂ ਉੱਧਰ ਨੂੰ ਹੋ ਤੁਰੇ ਜੀ। ਕੀ ਸਿੱਖੀ ਇੰਨੀ ਕੱਚੀ ਹੈ? ਜਿੱਥੇ ਸਿੱਖੀ ਖੰਡਿਓਂ ਤਿੱਖੀ ਹੈ, ਖੋਪਰੀਆਂ ਲਹਾ ਲਹਾ ਕੇ, ਬੰਦ ਬੰਦ ਕਟਵਾ ਕੇ, ਆਰਿਆਂ 'ਤੇ ਚੜ੍ਹ ਕੇ ਸਲਾਮਤ ਰੱਖਿਆ, ਉੱਥੇ ਮਾਖਿਓ ਮਿੱਠੀ ਵੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਾਂ ਇਹ ਐਡੇ, ਫਿਰ ਉਹ ਮੈਂ ਸਿੱਖ ਨਹੀਂ ਮੰਨਦਾ ਉਹਨਾਂ ਨੂੰ ਜਿਹੜਾ ਐਡਾ ਕੱਚਾ ਹੋਊ ਕਿ ਮੈਨੂੰ ਕੋਈ ਕਵੇ ਲੈ ਯਾਰ ਮੈਂ ਤੈਨੂੰ ਕੈਨੇਡਾ ਲੈ ਜਾਂਦਾ, ਮੈਂ ਆਪਣਾ ਧਰਮ ਬਦਲ ਲਾਂ, ਲੈ ਮੈਂ ਤੇਰੇ ਜਵਾਕ ਦੀ ਫੀਸ ਭਰ ਦਿੰਦਾ। ਹੁਣ ਇਹ ਗੱਲ ਨੂੰ ਲੈ ਕੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਹਾਂ, ਇੱਕ ਗੱਲ ਨਾਲ ਮੈਂ ਸਹਿਮਤ ਜ਼ਰੂਰ ਹੈਗਾ ਕਿ ਸਾਡੇ ਜਿਹੜੇ ਦੱਬੇ ਕੁਚਲੇ ਹੋਏ ਲੋਕ ਨੇ, ਲਤਾੜੇ ਹੋਏ ਲੋਕ ਨੇ ਸਦੀਆਂ ਤੋਂ ਲੈ ਕੇ, ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਬਹੁਤ ਗੰਭੀਰ ਆ, ਉਹਨਾਂ ਨੂੰ ਰੋਟੀ ਵੀ 2 ਵਕਤ ਦੀ ਬੜੀ ਮੁਸ਼ਕਿਲ ਨਾਲ ਜੁੜਦੀ ਹੈ, ਉਹਨਾਂ ਦੀ ਬਾਂਹ ਫੜਨ ਦੀ ਲੋੜ, ਉਹਨਾਂ ਦੀ ਸਾਰ ਲੈਣ ਦੀ ਲੋੜ ਵੀ ਹੈਗੀ ਆ। ਮੈਂ ਖਾਲਸਾ ਏਡ ਵਾਲੇ ਭਾਈ ਰਵੀ ਸਿੰਘ ਜੀ ਨੇ, ਉਹ ਕਦੇ ਇਰਾਨ ਜਾਂਦੇ ਨੇ, ਕਦੇ ਕਿਸੇ ਹੋਰ ਅਫਰੀਕਾ ਦੇ ਮੁਲਕ 'ਚ ਜਾਂਦੇ ਨੇ, ਪਾਕਿਸਤਾਨ 'ਚ ਹੁਣ ਗਏ ਜਦੋਂ ਹੜ੍ਹ ਆਇਆ। ਜਾਣਾ ਚਾਹੀਦਾ, ਉਹ ਸਾਡੇ ਭਰਾ ਨੇ, ਸਾਡੇ ਆਪਣੇ ਨੇ, ਜੋ ਸਾਡੇ ਤੋਂ 47 'ਚੋਂ ਵਿਛੜੇ ਆ। ਅੱਜ ਉਹਨਾਂ 'ਤੇ ਆਫਤ ਇਹ ਸਾਡਾ ਖੜਨ ਦਾ ਫਰਜ਼ ਬਣਦਾ। ਇਹੀ ਇਨਸਾਨੀਅਤ ਹੈ, ਇਹੀ ਮਨੁੱਖਤਾ ਹੈ, ਇਹੀ ਸਿੱਖੀ ਸਿਧਾਂਤ ਨੇ, ਇਹੀ ਸਿੱਖੀ, ਇਹੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਜਿੱਥੇ ਕੋਈ ਮਨੁੱਖਤਾ ਦੇ ਉੱਤੇ ਭੀੜ ਪੈਂਦੀ ਹੈ, ਉੱਥੇ ਧਰਮ, ਜਾਤ ਪਾਤ ਨਹੀਂ ਦੇਖਿਆ ਜਾਂਦਾ, ਊਚ ਨੀਚ ਨਹੀਂ ਦੇਖੀ ਜਾਂਦੀ, ਉੱਥੇ ਬੰਦੇ ਨਾਲ ਖੜੋ ਜਾ ਕੇ। ਪਰ ਮੈਂ ਰਵੀ ਸਿੰਘ ਖਾਲਸਾ ਨੂੰ ਜ਼ਰੂਰ ਤੁਹਾਡੇ ਨਹੀਂ ਕਹਿਣਾ ਚਾਹੁੰਦਾ ਕਿ ਯਾਰ ਇੱਥੋਂ ਵਾਲੇ ਗਰੀਬ ਸਿੱਖਾਂ ਦਾ ਵੀ ਹਾਲ ਪੁੱਛ ਲਾ ਕੇ। ਪੰਜਾਬ ਬਹੁਤ ਘੱਟ ਆਇਆ, ਮੈਂ ਜਦੋਂ ਤੱਕ ਦੇਖਦਾ ਰਹਿੰਦਾ, ਉਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖਦਾ ਵੀ ਇਰਾਕ ਤੁਰੇ ਫਿਰਦੇ ਨੇ, ਲੀਬੀਆ ਤੁਰੇ ਫਿਰਦੇ ਨੇ, ਕਿਤੇ ਹੋਰ ਅਫਰੀਕਾ ਦੇ ਮੁਲਕਾਂ ਤੁਰੇ ਫਿਰਦੇ ਨੇ, ਕਿਤੇ ਹੜ੍ਹ ਆ ਗਏ, ਕਿਤੇ ਜੰਗ ਲੱਗੀ ਹੋਈ ਤੁਰੇ ਫਿਰਦੇ ਨੇ। ਜਾਣਾ ਚਾਹੀਦਾ, ਬਹੁਤ ਵਧੀਆ ਗੱਲ ਕਰ ਰਹੇ ਨੇ, ਮੈਂ ਕਹਿੰਦਾ ਮਾੜਾ ਕੰਮ ਕਰ ਰਹੇ ਆ। ਸਿੱਖੀ ਦੀ ਪਹਿਚਾਣ ਜਾ ਰਹੀ ਹੈ ਕਿ ਸਿੱਖ ਖੜ੍ਹਦੇ ਆ, ਪਰ ਆਪਣਿਆਂ ਦੀ ਵੀ ਸਾਰ ਲਓ ਯਾਰ। ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ, ਉਹ ਕਹਿੰਦੇ ਪੰਜਾਬ ਦੇ ਵਿੱਚ ਜਾਂ ਭਾਰਤ ਤੋਂ ਜਿਹੜਾ ਫੋਰਨ ਤੋਂ ਜਦ ਪੈਸਾ ਭੇਜਦੇ ਆ, ਵਾਪਸ ਭੇਜ ਦਿੱਤਾ ਜਾਂਦਾ ਵੀ ਇਹ ਇੱਥੇ ਕਰ ਨਾ ਸਕਣ, ਸਿੱਖਾਂ ਦਾ ਨਾਂ ਉੱਚਾ ਨਾ ਹੋ ਸਕੇ, ਇਸ ਕਰਕੇ ਉਹ ਕਹਿੰਦੇ ਮੈਂ ਤਾਂ ਬਹੁਤ ਕੁਝ ਕਰ ਦਵਾਂ ਇੱਥੇ। ਬੜੇ ਤਰੀਕੇ ਹੁੰਦੇ ਆ ਥਲੀ, ਇਹੋ ਜਿਹੀ ਨਹੀਂ ਗੱਲ, ਬਹੁਤ ਤਰੀਕੇ ਹੈਗੇ ਨੇ। ਕੋਈ ਤਰੀਕੇ ਨਾਲ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ, ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਟਰਸਟ ਤਾਂ ਬਣਿਆ ਹੀ ਹੋਇਆ, ਉਸ ਤਰੀਕੇ ਨਾਲ ਲੋਕਾਂ ਦੇ ਘਰ ਪਾਏ ਜਾਣ। ਸਭ ਤੋਂ ਵੱਡੀ ਤਾਂ ਅਹਿਮ ਗੱਲ ਹੈ ਕਿ ਇੱਕ ਭਾਈ ਰਵੀ ਸਿੰਘ ਵਰਗੇ ਜਾਂ ਹੋਰ ਵੀ ਜਿੰਨੇ ਬਾਹਰ ਬੈਠੇ ਨੇ, ਬਹੁਤ ਸੰਸਥਾਵਾਂ ਨੇ, ਵੱਡੇ ਪੱਧਰ ਦੇ ਉੱਤੇ ਬਹੁਤ ਪੈਸੇ ਵਾਲੇ ਸਿੱਖ ਬੈਠੇ ਆ। ਸਾਡੇ ਕੋਲੇ ਹਾਲੇ ਉਸ ਪੱਧਰ ਦੀ ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ CMC ਦੇ ਬਰਾਬਰ ਦਾ ਹਸਪਤਾਲ ਨਹੀਂ ਨਾ। ਤਾਂ ਇਹ ਗੱਲਾਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ
ਕਿ ਸਾਡੇ ਲਈ ਪਹਿਲਾਂ ਜਿੱਥੇ ਮੰਨ ਲਓ ਇਸ ਤਰ੍ਹਾਂ ਦੇ ਕਾਲਜ ਹੋਣ, ਯੂਨੀਵਰਸਿਟੀਆਂ ਹੋਣ, ਹਸਪਤਾਲ ਹੋਣ, ਜਿੱਥੇ ਇਲਾਜ ਮੁਫਤ ਹੁੰਦਾ ਹੋਵੇ, ਜਿੱਥੇ ਪੜ੍ਹਾਈ ਮੁਫਤ ਹੁੰਦੀ ਹੋਵੇ, ਉਹੋ ਜਿਹਾ ਮਾਹੌਲ ਵੀ ਸਿਰਜ ਕੇ ਦਿਓ ਨਾ। ਇਹ ਵੀ ਫਰਜ਼ ਬਣਦਾ ਸਾਡਾ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਸ ਕੰਮ ਲਈ ਤੁਹਾਨੂੰ ਕੋਈ ਨਹੀਂ ਰੋਕੂਗਾ। ਜੇ ਕੋਈ ਖਾਲਸਾ ਏਡ ਵਾਲੇ ਜਾਂ ਕੋਈ ਹੋਰ ਸੰਸਥਾ ਵਾਲੇ ਕਹਿੰਦੇ ਭਾਈ ਪੰਜਾਬ 'ਚ ਯੂਨੀਵਰਸਿਟੀ ਬਣਾਉਣੀ ਹੈ, ਬਣਾਓ। ਮੈਂ ਤਾਂ ਇੱਥੇ ਤੱਕ ਕਹਿੰਦਾ ਸਾਡੀਆਂ ਯੂਨੀਵਰਸਿਟੀਆਂ ਡਾਵਾਂਡੋਲ ਨੇ, ਆਰਥਿਕ ਪੱਖੋਂ ਬੁਰਾ ਹਾਲ ਹੋਇਆ ਪਿਆ। ਕੋਈ 300 ਕਰੋੜ ਦੇ ਘਾਟੇ 'ਚ ਹੈ, ਕੋਈ 400 ਕਰੋੜ ਦੇ ਘਾਟੇ 'ਚ ਹੈ। ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ, ਚਾਹੇ ਸਾਡੀ ਗੁਰੂ ਨਾਨਕ ਯੂਨੀਵਰਸਿਟੀ ਹੋਵੇ, ਚਾਹੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਵੇ, ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਵੇ, ਉਹਨਾਂ ਨੂੰ ਪੈਸੇ ਦੇ ਦਿਓ। ਅੱਜ ਮੈਂ ਕਹਿੰਦਾ 1000 ਕਰੋੜ ਰੁਪਈਆ ਇਕੱਠਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇਣ ਵੀ ਲਓ ਭਾਈ ਤੁਸੀਂ ਪੈਰਾਂ 'ਤੇ ਆਓ, ਆਪੀ ਕੰਮ ਚੱਲ ਪਏ। ਤਾਂ ਸਾਨੂੰ ਜਿੱਥੇ ਪੈਸਾ ਬਾਈ ਲਾਉਣ ਦੀ ਲੋੜ ਆ, ਲਾਉਣ ਦੀ ਲੋੜ ਹੈਗੀ ਆ, ਮੈਂ ਮੰਨਦਾ। ਪਰ ਜੇ ਕੋਈ ਇਹ ਕਵੇ ਨਹੀਂ ਜੀ ਤਾਂ ਮੇਰਾ ਘਰ ਪਾਤਾ, ਹੁਣ ਇੱਥੇ ਕੀ ਹੋ ਰਿਹਾ? ਲੱਖੀ ਸ਼ਾਹ ਬਣਜਾਰੇ ਨੇ ਤਾਂ ਘਰ ਫੂਕਤਾ ਸੀ ਜੀ, ਪਿਆਰ ਲਈ ਫੂਕਤਾ, ਬਿਲਕੁਲ ਸੰਸਕਾਰ ਕਰਨ ਲਈ ਉਹਨੇ ਆਪਣਾ ਘਰ ਫੂਕਿਆ। ਤੁਸੀਂ ਗੱਲ ਦੇਖੋ, ਈਸਾਈਅਤ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦੁਨੀਆ ਭਰ ਦੇ ਵਿੱਚ ਜਿਹੜੇ ਈਸਾਈ ਨੇ ਉਹਨਾਂ ਦੀ ਗਿਣਤੀ ਘਟ ਰਹੀ ਹੈ। ਤਾਂ ਇਹ ਉਹਨਾਂ ਲਈ ਚਿੰਤਾ ਦਾ ਵਿਸ਼ਾ ਹੈ। ਤਾਂ ਉਹਨਾਂ ਨੇ ਹੁਣ ਜਿਹੜਾ ਕੰਮ ਇਹ ਵਿੱਢਿਆ ਹੋਇਆ ਵੀ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਈਸਾਈ ਬਣਾਓ ਅਤੇ ਪੈਸਾ ਜਿੰਨਾ ਕਹੋਗੇ ਅਸੀਂ ਦੇਣ ਨੂੰ ਤਿਆਰ ਹਾਂ। ਉਹਦੀ ਇੱਕ ਉਦਾਹਰਨ ਤੁਹਾਨੂੰ ਮੈਂ ਦੱਸਦਾ। ਜਲੰਧਰ ਦੇ ਵਿੱਚ ਦੁਨੀਆ ਦਾ ਸਭ ਤੋਂ ਚੌਥਾ ਸਭ ਤੋਂ ਵੱਡਾ ਜਿਹੜਾ ਚਰਚ ਬਣ ਜਾ ਰਿਹਾ, ਤਾਂ ਪੈਸਾ ਕਿੱਥੋਂ ਆ ਰਿਹਾ? ਸਾਡੇ ਲਈ ਸੋਚਣ ਵਾਲੀ ਗੱਲ ਆ ਨਾ। ਜਿਹੜੀ ਫੰਡਿੰਗ, ਜਿਹੜੇ ਪੈਸੇ ਉਹਨਾਂ ਈਸਾਈ ਮੁਲਕਾਂ ਤੋਂ ਆ ਰਹੇ ਨੇ। ਅਸੀਂ ਨਹੀਂ ਕਹਿੰਦੇ, ਦੇਖੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ, ਸਾਰੇ ਧਰਮਾਂ ਨੂੰ ਇੱਥੇ ਅਧਿਕਾਰ ਹੈ ਕਿ ਆਪਣੀ ਗੱਲ ਕਰਨੀ। ਪਰ ਪਖੰਡ ਕਰਨੇ, ਤੁਸੀਂ ਇੱਕ ਕੈਂਸਰ ਠੀਕ ਕਰ ਦੇਣਾ ਜੀ, ਕੈਂਸਰ ਠੀਕ ਹੋ ਗਿਆ ਜੀ ਆ ਜਾਓ ਤੁਸੀਂ, ਫਿਰ CMC ਕਾਹਦੇ ਲਈ ਖੋਲ੍ਹਿਆ? ਬੰਦ ਕਰ ਦਿਓ ਜੇ ਕੈਂਸਰ ਇਸ ਤਰ੍ਹਾਂ ਠੀਕ ਹੋਣੇ ਆ। ਫਿਰ ਤੁਸੀਂ ਮਰਿਆ ਹੋਇਆ, ਇੱਕ ਮੈਂ ਤਾਂ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਕਿ ਮਰਿਆ ਹੋਇਆ ਜਵਾਕ ਹੈ, ਉਹ ਇੱਕ ਉੱਥੇ ਉਹਨਾਂ ਦਾ ਜਿਹੜਾ ਬੰਦਾ ਹੁੰਦਾ ਉਹਨਾਂ ਦਾ ਮੁਖੀ, ਉਹ ਬੋਲ ਰਿਹਾ ਕਿ ਇਹਨੂੰ ਆਪਾਂ ਨੂੰ ਜਿਉਂਦਾ ਕਰਨਾ ਹੈ। ਲੋਕਾਂ ਨੂੰ ਜਿਹੜਾ ਉਹਨਾਂ ਦਾ ਸ਼ਬਦ ਆ ਉਹ ਬੋਲਦੇ ਨੇ, ਬੋਲ ਕੇ ਉਹਨੂੰ ਜਵਾਕ ਨੂੰ ਥੋੜ੍ਹੇ ਚਿਰ ਬਾਅਦ ਚੱਕ ਲੈਂਦਾ, ਜਿਉਂਦਾ ਹੋ ਗਿਆ। ਫਿਰ ਕਮਾਲ ਹੋ ਗਈ ਯਾਰ, ਤੁਸੀਂ ਤਾਂ ਫਿਰ ਤਾਂ ਰੱਬ ਹੋ ਗਏ। ਯਾਨੀ ਇਹ ਜਿਹੜਾ ਪਖੰਡਵਾਦ ਆ, ਜੇ ਇਹ ਸਾਰੀਆਂ ਸ਼ਕਤੀਆਂ ਇਹ ਸ਼ਕਤੀਆਂ ਨਾਲ ਤਾਂ ਪੜ੍ਹਾਉਣ ਦੀ ਵੀ ਬੱਚੇ ਨੂੰ ਲੋੜ ਨਹੀਂ। ਇੱਕ ਪਾਸੇ ਫਿਰ ਕਨਵੈਂਟ ਸਕੂਲ ਵੀ ਕਹਿੰਦੇ ਅਸੀਂ ਖੋਲ੍ਹ ਰਹੇ ਹਾਂ, ਫਿਰ ਕਿਉਂ ਖੋਲ੍ਹ ਰਹੇ ਜੀ? ਉਹ ਦੇਖੋ ਨਾ, ਇਹ ਇੱਕ ਤਰੀਕੇ ਨਾਲ ਉਹਨਾਂ ਦਾ ਜਿਹੜਾ ਪ੍ਰਚਾਰ ਆ, ਪਸਾਰ ਆ, ਹੋ ਰਿਹਾ। ਅਤੇ ਸਾਡੇ ਹੀ ਮੈਂ ਕਹੂੰਗਾ ਕਿ ਕਮੀ, ਸਾਡੀ ਗਲਤੀ, ਸਾਡੇ ਪ੍ਰਚਾਰ 'ਚ ਬਹੁਤ ਵੱਡੀ ਕਮੀ ਹੈ। ਅਸੀਂ ਇੱਧਰ ਕਦੇ ਸੋਚਿਆ ਹੀ ਨਹੀਂ, ਕਦੇ ਧਿਆਨ ਹੀ ਨਹੀਂ ਦਿੱਤਾ, ਕਦੇ ਪ੍ਰਚਾਰ ਹੀ ਨਹੀਂ ਕੀਤਾ। ਬਹਿ ਕੇ ਮੇਰੇ ਵਰਗਾ ਗੱਲਾਂ ਕਰ ਛੱਡਦਾ। ਕਦੇ ਅਸੀਂ ਪਿੰਡੋ ਪਿੰਡੀ ਆਪਣੇ ਲੋਕਾਂ ਦੀ ਸਾਰ ਨਹੀਂ ਲਈ ਜਾ ਕੇ, ਕਦੇ ਉੱਥੇ ਪ੍ਰਚਾਰ ਇਹੋ ਜਿਹਾ ਹੋਏ ਨਹੀਂ ਕਿ ਸਿੱਖੀ ਕੀ ਚੀਜ਼ ਆ। ਸਿੱਖੀ ਤਾਂ ਦੇਖੋ, ਗੁਰੂ ਨਾਨਕ ਦੇਵ ਜੀ ਨੇ ਕੀ ਲੋਕਾਂ ਨੂੰ ਪਖੰਡ ਨਾਲ ਜੋੜਿਆ ਸੀ, ਕੀ ਲੋਕਾਂ ਨੂੰ ਕੋਈ ਲਾਲਚ ਦੇ ਕੇ ਨਾਲ ਜੋੜਿਆ ਸੀ। ਉਹਨਾਂ ਨੇ ਤਾਂ ਇੱਕ ਪ੍ਰਤੱਖ ਲੋਕਾਂ ਦੇ ਅੱਗੇ ਚੀਜ਼ ਰੱਖਤੀ ਸੀ। ਪਖੰਡਵਾਦ ਤੇ ਚੋਟ, ਊਚ ਨੀਚ, ਜਾਤ ਪਾਤਾਂ ਦਾ ਖੰਡਨ ਕਰਕੇ ਲੋਕਾਂ ਨੂੰ ਸਹੀ ਰਾਹ ਦਿਖਾਇਆ, ਲੋਕ ਆਪੇ ਸਿੱਖ ਬਣ ਗਏ ਸੀ। ਅੱਜ ਵੀ ਉਹ ਪ੍ਰਚਾਰ ਜੇ ਹੋ ਜੇ ਤਾਂ ਮੈਂ ਕਹਿੰਦਾ ਮਤਲਬ ਹੀ ਨਹੀਂ ਕੋਈ ਸਾਈਆਂ ਬੰਨੀ ਜਾਂ ਕਿਸੇ ਹੋਰ ਪਾਸੇ ਵਗ ਜੇ। ਸਾਡੇ ਪੰਜਾਬ ਦੇ ਵਿੱਚ ਸਾਰੇ ਇਤਿਹਾਸਕ ਸਥਾਨ ਨੇ, ਕੇਸਗੜ੍ਹ ਸਾਹਿਬ, ਅੰਮ੍ਰਿਤਸਰ, ਗੁਰੂ ਕੀ ਨਗਰੀਆਂ, ਅਤੇ ਤੁਸੀਂ ਜਿਵੇਂ ਜਲੰਧਰ ਦੇ ਵਿੱਚ ਦੱਸਦੇ ਹੋ ਚੌਥਾ ਸਭ ਤੋਂ ਵੱਡਾ ਦੁਨੀਆ ਦਾ ਬਣ ਰਿਹਾ, ਅਤੇ ਇਹ ਪੰਜਾਬ ਹੀ ਕਿਉਂ ਚੁਣਿਆ ਜਾਂਦਾ? ਸੂਬੇ ਤਾਂ ਹੋਰ ਵੀ ਫਿਰ ਪਖੰਡ ਨਾਲ ਭਰੇ ਪਏ ਆ, ਉੱਥੇ ਚਲ ਜਾਂਦੇ ਜੀ। ਦੇਖੋ, ਇਹ ਇਕੱਲੇ ਪੰਜਾਬ 'ਚ ਨਹੀਂ ਹੈਗਾ। ਪਹਿਲੀ ਗੱਲ ਤਾਂ ਇਹ ਸੋਚੋ ਕਿ ਇਹ ਇਕੱਲੇ ਭਾਰਤ ਨਹੀਂ ਹੈਗੇ ਵੀ ਇਕੱਲੇ ਭਾਰਤ ਦੇ ਵਿੱਚ ਹੀ ਇਸ ਤਰ੍ਹਾਂ ਹੋ ਰਿਹਾ। ਇਹ ਜਿੰਨੇ ਗਰੀਬ ਮੁਲਕ ਨੇ, ਏਸ਼ੀਆ ਦੇ ਹੋਣ, ਯੂਰਪ ਦੇ ਹੋਣ, ਚਾਹੇ ਅਫਰੀਕਾ ਦੇ ਹੋਣ, ਉਹਨਾਂ ਮੁਲਕਾਂ ਜਾ ਰਹੇ ਨੇ। ਉਹਨਾਂ ਦੀ ਗਰੀਬੀ ਦਾ ਰੱਖ ਲਓ, ਉਹਨਾਂ ਦੀ ਅਨਪੜ੍ਹਤਾ ਦਾ ਰੱਖ ਲਓ, ਉਹਨਾਂ ਦੀ ਲੋੜ ਰੱਖ ਲਓ, ਉਹਦਾ ਫਾਇਦਾ ਵੀ ਉਠਾਇਆ ਜਾ ਰਿਹਾ। ਇਹ ਇਕੱਲਾ ਇੱਥੇ ਨਹੀਂ ਹੈ ਵੀ ਪੰਜਾਬ ਦੇ ਵਿੱਚ ਹੀ ਹੋ ਰਿਹਾ। ਮੈਂ ਕਹਿ ਰਿਹਾ ਕਿ ਪੂਰੀ ਦੁਨੀਆ 'ਚ ਤੁਸੀਂ ਅਫਰੀਕਾ ਦੇ ਬਹੁਤ ਗਰੀਬ ਮੁਲਕ ਨੇ, ਉੱਥੇ ਵੀ ਕੰਮ ਚੱਲ ਰਿਹਾ। ਯੂਰਪ ਦੇ ਵਿੱਚ ਵੀ ਜਿਹੜੇ ਦੂਜੇ ਪਾਸੇ ਉਹਨਾਂ ਨੂੰ ਵੀ ਨਾਲ ਤੋਰਿਆ ਜਾ ਰਿਹਾ। ਇਹ ਚਾਰ ਛਪੇਰੀ ਜਿਹੜਾ ਹੈਗਾ ਜ਼ੋਰ ਦਿੱਤਾ ਜਾ ਰਿਹਾ। ਸੋ ਇੱਥੋਂ ਸਾਨੂੰ ਮੈਂ ਕਹਿੰਦਾ ਕਿਸੇ ਨੂੰ ਤੁਸੀਂ ਕਿਸੇ ਨੂੰ ਧੱਕਾ ਕਰਨ ਦੀ ਬਜਾਏ, ਕਿਸੇ ਨੂੰ ਕੁੱਟਣ ਮਾਰਨ ਦੀ ਬਜਾਏ, ਉਹ ਤਾਂ ਫਿਰ ਵਿਵਾਦ ਬਣ ਜਾਣਾ। ਉਹ ਤਾਂ ਹੁਣ ਕਹਿੰਦੇ ਹੀ ਆ, ਉਹ ਕਹਿੰਦੇ ਫਿਰ ਤੁਸੀਂ ਇੱਥੇ ਸਾਡੇ ਨਾਲ ਧੱਕਾ ਕਰਦੇ ਆ, ਅਤੇ ਜਿਹੜੇ ਇੱਥੋਂ ਸਿੱਖ ਬਾਹਰ ਬੈਠੇ ਆ ਈਸਾਈ ਮੁਲਕਾਂ ਦੇ ਅੰਦਰ, ਉਹਨਾਂ ਨਾਲ ਵੀ ਉਹ ਕਹਿੰਦੇ ਫਿਰ ਉੱਥੇ ਛਿੱਤਰ ਪੋਲਾ ਖੜਕੂ ਤੁਹਾਡੇ 'ਤੇ, ਹੀ ਉੱਥੇ ਕੁੱਟਮਾਰ ਕਰਾਂਗੇ ਤੁਹਾਡੀ। ਤੁਸੀਂ ਉਹਨਾਂ ਨੂੰ ਇਹ ਮੌਕਾ ਦੇਣ ਦੀ ਬਜਾਏ ਤੁਸੀਂ ਆਪਣੀ ਗੱਲ ਨੂੰ ਮਜ਼ਬੂਤ ਕਰੋ, ਤੁਸੀਂ ਆਪਣੇ ਸਿਧਾਂਤਾਂ ਨੂੰ ਮਜ਼ਬੂਤ ਕਰੋ,
ਤੁਸੀਂ ਆਪਣੀ ਗੁਰਬਾਣੀ ਤੇ ਪਹਿਰਾ ਦੇ ਕੇ ਉਹਨੂੰ ਲੋਕਾਂ 'ਚ ਲੈ ਕੇ ਜਾਓ, ਆਪਣੇ ਲੋਕਾਂ ਨਾਲ ਖੜੋ। ਮੈਂ ਕਹਿੰਦਾ ਜੇ ਸਿੱਖ ਚਾਹਣ, ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਹੈ, ਇੰਨੇ ਮਤਲਬ ਕਿ ਧਨਾੜ ਨੇ, ਇੰਨਾ ਉਹਨਾਂ ਕੋਲ ਪੈਸਾ ਹੈ, ਉਹ ਚਾਹੇ ਇੱਥੇ ਇਹਨਾਂ ਪੰਜਾਬੀਆਂ ਲਈ ਸੋਨੇ ਦੀਆਂ ਕੰਧਾਂ ਖੜੀਆਂ ਕਰ ਦੇਣ। ਆਹ ਛੋਟੀਆਂ ਛੋਟੀਆਂ ਗੱਲਾਂ ਕੀ ਚੀਜ਼ ਨੇ, ਹੈ ਨਾ। ਪਰ ਇਕੱਲਾ ਬਈ ਆਪਾਂ ਹੋਰ ਪਾਸੇ ਜ਼ੋਰ ਲਾਈ ਜਾਂਦੇ ਹਾਂ, ਰੌਲੇ ਗੋਲੇ 'ਚ ਵੱਧ ਆਪਾਂ ਪਏ ਹੋਏ ਹਾਂ। ਅਸਲ ਜਿਹੜੀ ਜੜ ਆ ਮਸਲੇ ਦੀ ਫੜ ਨਹੀਂ ਰਹੇ। ਗਰੀਬੀ ਵਗੈਰਾ ਤਾਂ ਬਹੁਤ ਛੋਟੀ ਚੀਜ਼ ਹੈ। ਉਦੋਂ ਤਾਂ ਜਿਹੜਾ ਖਿਲਾਰਾ ਸੀ, ਜਦੋਂ ਭਾਰਤ ਵਰਨਾਂ 'ਚ ਵੰਡਿਆ ਹੋਇਆ ਸੀਗਾ, ਉਦੋਂ ਤਾਂ ਜਾਤ ਪਾਤ ਨੂੰ ਲੈ ਕੇ ਹੋਰ ਬਹੁਤ ਚੀਜ਼ਾਂ ਸੀਗੀਆਂ। ਅਤੇ ਅਸੀਂ ਤਾਂ ਚਲੋ ਗਰੀਬੀ ਤਾਂ ਇੱਕ ਵੱਖਰੀ ਗੱਲ ਹੋ ਗਈ, ਅਸੀਂ ਤਾਂ ਆਪਣੇ ਲੋਕਾਂ ਨੂੰ ਜਾਤ ਪਾਤ 'ਚੋਂ ਨਹੀਂ ਕੱਢ ਸਕੇ। ਅੱਜ ਵੀ ਉਹ ਜਿਹੜੀ ਹੈਗੀ ਆ ਨੀਚ ਊਚ ਦਾ ਫਰਕ, ਹੁਣ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਹੀ ਰਹੀਆਂ ਬਾਈ, ਜਾਤ ਪਾਤ ਦੇ ਉੱਤੇ ਲਗਾਤਾਰ ਕਹਿ ਰਹੇ ਆ ਜੀ ਵੀ ਜੱਟਾਂ ਨੇ ਜੀ ਆ ਜੱਟਾਂ ਦਾ ਪੈ ਰਿਹਾ, ਕੋਈ ਕੁਛ ਕਹਿ ਰਿਹਾ ਜੀ ਵੀ ਇੱਕ ਜਾਤ ਦੇ ਲੋਕ ਅੱਜ ਵੀ ਦੂਜਿਆਂ ਨੂੰ, ਔਰ ਖ਼ਾਸ ਤੌਰ 'ਤੇ ਸਿੱਖ ਧਰਮ ਦੇ ਵਿੱਚ ਗੁਰਦੁਆਰੇ 5-5 ਇੱਕ ਪਿੰਡ 'ਚ। ਦੇਖੋ ਬਿਲਕੁਲ ਇਹ ਗੱਲ ਜਿਹੜੀ ਹੈਗੀ ਹੈ ਕਿ ਜਾਤ ਪਾਤ ਜਾਂ ਊਚ ਨੀਚ, ਅਸਲ ਥਲੀ ਆਪਾਂ ਨੂੰ ਨਾ ਇਹਦੀ ਜੜ ਨੂੰ ਫੜਨਾ ਪੈਣਾ, ਮਸਲੇ ਨੂੰ ਸਮਝਣ ਲਈ ਕਿ ਮਸਲਾ ਇਹ ਜਾਤਾਂ ਪਾਤਾਂ ਦਾ ਕਿੱਥੋਂ ਉੱਠਿਆ, ਰੌਲਾ ਕਿੱਥੋਂ ਵਧਿਆ, ਇਹ ਵਿਤਕਰਾ ਕੀ ਹੈ, ਕਿਉਂ ਹੋ ਰਿਹਾ, ਕਿੱਥੋਂ ਉੱਠਿਆ ਇਹ ਅਸਲ ਜੇ ਆਪਾਂ ਅੱਜ ਤੋਂ ਤਕਰੀਬਨ 5000 ਸਾਲ ਪਿੱਛੇ ਜਾਈਏ ਨਾ, ਤਾਂ ਜਦੋਂ ਇੱਥੇ ਮੱਧ ਏਸ਼ੀਆ ਤੋਂ ਆਰੀਅਨ ਲੋਕ ਉੱਠ ਕੇ ਆਏ ਆ, ਤਾਂ ਇਹਨਾਂ ਲੋਕਾਂ ਨੇ ਦੇਖੋ ਜਦੋਂ ਕੋਈ ਇੱਥੋਂ ਆ ਕੇ ਉਹਨਾਂ ਨੇ ਇੱਥੋਂ ਦੇ ਜਿਹੜੇ ਮੂਲ ਲੋਕ ਸੀ ਜਾਂ ਇੱਥੋਂ ਦੇ ਰਾਜੇ ਸੀ, ਉਹਨਾਂ ਨੂੰ ਛਲ ਕਪਟ ਦੇ ਨਾਲ ਹਰਾ ਕੇ ਤਾਂ ਉਹਨਾਂ ਦੇ ਉੱਤੇ ਰਾਜ ਕਾਇਮ ਕਰ ਲਿਆ। ਅਤੇ ਰਾਜ ਕਾਇਮ ਕਰਨ ਤੋਂ ਬਾਅਦ ਜਦੋਂ ਕੋਈ ਧਾੜ ਵੀ ਆਉਂਦਾ, ਚਾਹੇ ਇੱਥੇ ਅੰਗਰੇਜ਼ ਆਏ, ਚਾਹੇ ਇੱਥੇ ਮੁਗਲ ਆਏ, ਚਾਹੇ ਮੰਗੋਲ ਆਏ, ਚਾਹੇ ਕੋਈ ਵੀ ਆਏ ਇੱਥੇ, ਉਹਨਾਂ ਨੇ ਰਾਜ ਕਾਇਮ ਕਰਨ ਤੋਂ ਬਾਅਦ ਉਹ ਇੱਕ ਉਹਦੇ ਮਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਕਿ ਇਸ ਰਾਜ ਨੂੰ ਲੰਬੇ ਸਮੇਂ ਲਈ ਕਿਵੇਂ ਕਾਇਮ ਰੱਖਿਆ ਜਾਵੇ। ਉਹਦੇ ਲਈ ਤਾਂ ਕੋਈ ਉਹਨਾਂ ਨੂੰ ਜੋੜ ਤੋੜ ਕਰਨਾ ਪੈਣਾ। ਤਾਂ ਇੱਥੇ ਜਦੋਂ ਲੋਕ ਆਏ ਨਾ, ਤਾਂ ਉਹਨਾਂ ਨੇ ਵੀ ਸੋਚਿਆ ਕਿ ਕਬਜ਼ਾ ਤਾਂ ਕਰ ਲਿਆ, ਪਰ ਹੌਲੀ ਹੌਲੀ ਇਹ ਲੋਕ ਬਹੁਤ ਗਿਣਤੀ 'ਚ ਨੇ, ਇਹ ਇਕੱਠੇ ਹੋ ਜਾਣਗੇ। ਇਕੱਠੇ ਹੋ ਗਏ ਅਤੇ ਇਹ ਸਾਡੇ ਖਿਲਾਫ ਜਿਨ੍ਹਾਂ ਨੇ ਬਿਗਲ ਵਜਾਤਾ ਅਤੇ ਸਾਨੂੰ ਇਹ ਮਾਰ ਕੇ ਖ਼ਤਮ ਕਰਕੇ ਭਜਾ ਦੇਣਗੇ। ਪਰ ਇਹਨਾਂ ਦੇ ਲੰਮਾ ਸਮਾਂ ਰਾਜ ਕਰਨਾ ਉਹ ਕਿਵੇਂ ਕੀਤਾ ਜਾਵੇ, ਤਾਂ ਉਹਨਾਂ ਨੇ ਆਉਂਦਿਆਂ ਹੀ ਇੱਕ ਕੰਮ ਕੀਤਾ। ਉਹਨਾਂ ਨੇ ਇੱਥੇ ਇਹਨਾਂ ਲੋਕਾਂ ਨੂੰ ਵੱਖਰੋ ਵੱਖਰੇ ਵਰਨਾਂ 'ਚ ਵੰਡਤਾ। ਪਹਿਲਾਂ ਜਾਤਾਂ ਨਹੀਂ ਸੀ, ਪਹਿਲਾਂ ਵਰਨ ਸੀ ਇਕੱਲੇ। ਉਹ ਵਰਨ ਕੀ ਸੀ? ਪਹਿਲਾ ਵਰਨ ਉਹਨਾਂ ਨੇ ਕਿਹਾ ਕਿ 4 ਵਰਨ ਨੇ, ਬ੍ਰਾਹਮਣ, ਖੱਤਰੀ, ਬੈਸ ਅਤੇ ਸ਼ੂਦਰ। ਪਹਿਲਾ ਉਹ ਕਹਿੰਦੇ ਜਿਹੜਾ ਵਰਨ ਹੈ ਇਹ ਹੈ ਬ੍ਰਾਹਮਣ। ਉਹਨਾਂ ਨੇ ਕਿਹਾ ਕਿ ਬ੍ਰਾਹਮਣ ਦੇਵਤੇ ਦੇ ਮੂੰਹ 'ਚੋਂ ਮੁੱਖ 'ਚੋਂ ਪੈਦਾ ਹੋਇਆ, ਇਹ ਸਭ ਤੋਂ ਉੱਚੀ ਅਤੇ ਸ੍ਰੇਸ਼ਟ ਜਾਤੀ ਆ। ਇਹਦਾ ਕੰਮ ਕੀ ਦੱਸਿਆ ਉਹਨਾਂ ਨੇ ਵੀ ਦਾਨ ਦੇਣਾ ਨਾ, ਦਾਨ ਲੈਣਾ, ਪੂਜਾ ਕਰਨੀ, ਅਤੇ ਜਿਹੜੇ 2 ਵਰਨ ਦੂਜੇ ਨੇ ਵੈਸ ਅਤੇ ਖੱਤਰੀ, ਉਹਨਾਂ ਨੂੰ ਪੜ੍ਹਾਉਣਾ। ਇਹ ਜਾਣੇ ਸਭ ਤੋਂ ਉੱਤਮ ਉਹਨਾਂ ਨੇ ਮੰਨਿਆ ਵੀ ਇਹ ਸਭ ਤੋਂ ਉੱਤਮ ਹੈ। ਅਤੇ ਦੂਜੀ ਉਹਨਾਂ ਨੇ ਮੰਨਿਆ ਕਿ ਦੂਜਾ ਜਿਹੜਾ ਵਰਨ ਆ ਉਹ ਹੈਗਾ ਖੱਤਰੀ, ਕਿ ਜੀ ਇਹ ਦੇਵਤੇ ਦੀਆਂ ਬਾਹਾਂ 'ਚੋਂ ਪੈਦਾ ਹੋਇਆ, ਇਹਦਾ ਕੰਮ ਹੈ ਧਰਮ ਦੀ ਰੱਖਿਆ ਕਰਨੀ। ਤੀਜਾ ਉਹ ਕਹਿੰਦੇ ਜੀ ਜਿਹੜਾ ਹੈਗਾ ਵੈਸ਼, ਇਹਦਾ ਕੰਮ ਹੈ ਖੇਤੀ ਕਰਨੀ, ਵਪਾਰ ਕਰਨਾ, ਪਸ਼ੂ ਪਾਲਣੇ, ਵਣਜ ਕਰਨਾ, ਇਹ ਇਹਦੇ ਕੰਮ ਨੇ। ਅਤੇ ਚੌਥਾ ਅਤੇ ਅਖੀਰਲਾ ਜਿਹੜਾ ਵਰਨ ਉਹਨਾਂ ਨੇ ਕੀਤਾ ਉਹ ਸੀ ਸ਼ੂਦਰ। ਸ਼ੂਦਰ ਦਾ ਕੰਮ ਹੈ ਵੀ ਇਹਨਾਂ ਤਿੰਨਾਂ ਦੀ ਪੂਜਾ ਕਰਨੀ, ਆਪਣੇ ਹੱਕ ਆਪਣੇ ਅਧਿਕਾਰ ਦੀ ਕੋਈ ਗੱਲ ਨਹੀਂ ਕਰਨੀ। ਅਤੇ ਉਹ 'ਚ ਸਾਰੇ ਹੀ ਆ ਗਏ। ਅੱਗੇ ਸ਼ੂਦਰਾਂ ਨੂੰ ਜਾਤੀਆਂ 'ਚ ਵੰਡਤਾ, 6743 ਜਾਤਾਂ 'ਚ ਅੱਗੇ ਵੰਡ ਕੇ, ਅਤੇ ਹਰ ਇੱਕ ਜਾਤ ਦੀਆਂ ਅੱਗੇ ਜਾਤੀ ਦੀਆਂ 11 ਉਪ ਜਾਤੀਆਂ ਨੇ। ਜਾਣੇ ਉਹਨਾਂ ਸ਼ੂਦਰਾਂ ਨੂੰ ਹਜ਼ਾਰਾਂ ਥਾਵਾਂ 'ਤੇ ਵੰਡਤਾ ਵੀ ਇਹ ਕਦੇ ਇਕੱਠੇ ਹੀ ਨਾ ਹੋ ਸਕਣ। ਅਤੇ ਜਿਹਦੇ ਕਰਕੇ ਉਹ ਅੱਜ ਤੱਕ ਉਸ ਲਗਭਗ 5000 ਸਾਲ ਤੋਂ ਲੈ ਕੇ, ਚਾਹੇ ਇੱਥੇ ਕਦੇ ਮੰਗੋਲ, ਸੱਕ, ਕੁਸ਼ਾਣ ਹੋਣ,
ਮੁਗਲ, ਲੋਧੀ, ਚਾਹੇ ਅੰਗਰੇਜ਼, ਕਿਸੇ ਦਾ ਵੀ ਰਾਜ ਇੱਥੇ ਰਿਹਾ ਹੋਵੇ, ਪਰ ਉਹਨਾਂ ਦੀ ਤੂਤੀ ਉਵੇਂ ਬੋਲੀ ਹੈ। ਕਿਉਂਕਿ ਇੱਥੇ ਜ਼ੁਲਮ ਹੋਇਆ ਤਾਂ ਇੱਥੋਂ ਦੇ ਜਿਹੜਾ ਚੌਥੇ ਵਰਨ 'ਚ ਆਉਣ ਵਾਲੇ ਲੋਕ ਨੇ ਇਹਨਾਂ 'ਤੇ ਹੋਇਆ। ਰਾਜ ਵੀ ਇਹਨਾਂ 'ਤੇ ਕੀਤਾ ਗਿਆ, ਕੁੱਟਿਆ, ਮਾਰਿਆ, ਦੱਬਿਆ, ਲਤਾੜਿਆ ਇਹਨਾਂ ਨੂੰ ਗਿਆ। ਹੁਣ ਦਲਿਤ ਸ਼ਬਦ ਆਉਂਦਾ ਇੱਕ, ਹੁਣ ਦਲਿਤ ਸ਼ਬਦ ਦਾ ਅਰਥ ਆ ਵੀ ਦੱਬਿਆ, ਲਤਾੜਿਆ ਅਤੇ ਤਰਸ ਦਾ ਪਾਤਰ। ਜਿਹੜਾ ਸਦੀਆਂ ਤੋਂ ਲੈ ਕੇ, ਹਜ਼ਾਰਾਂ ਸਾਲਾਂ ਤੋਂ ਲੈ ਕੇ ਦੱਬਿਆ ਗਿਆ, ਲਤਾੜਿਆ ਗਿਆ, ਕਿ ਤਰਸ ਦਾ ਪਾਤਰ ਬਣਾ ਦਿੱਤਾ ਗਿਆ, ਉਹ ਇਨਸਾਨ ਨੂੰ ਸ਼ੂਦਰ ਕਿਹਾ ਗਿਆ। ਹੁਣ ਤੁਸੀਂ ਦੇਖੋ ਕਿ ਸ਼ੂਦਰਾਂ ਦੀ ਦੁਰਦਸ਼ਾ ਕੀ ਸੀ। ਆਪਾਂ ਅੱਜ ਗੱਲ ਕਰਦੇ ਹਾਂ ਨਾ ਕਿ ਤੁਸੀਂ ਜਾਤ ਪਾਤ ਦੀ ਗੱਲ ਹੋ ਰਹੀ ਆ, ਔਰ ਸ਼ੂਦਰ ਨਾਲ ਹੀ ਲੜ ਰਿਹਾ। ਇੱਥੇ ਇਹ ਦੇਖੋ ਕਿ ਜੱਟਾਂ ਦੀ ਗੱਲ ਕਰੋ, ਜੱਟਾਂ ਦੇ ਵਿੱਚ ਵੀ ਕਈ ਜਾਤੀਆਂ ਨੇ। ਇੱਕ ਸਰਦਾਰ ਜੱਟ ਹੁੰਦੇ ਆ, ਇੱਕ ਉਦੋਂ ਥੋੜ੍ਹੇ ਜਿਹੇ ਨੀਵੇਂ ਹੁੰਦੇ ਨੇ, ਇੱਕ ਲੌੜ ਘਰੀਏ ਜੱਟ ਹੁੰਦੇ ਆ, ਹੈ ਨਾ। ਤਾਂ ਇਸ ਤਰ੍ਹਾਂ ਹੀ ਜਿਵੇਂ ਉਦੋਂ ਬਾਅਦ ਤੁਸੀਂ ਥੱਲੇ ਚਲੇ ਜਾਓਗੇ, ਰਮਦਾਸੀਆ ਜਿਹਨੂੰ ਚਮਿਆਰ ਕਿਹਾ ਜਾਂਦਾ, ਮਜ਼੍ਹਬੀ ਸਿੱਖ। ਹੁਣ ਜਿਹੜਾ ਸਰਦਾਰ ਹੈ ਉਹਨੂੰ ਲੱਗਦਾ ਹੈ, ਸਰਦਾਰ ਜੱਟ ਨੂੰ ਲੱਗਦਾ ਕਿ ਆਮ ਖੇਤੀ ਕਰਨ ਵਾਲਾ ਜੱਟ ਮੈਥੋਂ ਨੀਵਾਂ ਹੈ। ਉਹਨੂੰ ਲੱਗਦਾ ਕਿ ਮੈਥੋਂ ਇੱਕ ਰਮਦਾਸੀਆ ਨੀਵਾਂ ਹੈ, ਰਮਦਾਸੀਏ ਨੂੰ ਲੱਗਦਾ ਕਿ ਮੈਥੋਂ ਇੱਕ ਮਜ਼੍ਹਬੀ ਨੀਵਾਂ ਹੈ, ਮਜ਼੍ਹਬੀ ਨੂੰ ਲੱਗਦਾ ਕਿ ਮੈਥੋਂ ਇੱਕ ਜਿਹੜਾ ਮਹਿਰਾ ਉਹ ਨੀਵਾਂ ਹੈ, ਮਹਿਰੇ ਨੂੰ ਲੱਗਦਾ ਕਿ ਮੈਥੋਂ ਸਿਗਲੀਗਰ ਨੀਵਾਂ ਹੈ। ਜਾਣੇ ਉਹਨਾਂ 'ਚ ਵੀ ਗਾਹਾਂ ਇਹ ਚੀਜ਼ਾਂ ਹੈਗੀਆਂ ਨੇ, ਜਿਹਦੇ ਕਰਕੇ ਇਹ ਲਗਾਤਾਰ ਉਸ ਹਜ਼ਾਰਾਂ ਸਾਲ ਤੋਂ ਲੈ ਕੇ ਆਪਾਂ ਉਸ ਜਾਤ ਪਾਤ 'ਚ ਉਲਝੇ ਹੋਏ ਹਾਂ, ਅਤੇ ਊਚ ਨੀਚ ਆਪਾਂ ਹਾਲੇ ਵੀ ਉਵੇਂ ਫਸੇ ਹੋਏ ਹਾਂ। ਪਰ ਜੇ ਉਹ ਦੇਖੇ, ਜਿਹੜੀ ਤੁਸੀਂ ਵਰਨਾਂ ਦੀ ਗੱਲ ਕੀਤੀ, ਉਹਦੇ 'ਚ ਬ੍ਰਾਹਮਣ ਸਭ ਤੋਂ ਉੱਤੇ ਰੱਖਿਆ ਜਾਂਦਾ, ਤੇ ਫਿਰ ਇਹ ਅੱਜ ਰੌਲਾ ਪਾ ਰਹੇ ਵੀ ਜੱਟ ਸਾਡੇ ਨਾਲ ਵਿਤਕਰਾ ਕਰ ਰਹੇ, ਫਿਰ ਜੱਟ ਬ੍ਰਾਹਮਣ ਹੋ ਗਿਆ ਜੀ। ਫਿਰ ਨਹੀਂ, ਸੁਣੋ ਨਾ, ਮੈਂ ਦੁਰਦਸ਼ਾ ਦੀ ਗੱਲ ਕਰਦਾ। ਆਹ ਮੇਰੇ ਕੋਲ ਕਿਤਾਬ ਹੈ, ਔਰ ਇਹ ਮੈਂ ਕਹਿੰਦਾ ਹਰ ਬੰਦੇ ਨੂੰ ਪੜ੍ਹਨੀ ਚਾਹੀਦੀ ਹੈ। ਇਹ ਜੀ ਮਨੂ ਸਿਮਰਤੀ ਹੈ, ਜਿਹਨੂੰ ਮਨੂਵਾਦ ਕਿਹਾ ਗਿਆ। ਇਹ ਤਕਰੀਬਨ 2000 ਸਾਲ ਪੁਰਾਣੀ ਇਹ ਕਿਤਾਬ ਹੈ। ਇਹ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਅਸਲ ਪੁਆੜੇ ਦੀ ਜੜ, ਆ ਜਾਤ ਪਾਤ, ਊਚ ਨੀਚ, ਪਖੰਡਵਾਦ ਜੋ ਹੈਗਾ ਉਹ ਸਾਰਾ ਇਹਦੇ ਵਿੱਚ ਹੈ। ਕਾਨੂੰਨ ਬਣਾਏ ਗਏ ਸੀ, ਕਈ ਸਿਮਰਤੀਆਂ ਲਿਖੀਆਂ ਗਈਆਂ, ਇਹ ਮਨੂ ਸਿਮਰਤੀ ਇੱਕ ਇਹਨੂੰ ਮੁੱਖ ਬਣਾ ਲਈ ਗਈ। ਤਾਂ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾ ਕਿ ਜਦੋਂ ਤੁਹਾਨੂੰ ਕਿਤੇ ਮੌਕਾ ਮਿਲੇ ਇਹ ਕਿਤਾਬ ਪੜ੍ਹਨੀ ਚਾਹੀਦੀ ਆ, ਹਰ ਬੰਦੇ ਨੂੰ ਪੜ੍ਹਨੀ ਚਾਹੀਦੀ। ਤੁਹਾਡੇ ਕਵਾੜ ਖੁੱਲ੍ਹ ਜਾਣੇ ਆ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣੀਆਂ ਨੇ। ਤਾਂ ਤੁਸੀਂ ਦੇਖੋਗੇ ਕਿ ਜਦੋਂ ਇਹ ਸਿਮਰਤੀਆਂ ਲਿਖੀਆਂ ਗਈਆਂ, ਇੱਥੇ ਦੁਰਦਸ਼ਾ ਦੀ ਮੈਂ ਗੱਲ ਕਰਦਾ ਕਿ ਦੁਰਦਸ਼ਾ ਕੀ ਸੀ ਇੱਥੇ। ਇੱਥੇ ਹਾਲਾਤ ਇਹ ਸੀ ਥਲੀ, ਇੱਕ ਸ਼ੂਦਰ ਨੂੰ ਉਹਦੇ ਗਲ 'ਚ ਕੁੱਜਾ ਕਿ ਧਰਤੀ 'ਤੇ ਥੁੱਕਣਾ ਤੇਰੇ ਲਈ ਮਨਾ ਹੈ, ਗਲ ਕੁੱਜੇ 'ਚ ਥੁੱਕ, ਮਗਰ ਮੋੜਾ ਕਿ ਤੇਰੇ ਪੈਰਾਂ ਦੇ ਨਿਸ਼ਾਨ ਧਰਤੀ 'ਤੇ ਨਹੀਂ ਹੋਣੇ ਚਾਹੀਦੇ। ਇੱਥੇ ਨੀਵੀਂ ਜਾਤੀ ਦੇ ਲੋਕਾਂ ਨੂੰ, ਸ਼ੂਦਰਾਂ ਨੂੰ ਛਾਤੀਆਂ ਨੰਗੀਆਂ ਕਰਕੇ, ਉਹਨਾਂ ਦੀਆਂ ਜਿਹੜੀਆਂ ਔਰਤਾਂ ਬੀਬੀਆਂ ਸੀਗੀਆਂ ਉਹ ਛਾਤੀਆਂ ਨੰਗੀਆਂ ਕਰਕੇ ਰੱਖਣੀਆਂ ਪੈਂਦੀਆਂ ਸੀ, ਢੱਕ ਨਹੀਂ ਸਕਦੀਆਂ। ਇੱਥੇ ਕੋਈ ਸ਼ੂਦਰ ਜਿਹੜਾ ਸੀਗਾ ਜਾਤੀ ਦਾ ਬੰਦਾ, ਉਹ ਕਿਸੇ ਉੱਚ ਜਾਤੀ ਦੇ ਬੰਦੇ ਦੇ ਅੱਗੇ ਸਾਈਕਲ ਦੇ ਉੱਤੇ ਵੀ ਚੜ੍ਹ ਕੇ ਨਹੀਂ ਸੀ ਲੰਘ ਸਕਦਾ। ਇੱਥੇ ਆਮ ਇੱਕ ਅੱਜ ਵੀ ਆਪਾਂ ਸੁਣਦੇ ਹਾਂ ਕਿ ਗੋਹ ਤੇ ਮਜ਼੍ਹਬੀ ਦੁਪਹਿਰੇ ਨਿਕਲਦੇ ਆ। ਇਹ ਕਹਾਵਤ ਕਿੱਥੋਂ ਤੁਰੀ? ਇਹ ਉਸ ਸਮੇਂ ਦੌਰਾਨ ਇਹ ਸੀ ਵੀ ਤੁਹਾਡਾ ਪਰਛਾਵਾਂ ਸਾਡੇ 'ਤੇ ਪੈਣਾ ਨਹੀਂ ਚਾਹੀਦਾ, ਅਸੀਂ ਭਿੱਟੇ ਜਾਵਾਂਗੇ ਤੁਹਾਡੇ 'ਤੇ, ਤੁਹਾਡਾ ਪਰਛਾਵਾਂ ਸਾਡੇ 'ਤੇ ਪੈ ਗਿਆ। ਢੋਰ ਗਵਾਰ ਸ਼ੂਦਰ ਨਾਰੀ ਇਹ ਚਾਰੇ ਤਾੜਨ ਦੇ ਅਧਿਕਾਰੀ। ਹਾਂ, ਇਹ ਸੀ ਕਿ 12 ਤੋਂ 3 ਤੱਕ ਪਰਛਾਵਾਂ ਪੈਰਾਂ 'ਤੇ ਪੈਂਦਾ, ਢਲਦਾ ਨਹੀਂ। ਤੁਸੀਂ 12 ਵਜੇ ਘਰੋਂ ਨਿਕਲੋ ਅਤੇ 3 ਵਜੇ ਆਪਣੇ ਵਾਪਸ ਘਰੇ ਆ ਜਾਓ। ਤੁਹਾਨੂੰ ਗਲਾਂ 'ਚ ਟੱਲੀਆਂ ਬੰਨੀਆਂ ਹੁੰਦੀਆਂ ਸੀ। ਸ਼ੂਦਰਾਂ ਦੇ ਹਾਲਾਤ ਇਹੋ ਜਿਹੇ ਸੀ, ਉੱਚ ਜਾਤੀ ਦੇ ਬੰਦੇ ਜਿਹੜੇ ਸੀਗੇ ਉਹ ਕਹਿੰਦੇ ਲਿਆ ਬਈ ਤੂੰ ਆਪਣਾ ਮੂੰਹ ਕਰ ਤੇ ਮੈਂ ਤੇਰੇ ਮੂੰਹ 'ਚ ਥੁੱਕਾਂ, ਜੇ ਧਰਤੀ 'ਤੇ ਥੁੱਕਾਂਗੇ ਧਰਤੀ ਗੰਦੀ ਹੋ ਜੂ। ਹਾਲਾਤ ਦੇਖ ਕਿੰਨੀ ਦੁਰਦਸ਼ਾ ਮਾੜੀ ਸੀ, ਔਰ ਅੱਜ ਵੀ ਇਹ ਲਿਖਿਆ ਹੋਇਆ ਇਹਨਾਂ 'ਚ। ਅਤੇ ਇਹ ਜਿਹੜੇ ਹਾਲਾਤ ਸੀ, ਇਹਨਾਂ ਹਾਲਾਤਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਕੀ ਅੱਜ ਹਾਲਾਤ ਬਦਲ ਗਏ? ਹਾਲਾਤ ਅੱਜ ਵੀ ਜਿਉਂਦੇ ਤਿਉਂ ਆ। ਅੱਜ
ਦੇਖੋ ਜਿਹੜੀ ਪੰਜਾਬ ਦੀ ਗੱਲ ਹੈ, ਮੈਂ ਮੰਨਦਾ ਇੱਥੇ ਵੀ ਵਿਤਕਰਾ ਹੈਗਾ, ਊਚ ਨੀਚ ਦੀ ਗੱਲ, ਜਾਤ ਪਾਤ ਦੇ ਬਖਰੇਵੇਂ ਦੀ ਗੱਲ ਹੁੰਦੀ ਆ, ਪਰ ਜਿਹੜੇ ਹਿਸਾਬ ਦੇ ਨਾਲ ਇਸ ਮੁਲਕ ਦੇ ਅੰਦਰ ਦੂਜਿਆਂ ਸੂਬਿਆਂ ਦੇ ਵਿੱਚ ਹੁੰਦੀ ਆ, ਉਹਨਾਂ ਪੰਜਾਬ 'ਚ ਨਹੀਂ ਆ। ਉਹਦਾ ਇੱਕ ਕਾਰਨ ਆ ਥਲੀ, ਉਹਦਾ ਇੱਕ ਕਾਰਨ ਇਹ ਆ ਭਰਾ ਮੇਰਿਆ ਕਿ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ। ਮੇਰੇ ਕੋਲ ਇੱਕ ਜਿਹੜੀ ਕ੍ਰਾਈਮ ਰੇਟ ਦੀ ਰਿਪੋਰਟ ਹੈ ਕਿ ਜਿਹੜਾ ਕ੍ਰਾਈਮ ਅਗੇਂਸਟ ਸ਼ਡਿਊਲ ਕਾਸਟ, ਇਹ ਪੂਰੇ ਦੇਸ਼ ਦੀ ਇੱਕ ਮੇਰੇ ਕੋਲ ਰਿਪੋਰਟ ਹੈ, ਇਹ ਦਿਖਾ ਦੇ ਕੈਮਰੇ ਦੇ ਵਿੱਚ। ਤਾਂ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਨੀਵੀਂ ਜਾਤੀਆਂ ਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਇੱਥੇ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਉਹ ਅੱਜ ਵੀ ਉਵੇਂ ਹੋ ਰਿਹਾ। ਤੇ ਹੋ ਕਿੱਥੇ ਰਿਹਾ? ਹੁਣੇ ਆਪਾਂ ਗੱਲ ਕਰਾਂਗੇ, ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ 'ਚ ਹੋ ਰਿਹਾ। ਇੱਥੇ ਇਹ ਪਿਛਲੇ ਸਾਲ ਦੀ ਰਿਪੋਰਟ ਹੈ, 11,829 ਕੇਸ ਇੱਥੇ ਹੋਏ ਹੈ। ਅੱਛਾ। ਤੇ ਦੂਜੇ ਨੰਬਰ 'ਤੇ ਆਉਂਦਾ ਰਾਜਸਥਾਨ, ਫਿਰ ਮੱਧ ਪ੍ਰਦੇਸ਼, ਫਿਰ ਬਿਹਾਰ, ਫਿਰ ਗੁਜਰਾਤ, ਫਿਰ ਤੇਲੰਗਾਨਾ, ਫਿਰ ਕੇਰਲਾ, ਫਿਰ ਉੜੀਸਾ, ਫਿਰ ਆਂਧਰਾ ਪ੍ਰਦੇਸ਼, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਕਰਨਾਟਕਾ, ਹਿਮਾਚਲ, ਛੱਤੀਸਗੜ੍ਹ, ਤਾਮਿਲਨਾਡੂ, ਉੱਤਰਾਖੰਡ, ਦਿੱਲੀ, ਫਿਰ ਆਉਂਦਾ ਪੰਜਾਬ। ਤੇ ਪੰਜਾਬ ਤੋਂ ਥੱਲੇ 3 ਸੂਬੇ ਆ, ਅਸਾਮ, ਬੰਗਾਲ ਤੇ ਜੰਮੂ ਕਸ਼ਮੀਰ, ਜਿੱਥੇ ਜਾਤ ਪਾਤ ਦੇ ਨਾਂ ਤੇ ਵਿਤਕਰਾ ਪੰਜਾਬ ਨੂੰ ਘੱਟ ਹੁੰਦਾ, ਬਾਕੀ ਪੰਜਾਬ ਨੂੰ ਸਾਰੇ ਕਿਤੇ ਵੱਧ ਹੁੰਦਾ ਹੈ। ਹੁਣ ਤੁਸੀਂ ਦੇਖੋ, ਇਸ ਮੁਲਕ ਦੇ ਅੰਦਰ ਸਭ ਤੋਂ ਉੱਚੀ ਪਦਵੀ ਤੇ ਬੈਠਾ ਕੌਣ ਹੈ? ਰਾਸ਼ਟਰਪਤੀ। ਕੋਵਿੰਦ ਰਾਸ਼ਟਰਪਤੀ ਹੋਇਆ ਇੱਕ ਐਸੀ ਭਾਈਚਾਰੇ 'ਚੋਂ, ਉਹਨੂੰ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ। ਜੇ ਕੋਈ ਇਸ ਤਰ੍ਹਾਂ ਦਾ ਬੰਦਾ ਜਿਹੜਾ ਨੀਵੀਂ ਜਾਤੀ ਦੇ ਵਿੱਚੋਂ, ਸ਼ੂਦਰ ਵਰਨ ਦੇ ਵਿੱਚੋਂ ਕੋਈ ਬੰਦਾ ਕਿਸੇ ਮੰਦਰ ਚਲਿਆ ਜਾਂਦਾ, ਤਾਂ ਮੰਦਰ ਨੂੰ ਧੋਤਾ ਜਾਂਦਾ ਕਿ ਜੇ ਤਾਂ ਪਿੱਟਿਆ ਗਿਆ ਮੰਦਰ। ਨਵੀਂ ਗੱਲ ਦੇਖੋ, ਆਪਣੀ ਜਿਹੜੀ ਹੁਣ ਰਾਸ਼ਟਰਪਤੀ ਬਣੀ ਹੈ ਭਾਰਤ ਦੀ, ਉਹ ਕੀ ਨਾਮ, ਮੁਰਮੂ ਦ੍ਰੋਪਦੀ, ਉਹਦਾ ਸ਼ੁੱਧੀਕਰਨ ਕੀਤਾ ਜਾਂਦਾ। ਵੀ ਹਾਲਾਤ ਦੇਖੋ, ਹਾਲਾਤ ਬਦਲੇ ਨਹੀਂ ਥਲੀ। ਜੋ ਅੱਜ ਤੋਂ 5000 ਸਾਲ ਪਹਿਲਾਂ, 4000 ਸਾਲ ਪਹਿਲਾਂ, 2000 ਸਾਲ ਪਹਿਲਾਂ, ਅੱਜ ਤੋਂ 1000 ਸਾਲ ਪਹਿਲਾਂ ਇੱਥੇ ਹਾਲਾਤ ਸੀ, ਅੱਜ ਵੀ ਉਹੀ ਨੇ। ਅੱਜ ਵੀ ਉਵੇਂ ਹੀ ਵਰਤਾਰਾ ਜਿਹੜਾ ਉਹ ਚੱਲ ਰਿਹਾ। ਤੁਸੀਂ ਦੇਖੋਗੇ ਬਹੁਤੇ ਸੂਬਿਆਂ 'ਚ, ਯੂਪੀ, ਉੜੀਸਾ, ਆਂਧਰਾ ਦੇ ਵਿੱਚ ਇੱਕ ਸ਼ੂਦਰ ਵਰਨ ਦਾ ਬੰਦਾ ਵਿਆਹ ਵੇਲੇ ਘੋੜੀ ਨਹੀਂ ਚੜ੍ਹ ਸਕਦਾ, ਘੋੜੀ 'ਤੇ ਬਰਾਤ ਨਹੀਂ ਲਿਜਾ ਸਕਦਾ, ਮੁੱਛ ਨਹੀਂ ਰੱਖ ਸਕਦਾ, ਉਹਨੂੰ ਮੁੱਛ ਰੱਖਣ ਦੀ ਮਨਾਹੀ ਹੈ। ਮੈਂ ਤੁਹਾਨੂੰ ਪਰ ਹਾਲਾਤ ਬਾਈ ਬਦਲਦੇ ਵੀ ਕਿਵੇਂ? ਕਿਉਂਕਿ ਜਿਨ੍ਹਾਂ ਦੇ ਧਰਮ ਇਹ ਚੀਜ਼ਾਂ ਨੂੰ ਦਿੰਦਾ ਹੈ ਅਨੁਮਤੀ, ਔਰ ਜਿਨ੍ਹਾਂ ਦਾ ਧਰਮ ਇਹ ਕਹਿੰਦਾ ਵੀ ਹਾਂਜੀ ਵੀ ਇੱਕ ਦਲਿਤ ਬੰਦਾ ਜਿਹੜਾ ਹੈਗਾ ਏ, ਉਹ ਚਾਹੇ PhD ਕਰ ਲੇ, ਉਹ ਜੱਜ ਨਹੀਂ ਬਣ ਸਕਦਾ, ਅਨਪੜ੍ਹ ਬ੍ਰਾਹਮਣ ਵੀ ਬਣ ਸਕਦਾ, ਉਹਨਾਂ ਦੇ ਹੱਥ ਤਾਂ ਦੇਸ਼ ਆ। ਫਿਰ ਹਾਲਾਤ ਕਿਵੇਂ ਬਦਲੂਗੇ? ਤੁਹਾਨੂੰ ਮੈਂ ਦਿਖਾਉਣਾ ਇੱਕ, ਆਹ ਦੇਖੋ ਨਾ, ਆਹ ਤੁਸੀਂ ਸੁਣਾ ਦਿਓ ਕਿ ਇਹ ਤਾਜ਼ਾ ਘਟਨਾ, ਯੂਪੀ ਦੀ ਘਟਨਾ ਹੈ। ਕਿ ਜਿਹੜੇ ਨੂੰ ਲੱਗਦਾ ਕਿ ਯਾਰ ਨਹੀਂ ਇਹ ਤਾਂ ਉਵੇਂ ਬੈਠੇ ਇੱਥੇ ਗੱਲਾਂ ਕਰੀ ਜਾਂਦੇ, ਉਹ ਤੁਹਾਨੂੰ ਆਪਾਂ ਇੱਕ सबूत दिन्ने वाले। यूपी के कासगंज में संजय नाम के एक दलित शख्स की शादी शीतल से तय हुई। बारात सवर्णों के मोहल्ले से गुजरना तय हुई, लेकिन मोहल्ले वालों ने इस पर आपत्ति जता दी और इस आपत्ति पर पुलिस ने भी अपनी मोहर लगा दी। पुलिस का मानना था कि एक दलित की बारात सवर्णों के इलाके से ना गुजरे वही अच्छा है, क्योंकि ਤੁਸੀਂ ਇਹ ਦੇਖੋ ਕਿ ਅੱਜ ਦੇ ਹਾਲਾਤ ਕਿਹੜਾ ਬਦਲ ਗਏ। ਅੱਜ ਵੀ ਹਾਲਾਤ ਤਾਂ ਉਵੇਂ ਨੇ ਔਰ ਵਾਪਰ ਰਹੇ ਨੇ, ਪਰ ਉਹਦੇ ਮੁਕਾਬਲੇ ਜੇ ਪੰਜਾਬ ਦੀ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਦੇ ਵਿੱਚ ਇਹ ਘੱਟ ਹੈ। ਕਿਉਂ ਘੱਟ ਹੈ? ਕਿਉਂਕਿ ਇੱਥੇ ਸਾਡੇ ਗੁਰੂ ਸਾਹਿਬਾਨਾਂ ਦਾ ਆਉਣਾ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਗੁਰਬਾਣੀ ਦਾ ਰਚਣਾ ਤੇ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਇਸ ਜਾਤ ਪਾਤ ਤੇ ਊਚ ਨੀਚ ਦਾ ਖੰਡਨ ਕਰਨਾ ਤੇ ਲੋਕਾਂ ਨੂੰ ਇੱਕ ਕਰਨਾ, ਇਹਦਾ ਬੜਾ ਵੱਡਾ ਅਸਰ ਪੰਜਾਬ ਤੇ ਰਿਹਾ। ਕਿਉਂਕਿ ਇਹ ਪੀਰਾਂ ਦੀ, ਫਕੀਰਾਂ ਦੀ, ਗੁਰੂਆਂ ਦੀ, ਰਹਿਬਰਾਂ ਦੀ ਧਰਤੀ। ਇਹ ਕਿਵੇਂ ਕਹਿ ਸਕਦੇ? ਕਿਉਂਕਿ ਬਾਈ ਜਿਹੜਾ ਗੱਲ ਤੁਸੀਂ ਕਹੀ ਹੈ ਵੀ ਗੁਰੂਆਂ ਦਾ ਅਸਰ ਹੈਗਾ, ਤੇ ਜੇਕਰ ਹੋਰ ਧਰਮਾਂ ਦੇ ਲੋਕ ਪੰਜਾਬ ਦੇ ਵਿੱਚ ਦੋਸ਼ੀ ਹੁੰਦੇ ਤਾਂ ਕਹਿੰਦੇ ਸਾਡੇ ਹੀ ਗੁਰੂ ਘਰ ਵੀ 5-5 ਹੈਗੇ ਆ,
ਸਾਡੇ ਉੱਥੇ ਵੀ ਤਾਂ ਦੇਖੋ ਜੀ। ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਹਨਾਂ ਦਾ ਹੁੰਦਾ ਹੈ ਤੇ ਉਦੋਂ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਸੀ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਕਹਿੰਦੇ ਆ, ਆਉਣ ਸਾਰ ਹੀ ਇੱਕ ਜਿਹੜਾ ਜਦੋਂ ਇਹ ਸਾਰਾ ਵਰਤਾਰਾ ਦੇਖਦੇ ਵੀ ਇੱਥੇ ਆਹ ਹਾਲਾਤ ਨੇ ਸ਼ੂਦਰਾਂ ਦੇ, ਅਤੇ ਇੱਥੇ ਆਹ ਜਿਹੜੀ ਵਰਨ ਵੰਡ ਆ, ਜਾਤਾਂ 'ਚ ਵੰਡੇ ਹੋਏ ਲੋਕ ਨੇ, ਅਤੇ ਵਿਤਕਰੇ ਹੋ ਰਹੇ ਨੇ, ਧੱਕੇ ਹੋ ਰਹੇ ਨੇ ਲੋਕਾਂ ਦੇ ਨਾਲ, ਤਾਂ ਉੱਚੇ ਹੀ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਕਿ ਮੈਂ ਜਿਹੜੇ ਸਭ ਤੋਂ ਨੀਵੇਂ ਨੇ ਉਹ ਕਿਹੜੇ, ਉਹ ਭੀਲ ਹੋ ਗਏ, ਕੋਈ ਉਹ ਜਿਹਨੂੰ ਇਹ ਕੋਈ ਲੀਰਾਂ ਚੱਕਣ ਵਾਲੇ ਹੋ ਗਏ, ਕੋਈ ਗੱਦੜ ਕੁੱਟ ਹੋ ਗਏ, ਕੋਈ ਸੈਂਸੀ, ਕੋਈ ਗਧੀਲੇ ਹੋ ਗਏ, ਜਿਹੜੇ ਸਭ ਤੋਂ ਨੀਵੇਂ ਨੇ, ਮੈਂ ਉਹਨਾਂ ਨਾਲ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਵੀ ਵੱਡਿਆਂ ਦੀ ਸਾਨੂੰ ਕੋਈ ਰੀਸ ਨਹੀਂ, ਅਸੀਂ ਵੱਡਿਆਂ ਨਾਲ ਨਹੀਂ, ਅਸੀਂ ਉਹਨਾਂ ਨਾਲ ਆ ਜਿਹੜੇ ਜਮਾਂ ਇੱਥੇ ਲਤਾੜੇ ਦੱਬੇ ਤੇ ਕੁਚਲੇ ਲੋਕ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਉਹ ਗੱਲ। ਤਾਂ ਉੱਥੋਂ ਜਦੋਂ ਆ ਕੇ ਗੁਰੂ ਨਾਨਕ ਦੇਵ ਜੀ ਨੇ ਇਹ ਪ੍ਰਵਚਨ ਜਿਹੜੇ ਦੇਣੇ ਸ਼ੁਰੂ ਕੀਤੇ ਤਾਂ ਉਹਨਾਂ ਦਾ ਵਿਰੋਧ ਵੀ ਬੜਾ ਹੋਇਆ। ਹੁਣ ਬ੍ਰਾਹਮਣ ਇਹ ਕਦੋਂ ਚਾਹੁੰਦਾ ਕਿ ਮੈਂ ਕੋਈ ਮੇਰੇ ਤੇ ਇਸ ਤਰ੍ਹਾਂ ਮੇਰੀਆਂ ਗੱਲਾਂ ਨੂੰ ਆ ਕੇ ਕਾਟ ਕਰੋ, ਜਿਹੜਾ ਹਜ਼ਾਰਾਂ ਸਾਲ ਤੋਂ ਇੱਥੇ ਕਾਬਜ਼ ਹੈ, ਰਾਜ ਕਰ ਰਿਹਾ, ਲੋਕਾਂ ਨੂੰ ਪਾੜ ਕੇ ਜਾਤਾਂ ਪਾਤਾਂ ਦੇ ਵਿੱਚ, ਊਚ ਨੀਚ ਦੇ ਵਿੱਚ, ਤਾਂ ਉਹ ਬੰਦੇ ਨੂੰ ਬਰਦਾਸ਼ਤ ਨਹੀਂ ਹੋਇਆ। ਤਾਂ ਉਹਨਾਂ ਨੇ ਉਦੋਂ ਗੁਰੂ ਨਾਨਕ ਦੇਵ ਜੀ ਬਾਰੇ ਵੀ ਬੜਾ ਕੁਛ, ਕੋਈ ਬੇਤਾਲਾ ਕਿਹਾ, ਕੋਈ ਕਰਾਈਆ ਕਿਹਾ, ਕੋਈ ਭੂਤਨਾ ਕਿਹਾ, ਬੜਾ ਕੁਛ ਕਿਹਾ ਗਿਆ ਉਹਨਾਂ ਬਾਰੇ ਵੀ। ਤਾਂ ਉੱਥੋਂ ਤੁਸੀਂ ਇਹ ਦੇਖੋ ਕਿ ਫਿਰ ਸਮੇਂ-ਸਮੇਂ 'ਤੇ ਗੁਰੂ ਨਾਨਕ ਦੇਵ ਜੀ ਨੇ ਐਸੀਆਂ ਝੋਟਾਂ ਕੀਤੀਆਂ, ਮੈਂ ਕਹਿੰਦਾ ਵੱਖੀਆਂ ਦੇੜ ਕੇ ਰੱਖਤੀਆਂ, ਪਰਖ ਚੜ੍ਹਾ ਤੇ ਇਹਨਾਂ ਦੇ ਪਖੰਡਵਾਦ ਦੇ, ਊਚ ਨੀਚ ਦੇ। ਜਿੰਨਾ ਸਮਾਂ ਉਹ ਤਕਰੀਬਨ 1469 ਤੋਂ ਲੈ ਕੇ 1708 ਤੱਕ ਦਾ ਸਮਾਂ ਜਿਹੜਾ ਰਿਹਾ, ਗੁਰੂ ਕਾਲ ਜਿਹੜਾ ਉਹ ਸਮਾਂ ਰਿਹਾ, ਉਹਦੇ ਵਿੱਚ ਗੁਰਮਤ ਦੇ ਨਾਲ ਕਿਵੇਂ ਇਹਨਾਂ ਦੀਆਂ ਧੱਜੀਆਂ ਉਡਾਤੀਆਂ। ਸਭ ਤੋਂ ਵੱਧ ਜੇ ਕੋਈ ਚੋਟ ਕਰਨ ਵਾਲੀ ਚੀਜ਼ ਆ, ਮੈਂ ਸਮਝਦਾ ਇਸ ਪਖੰਡਵਾਦ ਦੇ ਉੱਤੇ, ਤਾਂ ਉਹ ਗੁਰਬਾਣੀ ਕਰਦੀ ਹੈ। 2005 ਦੀ ਰਿਪੋਰਟ ਹੈ UNO ਦੀ ਕਿ ਅਮਨ ਤੇ ਸ਼ਾਂਤੀ ਲਈ ਜੇ ਕੋਈ ਸਿਧਾਂਤ ਇੱਥੇ ਟਿਕ ਸਕਦਾ ਹੈ ਜਾਂ ਦੁਨੀਆ ਦੇ ਵਿੱਚ ਕੋਈ ਲੋਕਾਂ ਨੂੰ ਅਮਨ ਤੇ ਸ਼ਾਂਤੀ ਦੇ ਰਾਹ ਕੋਈ ਤੋਰ ਸਕਦਾ ਹੈ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ। ਇਹ UN ਦੀ ਰਿਪੋਰਟ ਹੈ। ਇੱਕ ਇਹਨਾਂ ਦਾ ਬਹੁਤ ਵੱਡਾ ਲਿਖਾਰੀ ਹੋਇਆ ਅੰਗਰੇਜ਼, ਟੈਨਵੀ ਉਹਦਾ ਨਾਂ, ਉਹ ਲਿਖਦਾ, ਕਹਿੰਦਾ ਗੁਰੂ ਗ੍ਰੰਥ ਸਾਹਿਬ ਉਹ ਫਲਸਫਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਹੀ ਰਾਹ 'ਤੇ ਤੋਰੂਗਾ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਲੋਕ ਹੋਰ ਪਾਸੇ ਭੱਜੇ ਫਿਰਦੇ ਆ। ਉਹ ਗੱਲ ਆ ਨਾ ਕਿ ਅਸੀਂ ਪੂਰਬ ਵੱਲ ਦੇਖ ਰਹੇ ਹਾਂ ਨਾ, ਅਸੀਂ ਪੱਛਮ ਵੱਲ ਦੇਖ ਰਹੇ ਹਾਂ, ਅਤੇ ਪੱਛਮ ਪੂਰਬ ਵੱਲ ਮੁੜ ਰਿਹਾ, ਉਹ ਸਾਡੇ ਵੱਲ ਦੇਖ ਰਹੇ ਹੈ। ਅਸੀਂ ਉਹਨਾਂ ਦੇ ਮਗਰ ਲੱਗ ਕੇ ਕੋਈ ਕਿੱਧਰ ਨੂੰ ਹੋ ਤੁਰਿਆ, ਕਿਸੇ ਲਾਲਚ ਵੱਸ ਆ ਕੇ, ਕਿਸੇ ਪਖੰਡ 'ਚ ਆ ਕੇ, ਅਤੇ ਅਸੀਂ ਉਹ ਸਾਡੇ ਵੱਲ ਦੇਖੀ ਜਾਂਦੇ। ਉਹਨਾਂ ਦੇ ਬੰਦੇ ਇਹ ਗੱਲਾਂ ਕਹਿ ਰਹੇ ਨੇ ਕਿ ਸਾਨੂੰ ਸੇਧ ਹੀ ਇੱਥੋਂ ਮਿਲਣੀ ਹੈ, ਜਿਹਨੂੰ ਛੱਡ ਕੇ ਅਸੀਂ ਭੱਜ ਰਹੇ ਹਾਂ। ਗੁਰਬਾਣੀ ਕਿੱਥੇ ਕਿੱਥੇ ਨੇ ਸਾਨੂੰ ਸਮਝਾਉਂਦੀ, ਅਤੇ ਅਸੀਂ ਅੱਜ ਵੀ ਉੱਥੇ ਫਸੇ ਹੋਏ ਹਾਂ। ਜਾਣੋ ਜਾਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਕਿੱਥੇ ਕਿੱਥੇ ਮਤਲਬ ਕਿ ਅੱਗੇ ਆਪਣਾ ਆਉਂਦਾ, ਤੁਸੀਂ ਦੇਖੋ ਜਦੋਂ ਬ੍ਰਾਹਮਣ ਨੇ ਭਗਤ ਕਬੀਰ ਨੂੰ ਕਿਹਾ ਕਿ ਤੂੰ ਇੱਕ ਜਲਾਹੇ ਦਾ ਮੁੰਡਾ ਹੈ, ਤੂੰ ਇੱਕ ਨੀਵੀਂ ਜਾਤ 'ਚੋਂ ਹੈ, ਤਾਂ ਫਿਰ ਉੱਥੇ ਉਹ ਭਗਤ ਕਬੀਰ ਜੀ ਉਹਨੂੰ ਕੀ ਜਵਾਬ ਦਿੰਦੇ ਨੇ, ਤਾਂ ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਹੇ ਨਹੀਂ ਆਇਆ। ਵੀ ਫਿਰ ਜੇ ਤੂੰ ਉੱਚਾ ਹੈ, ਤੂੰ ਸ੍ਰੇਸ਼ਟ ਹੈ, ਫਿਰ ਤੂੰ ਹੋਰ ਜਗ੍ਹਾ ਕਿਉਂ ਨਹੀਂ ਹੈ, ਜਿੱਥੋਂ ਤੂੰ ਆਇਆ ਉੱਥੋਂ ਮੈਂ ਆ। ਅੱਗੇ ਉਹ ਕਹਿੰਦੇ ਨੇ, ਤੁਮ ਕਤ ਬਾਹਮਣ ਹਮ ਕਤ ਸੂਦ, ਹਮ ਕਤ ਲੈ ਹੋ ਤੁਮ ਕਤ ਦੂਧ, ਵੀ ਕੀ ਤੇਰੇ 'ਚ ਦੁੱਧ ਹੈ, ਸਾਡੇ 'ਚ ਖੂਨ ਆ, ਲਹੂ ਹੈ। ਜਾਣੇ ਕਿੱਥੇ ਕਿੱਥੇ ਨਹੀਂ ਗੁਰਬਾਣੀ ਨੇ ਚੋਟਾਂ ਮਾਰੀਆਂ, ਇਹਨਾਂ ਦੇ ਚਪੇੜਾਂ ਮਾਰੀਆਂ ਧੋਤ ਮੂੰਹ ਦੇ ਉੱਤੇ। ਇਸੇ ਕਰਕੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ
ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਗੁਰਬਾਣੀ ਨੂੰ ਲੋਕਾਂ ਦੇ ਦਿਲਾਂ ਦੇ ਵਿੱਚੋਂ, ਲੋਕਾਂ ਦੇ ਘਰਾਂ ਦੇ ਵਿੱਚੋਂ ਬਾਹਰ ਕੀਤਾ ਜਾਵੇ। ਇਸ ਸਿਧਾਂਤ ਨੂੰ, ਇਸ ਫਲਸਫੇ ਨੂੰ, ਇਸ ਵਿਚਾਰਧਾਰਾ ਨੂੰ ਮਾਰਿਆ ਜਾਵੇ। ਪਰ ਆਪਾਂ ਕਰ ਰਹੇ ਹਾਂ। ਆਪਾਂ ਉਸ ਬ੍ਰਾਹਮਣੀ ਜਾਲ 'ਚ ਫਸ ਕੇ ਸਾਰਾ ਕੁਝ ਕਰ ਰਹੇ ਹਾਂ। ਆਪਾਂ ਵੀ ਅੱਜ ਦੇਖੋ, ਤੁਸੀਂ ਹਾਲਾਤ ਇਹ ਹੋਏ ਖੜੇ ਆ ਕਿ ਤੁਸੀਂ ਇੱਕ ਗੱਲ ਦੇਖੋ, ਜਿਹੜੀ ਆਪਾਂ ਵਿਤਕਰੇ ਦੀ ਗੱਲ ਕੀਤੀ, ਮੈਂ ਕਦੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਥਲੀ ਕਿ ਇੱਥੇ ਵਿਤਕਰਾ ਹੋਇਆ ਨਹੀਂ ਪੰਜਾਬ ਦੇ ਅੰਦਰ ਜਾਂ ਹੋ ਨਹੀਂ ਰਿਹਾ। ਪਰ ਜਿਸ ਤਰੀਕੇ ਨਾਲ ਵਾਰਿਆ ਜਾ ਰਿਹਾ, ਜਾਂ ਜਿਹੜੇ ਲੋਕਾਂ ਨੇ ਲੜਨਾ ਇਕੱਠੇ ਹੋ ਕੇ, ਸਾਰੇ ਸ਼ੂਦਰਾਂ ਨੇ ਲੜਨਾ ਇਕੱਠੇ ਹੋ ਕੇ, ਉਹਨਾਂ ਸ਼ੂਦਰਾਂ ਨੂੰ ਪਾੜਨ ਦੇ ਉੱਤੇ ਕਈ ਲੋਕਾਂ ਦਾ ਜ਼ੋਰ ਲੱਗਿਆ ਹੋਇਆ। ਜਿਹੜੀ ਸੋਚ RSS ਦੀ ਹੈ, ਜਿਹੜੀ ਸੋਚ, ਜਿਹੜੀ ਵਿਚਾਰਧਾਰਾ ਨੂੰ ਲੈ ਕੇ ਉਹ ਲੋਕਾਂ ਨੂੰ ਪਾੜ ਕੇ ਰਾਜ ਕਰਨਾ ਚਾਹੁੰਦੇ ਨੇ, ਉਸ ਤਰੀਕੇ ਦੇ ਨਾਲ ਕੁਝ ਬੰਦੇ ਉਹਨਾਂ ਦਾ ਹੱਥ ਠੋਕਾ ਬਣ ਕੇ ਉਹਨਾਂ ਦੇ ਏਜੰਡੇ 'ਤੇ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਇੱਥੇ ਦਫਾੜ ਕਰ ਰਹੇ ਨੇ। ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਹਾਲਾਤ ਇਸ ਮੁਲਕ ਦੇ ਅੰਦਰ ਹੋ ਰਹੇ ਨੇ, ਪੂਰੇ ਮੁਲਕ ਦੇ ਅੰਦਰ, ਰਾਸ਼ਟਰਪਤੀ ਨੂੰ ਮੰਦਰ 'ਚ ਨਾ ਵੜਨ ਦੇਣਾ, ਇੱਕ ਰਾਸ਼ਟਰਪਤੀ ਦਾ ਸ਼ੁੱਧੀਕਰਨ ਕਰਨਾ, ਇੱਕ ਸ਼ੂਦਰਾਂ ਨੂੰ ਘੋੜੀ ਨਾ ਚੜ੍ਹਨ ਦੇਣਾ, ਇੱਕ ਬੱਚਾ ਰਾਜਸਥਾਨ ਦੇ ਵਿੱਚ ਕੁੱਟ ਕੇ ਇਸ ਕਰਕੇ ਮਾਰਤਾ ਕਿ ਉਹਨੇ ਇੱਕ ਮਾਸਟਰ ਦੇ ਤੌੜੇ 'ਚੋਂ ਪਾਣੀ ਪੀ ਲਿਆ। ਕੀ ਪੰਜਾਬ ਦੇ ਵਿੱਚ, ਮੈਂ ਮੰਨਦਾ ਘਟਨਾਵਾਂ ਹੈਗੀਆਂ ਨੇ, ਮੈਂ ਮੰਨਦਾ ਵਿਤਕਰਾ ਹੈਗਾ, ਪਰ ਪੰਜਾਬ 'ਚ ਉਨਾ ਨਹੀਂ ਹੈਗਾ ਜਿੰਨਾ ਉਹਨਾਂ ਸੂਬਿਆਂ ਦੇ ਅੰਦਰ ਹੋ ਰਿਹਾ। ਪਰ ਜਿੰਨਾ ਹੈਗਾ ਉਹਦੇ 'ਤੇ ਤਾਂ ਕਰਦੇ ਚੋਟ। ਮੈਂ ਉਹੀ ਗੱਲ ਕਹਿਣਾ ਨਾ ਕਿ ਦੇਖੋ, ਇਹ ਜਿਹੜੇ ਬੰਦੇ ਨੇ ਹੁਣ ਇੱਥੇ, ਉਹ ਕਦੇ ਨਹੀਂ ਚਾਹਣਗੇ ਕਿ ਜਿਹੜਾ ਵੀ ਇੱਥੇ ਏਜੰਡਾ ਉਹ ਲੈ ਕੇ ਤੁਰੇ ਨੇ, ਉਹ ਮਿਸ਼ਨ ਕਹਿੰਦੇ ਆ ਕਿ ਸਾਡਾ ਮਿਸ਼ਨ ਆ 5000 ਸਾਲ ਤੋਂ ਚੱਲਿਆ ਹੋਇਆ, ਅਸੀਂ ਉਸ ਮਿਸ਼ਨ 'ਚ ਕਾਮਯਾਬ ਹੋ ਰਹੇ ਹਾਂ ਦਿਨੋਂ ਦਿਨ। ਉਹ ਮਿਸ਼ਨ ਦੇ ਵਿੱਚ ਉਹਨਾਂ ਦੇ ਪਖੰਡਵਾਦ, ਉਹਨਾਂ ਦੀ ਊਚ ਨੀਚ ਵਾਲੇ ਫੈਲਾਏ ਹੋਏ ਭਰਮ ਭੁਲੇਖਿਆਂ ਦੇ ਵਿੱਚ, ਜਾਤਾਂ ਪਾਤਾਂ ਦੇ ਲੋਕਾਂ ਨੂੰ ਉਲਝਾਇਆ ਹੋਇਆ ਉਹਨਾਂ ਨੇ, ਉਹਦੇ ਉੱਤੇ ਚੋਟ ਕੌਣ ਕਰੂਗਾ? ਉਹਦੇ 'ਤੇ ਚੋਟ ਗੁਰਬਾਣੀ ਕਰੂਗੀ, ਉਹਨੂੰ ਰੋਕੂਗੀ ਗੁਰਬਾਣੀ, ਉਹਨੂੰ ਰੋਕਣਗੇ ਸਿੱਖ। ਤੇ ਉਹਨਾਂ ਸਿੱਖਾਂ ਨੂੰ ਅੱਜ ਪਾੜਨ ਦਾ ਜੇ ਕੋਈ ਕੰਮ ਕਰ ਰਿਹਾ, ਜਿਹੜੇ ਬੰਦੇ ਕਰ ਰਹੇ ਉਹਨਾਂ ਦੇ ਹੱਥ ਠੋਕੇ ਬਣ ਕੇ, ਇਹ ਸਮਝ ਲਓ ਕਿ ਉਹ RSS ਦੇ ਬੰਦੇ ਆ। ਜਿਹੜਾ ਬੰਦਾ ਕਿਸੇ ਵੀ ਜਾਤ ਦੀ ਵਡਿਆਈ ਕਰਦਾ ਜਾਂ ਕਿਸੇ ਵੀ ਜਾਤ ਦੀ ਬੁਰਾਈ ਕਰਦਾ, ਉਹ ਸਮਝ ਲਓ ਉਹਨਾਂ ਦਾ ਬੰਦਾ ਹੈ। ਉਹ ਬੰਦਾ ਸਿੱਖ ਨਹੀਂ ਹੋ ਸਕਦਾ। ਉਹ ਕੋਈ ਵੀ ਹੈ, ਚਾਹੇ ਉਹ ਕਿਸੇ ਜਾਤ ਦੀ ਵਡਿਆਈ, ਉਹਦੀ ਪ੍ਰਸ਼ੰਸਾ ਕਰ ਰਿਹਾ, ਉਹ ਵੀ ਜਾਤ ਪਾਤ। ਇਹ ਕਿਵੇਂ ਕਹਿ ਸਕਦੇ ਹੋ ਤੁਸੀਂ ਕਿ ਹੋ ਸਕਦਾ ਉਹ ਚੋਟ ਕਰਦਾ ਹੋਵੇ ਪਖੰਡ ਦੇ ਉੱਤੇ? ਨਹੀਂ। ਉਹ ਤਾਂ ਉਹਨਾਂ ਦਾ ਜਿਹੜਾ ਤੋਰੀ ਹੋਈ ਲੀਹ ਹੈ, ਉਹਨਾਂ ਦਾ ਚਲਾਇਆ ਹੋਇਆ ਏਜੰਡਾ ਹੈ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਸੋਚ ਹੈ, ਉਹਦੇ ਮੁਤਾਬਕ ਤਾਂ ਕੰਮ ਕਰ ਰਿਹਾ। ਅਸਲ ਤਾਂ ਇੱਥੇ ਜਿਵੇਂ ਪਹਿਲਾਂ ਕਿਹਾ ਵੀ 6743 ਜਾਤੀਆਂ ਨੇ ਸ਼ੂਦਰਾਂ 'ਚ, 11 ਅੱਗੇ ਹਜ਼ਾਰਾਂ ਬਣ ਗਏ ਨਾ, ਉਹਨਾਂ ਨੂੰ ਇਕੱਠਾ ਕਿਉਂ ਨਹੀਂ ਹੋਣ ਦੇ ਰਹੇ? ਜਿਹੜਾ ਬੰਦਾ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਭੜਕਾ ਰਿਹਾ ਹੈ, ਲੋਕਾਂ ਨੂੰ ਗਾਲਾਂ ਕੱਢ ਰਿਹਾ ਹੈ, ਉਹ ਇਕੱਠੇ ਕਰਨ ਦੀ ਗੱਲ ਕਿੱਥੇ ਕਰ ਰਿਹਾ? ਉਹ ਇਹ ਕਿਉਂ ਨਹੀਂ ਕਹਿੰਦਾ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲੈ ਬੁਲਾਈ? ਉਹ ਕਿਉਂ ਨਹੀਂ ਕਹਿੰਦਾ ਭਾਈ? ਕਿਉਂ ਨਹੀਂ ਲੋਕਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦਾ? ਕਿਉਂ ਨਹੀਂ ਉਹ ਬੰਦੇ ਨੇ ਜਿਹੜੇ, ਕਿਉਂ ਨਹੀਂ ਉਹ ਕਹਿੰਦੇ ਕਿ ਹਾਂ ਯਾਰ, ਸਾਡੀ ਗੁਰਬਾਣੀ ਦਾ ਤਾਂ ਸਿਧਾਂਤ ਇਹ ਹੈ, ਅਸੀਂ ਇਕੱਠੇ ਹੋਣਾ। ਮਨੂ ਸੰਵਿਧਾਨ ਜਿਹੜਾ ਮੈਂ ਕਿਹਾ ਨਾ, ਆਹ ਮਨੂ ਸੰਵਿਧਾਨ ਹੈ, ਤੇ ਇਸ ਮਨੂ ਸੰਵਿਧਾਨ ਦੇ ਵਿੱਚ ਜੋ ਹਾਲਾਤ ਇੱਥੇ ਚੌਥੇ ਵਰਨ ਦੇ ਹੋਣੇ ਹੈ, ਸ਼ੂਦਰਾਂ ਦੇ, ਜਿਹੜੇ ਮੈਂ ਦੱਸ ਕੇ ਹਟਿਆ, ਤੇ ਇਹ ਤੁਸੀਂ ਦੇਖੋਗੇ ਕਿ ਕੀ ਹਾਲਾਤ ਹੋਣੇ ਆ। ਤੁਸੀਂ ਆਹ ਦੇਖੋ, ਇਹਨਾਂ ਦੇ ਵਿੱਚੋਂ ਹੀ ਆ ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੇ ਮਨੂ ਸੰਵਿਧਾਨ ਦੀ 1927-28 ਦੇ ਕਰੀਬ ਆ ਮੇਰੇ ਖਿਆਲ ਉਹ ਗੱਲ, ਉਹ ਜਦੋਂ ਜਲਾ ਦਿੱਤੀ ਸੀਗੀ ਜੀ। ਬਿਲਕੁਲ, ਮੈਂ ਇਹੀ ਕਹਿਣਾ, ਮੈਂ ਜਿਹੜੇ ਬੰਦੇ ਅੱਜ ਇੱਥੇ ਪੰਜਾਬ ਦੇ ਵਿੱਚ ਅੱਗ ਪਾ ਰਹੇ ਨੇ, ਅੱਗ ਲਾ ਰਹੇ ਆ, ਲੋਕਾਂ 'ਚ ਭੜਕਾ ਰਹੇ ਆ, ਜੇ ਉਹਨਾਂ 'ਚ ਹਿੰਮਤ ਆ ਤਾਂ ਫਿਰ ਮਨੂ ਸਿਮਰਤੀ ਸਾੜਨ, ਦੱਸਣ ਆਪਣੇ ਲੋਕਾਂ ਨੂੰ, ਆਪਣੇ ਲੋਕਾਂ ਦੇ ਆਪਣੇ ਪਿੰਡਾਂ 'ਚ ਜਾਣ ਕੇ ਭਾਈ ਆ ਮਨੂ ਸਿਮਰਤੀ ਹੈ, ਕੀ ਆ ਮਨੂ, ਕੌਣ ਸੀ ਮਨੂ, ਇਹ ਮਨੂਵਾਦ ਹੈ ਕੀ? ਇਹ ਸੰਵਿਧਾਨ ਜਿਹੜਾ ਲਿਖਣ ਜਾ ਰਿਹਾ 25 ਤੱਕ RSS ਦੀ 100ਵੇਂ ਵਰ੍ਹੇਗੰਢ 'ਤੇ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨ ਕੇ ਉਦੋਂ ਬਾਅਦ ਇਹ ਕੀ ਕਰਨਗੇ? ਇਹ ਕਿਹੜੀ ਮਨੂ ਸਿਮਰਤੀ ਲਾਗੂ ਕਰਨਗੇ? ਮਤਲਬ ਜਿਹੜੇ ਲੋਕ ਅੱਜ ਜਾਤ ਪਾਤ ਦੇ ਉੱਤੇ ਬੋਲ ਰਹੇ ਆ, ਤੁਸੀਂ ਉਹਨਾਂ ਨੂੰ ਚੈਲੰਜ ਕਰਦੇ ਹੋ ਵੀ ਜੇ ਸੱਚਮੁੱਚ ਚੋਟ ਕਰ ਰਹੇ ਹੋ ਤਾਂ ਮਨੂ ਸਿਮਰਤੀ ਜਾਲੋ ਜਾਂ ਉਹਦੇ ਖਿਲਾਫ ਬੋਲੋ? ਮੈਂ ਕਹਿੰਦਾ ਇਹ ਪੜ੍ਹ ਲਓ ਪਹਿਲਾਂ, ਤੁਹਾਡੀਆਂ ਅੱਖਾਂ ਕੀ, ਤੁਹਾਡਾ ਧਰਤੀ ਤੁਹਾਨੂੰ ਪਾਟਣ ਨੂੰ ਨਜ਼ਰ ਆਊਗੀ, ਧਰਤੀ ਪਾੜਦੀ ਨਜ਼ਰ ਆਊਗੀ।
ਅਸਮਾਨ ਥੱਲੇ ਵਾਲਾ ਨਜ਼ਰ ਆਊਗਾ ਵੀ ਹੈ ਆਹ ਹਾਲਾਤ ਨੇ ਇੱਥੇ, ਜਾਂ ਹੁੰਦਾ ਰਿਹਾ ਜਾਂ ਹੋਣ ਵਾਲਾ ਜਾਂ ਹੋ ਰਿਹਾ। ਆ ਇੱਥੇ ਗੱਲ ਕਰਾਂਗੇ ਆਪਾਂ, ਭਾਰਤੀ ਲੋਕ ਨੀਚ ਕਿਵੇਂ ਬਣੇ। ਪ੍ਰੋਫੈਸਰ ਗੁਰਨਾਮ ਸਿੰਘ ਦੀ ਇਹ ਕਿਤਾਬ ਆ। ਮੈਂ ਇਹ ਕਿਤਾਬ ਬਾਰੇ ਵੀ ਕਹਿਣਾ ਚਾਹੂੰਗਾ ਕਿ ਇਹ ਕਿਤਾਬ ਵੀ ਪੜ੍ਹਨੀ ਚਾਹੀਦੀ ਹੈ, ਹਰ ਬੰਦੇ ਨੂੰ ਪੜ੍ਹਨੀ ਚਾਹੀਦੀ ਹੈ। ਉਹਦੇ ਪਿੱਛੇ ਇਹ ਦੇਖੋ, ਇਹਦੇ ਪਿੱਛੇ ਕਮਾਲ ਦੀ ਗੱਲ ਦੇਖੋ, ਆਹ ਕਾਂਸ਼ੀ ਰਾਮ ਦੀ ਫੋਟੋ ਹੈ। ਸਾਹਿਬ ਸ੍ਰੀ ਕਾਂਸ਼ੀ ਰਾਮ, ਜਿਨ੍ਹਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਹੋਊਗਾ, ਉਹ ਕਹਿੰਦੇ ਸਾਡਾ ਚੋਣ ਮੈਨੀਫੈਸਟੋ ਹੋਊਗਾ ਗੁਰੂ ਗ੍ਰੰਥ ਸਾਹਿਬ। ਔਰ ਇਹ ਫੋਟੋ ਦੀ ਬੜੀ ਮਹੱਤਤਾ ਹੈ। ਆ ਦੇਖਿਓ ਫੋਟੋ 'ਚ ਪੈਨ ਫੜਿਆ ਹੋਇਆ, ਨੇੜੇ ਕਰਕੇ ਦਿਖਾ ਦੀ। ਪੈਨ ਫੜਿਆ ਪਤਾ ਕਿਵੇਂ ਹੋਇਆ? ਉਹਨਾਂ ਨੇ ਐਂ ਪੈਨ ਫੜਿਆ ਹੈ, ਉਹ ਕਹਿੰਦੇ ਐਂ ਪੈਨ ਫੜਿਆ ਐਂ, ਤੇ ਉਹ ਗੱਲ ਦੱਸਦੇ, ਉਹ ਕਹਿੰਦੇ ਆਹ ਜਿਹੜਾ ਪੈਨ ਆ ਨਾ, ਆਹ ਜਿਹੜੇ ਆਹ ਲੋਕ ਨੇ, ਇਹ ਉਹ ਸ਼ੂਦਰ ਲੋਕ ਨੇ ਜਿਹੜੇ ਵੱਖ-ਵੱਖ ਜਾਤੀਆਂ 'ਚ ਵੰਡੇ ਹੋਏ ਨੇ, ਅਤੇ ਆਹ ਤੁਹਾਡੇ ਉੱਤੇ ਬੈਠਾ ਬ੍ਰਾਹਮਣ ਰਾਜ ਕਰ ਰਿਹਾ। ਆਹ ਬੈਠਾ, ਜਿੱਦੇ ਤੁਸੀਂ ਆਹ ਇਕੱਠੇ ਹੋ ਗਏ, ਇੱਕ ਹੋ ਗਏ ਤੁਸੀਂ, ਆਹ ਜਿਹੜਾ ਇਹਨੂੰ ਲਾ ਕੇ ਐਂ ਮਾਰੋਗੇ, ਇਹਦੇ ਬਿਨਾਂ ਕੰਮ ਵੀ ਚੱਲ ਜੂਗਾ, ਕੋਈ ਫਰਕ ਨਹੀਂ ਪੈਂਦਾ। ਲਿਖਣਾ ਤਾਂ ਇਹਨੇ ਹੈ, ਕੰਮ ਤਾਂ ਇਹਨੇ ਕਰਨਾ ਹੈ। ਪਰ ਜੇ ਆ ਗਿਆ, ਆਹ ਇਕੱਲਾ ਖਾਲੀ ਪੋਪਲਾ ਹੈ। ਇਹ ਉਹ ਵਿਚਾਰਧਾਰਾ ਨੂੰ ਮਾਰ ਕੇ ਇੱਥੇ ਜਿਹੜੇ ਬੰਦੇ ਅੱਜ ਇੰਨਾ ਲੋਕਾਂ ਨੂੰ ਲੜਾਈ ਜਾਂਦੇ ਆ, ਉਹ ਸਾਡੇ ਸਕੇ ਹੋ ਸਕਦੇ ਆ। ਉਹ ਪੰਜਾਬ ਦੇ, ਉਹ ਸਿੱਖੀ ਦੇ, ਉਹ ਇਹ ਲੋਕਾਂ ਦੇ ਸਕੇ ਹੋ ਸਕਦੇ ਆ ਜਿਹਨੂੰ ਨੀਵੀਆਂ ਜਾਤਾਂ ਕਿਹਾ ਗਿਆ। ਤੁਸੀਂ ਹੁਣ ਆਪ ਹਿਸਾਬ ਲਾ ਲਓ ਕਿ ਉਹ ਕਿਹੜੇ ਏਜੰਡੇ 'ਤੇ ਕੰਮ ਕਰ ਰਹੇ ਤੇ ਕੀ ਕਰਨਾ ਚਾਹੁੰਦੇ ਆ, ਉਹਨਾਂ ਦਾ ਮਕਸਦ ਕੀ ਹੈ, ਏਜੰਡਾ ਕੀ ਹੈ। ਤੇ ਇੱਥੇ ਜਿਹੜੀ ਗੱਲ ਆਪਾਂ ਅਗਲੀ ਗੱਲ ਆ ਜਾਂਦੀ ਆ ਹੁਣ ਥਲੀ, ਮੌਕਾ ਕਿੱਥੋਂ ਮਿਲਦਾ? ਮੌਕਾ ਵੀ ਅਸੀਂ ਹੀ ਦਿੱਤਾ, ਜਿੱਥੇ ਆਪਾਂ ਹੁਣ ਗੱਲ ਕਰਾਂਗੇ। ਇਹ ਗੱਲਾਂ ਮੇਰੀਆਂ ਬੜਿਆਂ ਨੂੰ ਚੁਭਣੀਆਂ ਵੀ ਹੈ। ਅਸੀਂ ਕਿਵੇਂ ਦਿੱਤਾ ਮੌਕਾ? ਖੁਦ ਜਿਹੜਾ ਸਿੱਖੀ ਦੇ ਉੱਤੇ ਬ੍ਰਾਹਮਣਵਾਦੀ ਲੇਪ ਚਾੜਿਆ ਗਿਆ। ਮੈਂ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ। ਇਸ ਕਿਤਾਬ ਦੇ ਉੱਤੇ 1987 ਦੇ ਵਿੱਚ ਕੇਸ ਵੀ ਦਰਜ ਹੋ ਗਿਆ ਸੀ, ਔਰ ਫਿਰ ਇਹ ਕਿਤਾਬ ਉਸ ਕੇਸਾਂ ਦੇ ਵਿੱਚੋਂ ਪਾਕ ਸਾਹਿਬ ਬਰੀ ਹੋ ਕੇ ਆਈ ਹੈ। ਇਹ ਮੈਂ ਕੁਛ ਨਹੀਂ ਕਹਿ ਰਿਹਾ, ਮੇਰਾ ਆਪਣਾ ਕੋਈ ਸ਼ਬਦ ਨਹੀਂ। ਮੈਂ ਜੋ ਕਿਸੇ ਨੂੰ ਕੋਟ ਕਰ ਰਿਹਾ, ਜੋ ਹਵਾਲਾ ਦੇ ਰਿਹਾ, ਤਾਂ ਮੈਂ ਆਹ ਕਿਤਾਬਾਂ ਦੇ ਅੰਦਰ ਜੋ ਮਨੂ ਸਿਮਰਤੀ ਦੇ ਅੰਦਰ ਲਿਖਿਆ ਉਹ ਕਰ ਰਿਹਾ, ਜੋ ਇਹਨਾਂ ਨੇ ਲਿਖਿਆ। ਮੈਂ ਕਹਿੰਦਾ ਕਿ ਮੈਂ ਤਾਂ ਹੈਰਾਨ ਹਾਂ, ਜਿਹੜੇ ਲੋਕ ਅੱਜ ਇੱਥੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਬੈਠ ਕੇ ਭੜਕਾ ਕੇ ਲੜਾਈ ਜਾਂਦੇ ਆ, ਇਹ ਕਿਉਂ ਨਹੀਂ ਆਪਣੇ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਦੱਸਦੇ ਜਿਨ੍ਹਾਂ ਨੂੰ ਸ਼ੂਦਰ ਸਭ ਤੋਂ ਨੀਵੀਂ ਜਾਤ ਕਿਹਾ ਗਿਆ, ਅਤੇ ਉਹ ਸ਼ੂਦਰ ਅੱਜ ਕੀ ਕਰਦੇ ਨੇ, ਉਹਨਾਂ ਸ਼ੂਦਰਾਂ ਬਾਰੇ ਕੀ ਲਿਖਿਆ ਗਿਆ। ਸੁਣ ਲਓ ਗੱਲ, ਤੁਲਸੀ ਦੀ ਰਮਾਇਣ 'ਚ ਲਿਖਿਆ ਗਿਆ, ਸੁੰਦਰ ਕਾਂਡ ਦੇ ਅੰਦਰ, ਤੁਲਸੀ ਰਮਾਇਣ ਦੇ ਵਿੱਚ ਸੁੰਦਰ ਕਾਂਡ ਆ ਜਿਹੜਾ ਆਉਂਦਾ, ਉਹ 'ਚ ਲਿਖਿਆ ਗਿਆ ਕਿ ਢੋਰ ਪਸ਼ੂ, ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਵਿੱਚ ਚਾਰੇ ਡੰਡੇ ਦੇ ਯਾਰ ਆ, ਰੱਜ ਕੇ ਇਹਨਾਂ ਦੇ ਛਿੱਤਰ ਫੇਰੋ। ਤੇ ਮੈਂ ਹੈਰਾਨ ਆ, ਉਹ ਸ਼ੂਦਰ ਵਿਚਾਰੇ ਜਿਹਨੂੰ ਐਂ ਨਹੀਂ ਪਤਾ, ਉਹ ਤੁਲਸੀ ਦੀ ਲਿਆ ਕੇ ਬਾਈ ਪੂਜਾ ਕਰਦੇ ਆ, ਘਰੇ ਤੁਲਸੀ ਰਮਾਇਣ ਦੀ ਲਿਆ ਕੇ ਪਾਠ ਪੂਜਾ ਕਰਦੇ ਆ। ਮੈਂ ਫਿਰ ਕਹਿੰਦਾ, ਮੇਰਾ ਮਕਸਦ ਕਿਸੇ ਬੰਦੇ, ਕਿਸੇ ਧਰਮ ਦੇ ਖਿਲਾਫ ਨਹੀਂ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੇਰਾ ਮਕਸਦ ਨਹੀਂ। ਮੇਰਾ ਕੋਈ ਆਪਣਾ ਸ਼ਬਦ ਨਹੀਂ। ਇਹ ਉਹ ਸ਼ਬਦ ਨੇ ਜਿਹੜੇ ਇਸ ਕਿਤਾਬ ਅੰਦਰ ਨੇ, ਅਤੇ ਇਸ ਕਿਤਾਬ ਅੰਦਰ ਉਹ ਸ਼ਬਦ ਨੇ ਜਿਹੜੇ ਵੱਖ-ਵੱਖ ਵੇਦਾਂ ਦੇ ਅੰਦਰ ਨੇ। ਹੁਣ ਤੁਸੀਂ ਅੱਗੇ ਆ ਜਾਓ, ਗੀਤਾ ਨੂੰ ਇੱਕ ਧਰਮ ਗ੍ਰੰਥ ਮੰਨਿਆ ਜਾਂਦਾ। ਅਧਿਆਏ 9ਵਾਂ ਸ਼ਲੋਕ ਦੂਜਾ, ਅਧਿਆਏ 9ਵਾਂ ਸ਼ਲੋਕ ਦੂਜਾ ਕੀ ਲਿਖਦਾ ਹੈ? ਔਰਤਾਂ ਸ਼ੂਦਰ, ਵੈਸ ਅਤੇ ਚੰਡਾਲ ਸਭ ਪਾਪ ਜੋਨੀ ਤੋਂ ਪੈਦਾ ਹੋਏ ਹਨ। ਦੇਖ ਲਓ ਤੁਸੀਂ। ਅੱਗੇ ਆਉਂਦਾ ਵਿਸ਼ਨੂੰ, ਅਧਿਆਏ 5ਵਾਂ ਸ਼ਲੋਕ 11, ਜੋ ਸ਼ੂਦਰ ਆਪਣੀ ਜਾਨ, ਧਨ ਅਤੇ ਇਸਤਰੀ ਬ੍ਰਾਹਮਣ ਦੀ ਸੇਵਾ ਵਿੱਚ ਅਰਪਣ ਕਰ ਦੇਵੇ, ਉਹ ਸ਼ੂਦਰ ਦਾ ਅੰਨ ਭੋਜਨ ਯੋਗ ਹੁੰਦਾ ਹੈ, ਹੋਰ ਸ਼ੂਦਰਾਂ ਦਾ ਭੋਜਨ ਯੋਗ ਨਹੀਂ ਹੁੰਦਾ। ਮੈਂ ਕਹਿੰਦਾ ਯਾਰ, ਸਾਰੇ ਹੀ ਪੜ੍ਹਨ ਵਾਲੀ ਕਿਤਾਬ ਹੈ ਇਹ। ਖੁਦ ਪੜ੍ਹੋ, ਮੇਰੀਆਂ ਗੱਲਾਂ ਨੂੰ ਛੱਡ ਕੇ ਆਪ ਪੜ੍ਹੋ। ਅਤੇ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ 'ਚ ਇੰਨੀ ਹਿੰਮਤ ਹੈ
ਕਿ ਆਹ ਕਿਤਾਬ ਆਪਣੇ ਲੋਕਾਂ ਜਾ ਕੇ ਪੜ੍ਹਾ ਦੇਣ, ਜਾਂ ਇਹਨਾਂ ਕਿਤਾਬਾਂ ਦੇ ਉੱਤੇ ਜਾਂ ਜੋ ਵੀ ਪਖੰਡਵਾਦ, ਜੋ ਵੀ ਅਡੰਬਰ ਜਿਹੜੇ ਹੈਗੇ ਆ ਰਚੇ ਗਏ, ਉਹਦੇ ਖਿਲਾਫ ਇਹ ਜਾ ਕੇ ਦੱਸ ਦੇਣ ਜਾਂ ਪ੍ਰਚਾਰ ਕਰ ਦੇਣ। ਕਿਉਂ ਕਰਨਗੇ? ਕਿਉਂਕਿ ਅਗਲੇ ਤਾਂ ਉਹਨਾਂ ਦੇ ਪਾਲੇ ਹੋਏ ਬੰਦੇ ਨੇ, ਉਹਨਾਂ ਦੇ ਏਜੰਡੇ ਦੇ ਚੱਲਣ ਵਾਲੇ ਬੰਦੇ ਨੇ। ਉਹ ਕਿਉਂ ਆਪਣੇ ਲੋਕਾਂ ਨੂੰ ਜਾਗਰਤ ਕਰਨਗੇ? ਉਹ ਤਾਂ ਲੋਕਾਂ ਨੂੰ ਪਾੜ ਰਹੇ ਨੇ। ਉਹਨਾਂ ਲੋਕਾਂ ਨੂੰ ਕਿੱਥੇ ਇੱਕ ਹੋਣ ਦੇਣਾ? ਕਦੇ ਵੀ ਨਹੀਂ ਇੱਕ ਹੋਣ ਦੇਣਗੇ। ਤਾਂ ਉਹਦੇ ਲਈ ਮੈਂ ਗੱਲ ਕਰ ਰਿਹਾ ਸੀਗਾ ਕਿ ਅਸੀਂ ਮੌਕਾ ਕਿਵੇਂ ਦਿੱਤਾ। ਹੁਣ ਅਸੀਂ ਮੌਕਾ ਕਿਵੇਂ ਦਿੱਤਾ? ਮੈਂ ਗੱਲ ਕਰ ਰਿਹਾ ਵੀ ਸਿੱਖੀ ਦੇ ਉੱਤੇ ਬ੍ਰਾਹਮਣਵਾਦੀ ਲੇਪ ਕਿਵੇਂ ਚਾੜਿਆ ਗਿਆ, ਕਿਵੇਂ ਪਖੰਡਵਾਦ ਸਿੱਖੀ ਦੇ ਅੰਦਰ ਬਾੜਿਆ ਗਿਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ। ਜਦੋਂ 19ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਨੇ ਗੱਲ ਕਹੀ ਨਥਲੀ ਕਿ ਸਿੱਖ ਅਜਾਇਬ ਘਰਾਂ 'ਚ ਦਿਖਿਆ ਕਰਨਗੇ, ਇਹ ਤੁਹਾਨੂੰ ਫੋਟੋਆਂ ਦੇ ਅੰਦਰ ਹੀ ਨਜ਼ਰ ਆਉਣਗੇ ਤੇ ਇਹ ਖਤਮ ਹੋ ਜਾਣੇ ਆ। ਔਰ ਗਿਆਨੀ ਦਿੱਤ ਸਿੰਘ ਤੇ ਇਹਨਾਂ ਨੇ ਇੱਕ ਸਿੰਘ ਸਭਾ ਲਹਿਰ ਚਲਾਈ, ਉਹਦੇ ਮੋਢੀ ਹੋਏ, ਉਹਨਾਂ ਨੂੰ ਚਲਾਇਆ। ਔਰ ਇਹਨਾਂ ਨੇ ਪਖੰਡਵਾਦ ਦੇ ਖਿਲਾਫ, ਊਚ ਨੀਚ ਜਾਤ ਪਾਤ ਦੇ ਖਿਲਾਫ ਰੱਜ ਕੇ ਪ੍ਰਚਾਰ ਕੀਤਾ ਸਿੱਖੀ ਦਾ। ਔਰ ਗਿਆਨੀ ਦਿੱਤ ਸਿੰਘ ਉਹ ਇਨਸਾਨ ਆ ਜਿਹਨੇ ਦਇਆਨੰਦ ਨੂੰ, ਆਰੀਆ ਸਮਾਜੀ ਸਵਾਮੀ ਦਇਆਨੰਦ ਨੂੰ 3 ਵਾਰ ਹਰਾਇਆ। ਸਾਹਮਣੇ ਬੈਠ ਕੇ ਵਿਚਾਰ ਚਰਚਾ 'ਚ 3 ਵਾਰੀ ਉਹਦੀ ਗੋਡਣੀ ਲਵਾਈ। ਅੱਜ ਸਵਾਮੀ ਦਇਆਨੰਦ ਦੇ ਨਾਂ 'ਤੇ ਕਾਲਜ ਵੀ ਨੇ, ਸਕੂਲ ਵੀ ਨੇ, ਯੂਨੀਵਰਸਿਟੀਆਂ ਵੀ ਨੇ, ਹਸਪਤਾਲ ਵੀ ਨੇ, ਅਤੇ ਗਿਆਨੀ ਦਿੱਤ ਸਿੰਘ ਦੇ ਨਾਂ 'ਤੇ ਇੱਕ ਲਾਇਬ੍ਰੇਰੀ ਵੀ ਨਹੀਂ ਹੋਣੀ। ਮੈਂ ਕਹਿੰਦਾ ਕਿੱਥੋਂ ਮੌਕਾ ਮਿਲਿਆ ਅਗਲੇ ਨੂੰ? ਜੇ ਬਾਈ ਅਸੀਂ ਬਿੱਲ ਦੇਵਾਂਗੇ ਤਾਂ ਹੀ ਅਗਲਾ ਆ ਕੇ ਸੰਨ ਲਾਉਂਦਾ ਨਾ। ਨਹੀਂ ਕਿਸੇ ਦੀ ਕੀ ਮਜਾਲ ਕੇ ਕੋਈ ਆ ਕੇ ਸਾਨੂੰ ਪਾੜ ਜੇ। ਆ ਜਿਹੜੇ ਰੋਜ਼ ਬੈਠੇ ਫੇਸਬੁੱਕਾਂ 'ਤੇ ਬੋਲਦੇ ਆ, ਇਹਨਾਂ ਦੀ ਕੀ ਔਕਾਤ ਅਤੇ ਕੀ ਜ਼ਰੂਰਤ ਕਿ ਸਾਨੂੰ ਆ ਕੇ ਪਾੜ ਜਾਣ, ਇਸ ਤਰ੍ਹਾਂ ਸਾਡੇ ਲੋਕਾਂ ਨੂੰ ਦਫਾੜ ਕਰ ਜਾਣ, ਸਾਡੇ ਲੋਕਾਂ 'ਚ ਇਹ ਅੱਗ ਸਿੱਟ ਜਾਣ, ਜ਼ਹਿਰ ਨਫ਼ਰਤ ਭਰ ਜਾਣ। ਅਸੀਂ ਵੀ ਮੌਕੇ ਦਿੱਤੇ। ਜ਼ਿੰਮੇਵਾਰੀ ਕਿਹਦੀ ਬਣਦੀ ਸੀਗੀ ਫਿਰ? ਦੱਸਦਾ, ਅੱਗੇ ਚੱਲਦੇ ਹਾਂ ਆਪਾਂ। ਤਾਂ ਗਿਆਨੀ ਦਿੱਤ ਸਿੰਘ ਵਰਗਿਆਂ ਨੂੰ, ਐਡੇ ਮਹਾਨ ਵਿਦਵਾਨਾਂ ਨੂੰ, ਐਡੇ ਮਹਾਨ ਪ੍ਰਚਾਰਕਾਂ ਨੂੰ, ਦੇਖੋ ਕਿੱਡਾ ਸਿਦਕ ਸੀ ਉਹਨਾਂ ਬੰਦਿਆਂ ਦਾ ਯਾਰ। ਉਹਨਾਂ ਨਾਲ ਵਿਤਕਰੇ ਵੀ ਹੋਏ, ਉਹਨਾਂ ਨੂੰ ਪੌੜੀਆਂ 'ਚ ਹੀ ਬਿਠਾ ਦਿੰਦੇ ਸੀ, ਪਰ ਉਹ ਗੁਰੂ ਦੇ ਸੱਚੇ ਸਿੱਖ ਸੀ। ਉਹਨਾਂ ਨੇ ਆਖਿਆ ਵੀ ਨਹੀਂ, ਇਹ ਵਿਤਕਰੇ ਕੁਛ ਵੀ ਨਹੀਂ, ਇਹਨਾਂ ਨੂੰ ਸਮਝ ਨਹੀਂ ਹੈਗੀ, ਨਾ ਸਮਝ ਲੋਕ ਨੇ। ਉਹਨਾਂ ਨੇ ਲਗਨ ਦੇ ਨਾਲ, ਬਹੁਤ ਮਿਹਨਤ ਮਸ਼ੱਕਤ ਦੇ ਨਾਲ ਲਗਾਤਾਰ ਪ੍ਰਚਾਰ ਕੀਤਾ। ਹੁਣ ਅੱਗੇ ਆ ਜਾਓ, ਅੱਜ ਕੀ ਹੋ ਰਿਹਾ? ਅੱਜ ਕੀ ਹੋ ਰਿਹਾ? ਇੱਥੇ ਨੇੜੇ ਮੇਰੇ ਡੇਰਾ ਹੈ, ਪੁੱਛੋ, ਰੂਮੀ ਵਾਲਾ ਡੇਰਾ ਹੈ। ਉਹ ਡੇਰੇ ਦੇ ਵਿੱਚ ਥਲੀ ਕਿਸੇ ਗਰੀਬ, ਜਿਹੜੇ ਨੀਵੀਂ ਜਾਤੀ ਦੇ ਆਪਾਂ ਕਹਿ ਲਈਏ, ਉਹਨਾਂ ਦਾ ਬਾਟੇ, ਉਹਨਾਂ ਦੇ ਬਰਤਨ ਅੱਡ ਹੈ। ਉਹਨਾਂ ਦੀ ਜਿਹੜੀ ਰਸਦ ਹੁੰਦੀ ਹੈ, ਜਿਹੜਾ ਆਪਾਂ ਰਾਸ਼ਨ ਲੈ ਕੇ ਜਾਂਦੇ ਹਾਂ ਲੰਗਰ 'ਚ ਪਾਉਣ ਖਾਤਰ, ਉਹ ਨਹੀਂ ਪਵਾਇਆ ਜਾਂਦਾ। ਪਰ ਪ੍ਰਕਾਸ਼ ਕੀ ਹੈ? ਗੁਰੂ ਗ੍ਰੰਥ ਸਾਹਿਬ। ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੈ ਅਤੇ ਵਿਤਕਰਾ ਜਾਤੀ ਪਾਤੀ ਦਾ। ਤਾਂ ਉੱਥੇ ਇਹ ਜਿਹੇ ਵਿਤਕਰੇ ਹੋ ਰਹੇ ਨੇ। ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿਣਾ ਚਾਹੁੰਦਾ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਹਿਣਾ ਚਾਹੁੰਦਾ ਕਿ ਫਿਰ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਿਉਂ ਕੀਤਾ ਜੀ? ਕਿਉਂ ਨਹੀਂ ਹੁਕਮਨਾਮਾ ਜਾਰੀ ਹੁੰਦਾ ਕਿ ਜਿੱਥੇ ਇਹ ਜਿਹੀਆਂ ਗੱਲਾਂ ਹੋਣਗੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਾ? ਜਿੱਥੇ ਜਾਤ ਪਾਤ ਰੱਖੋਗੇ, ਜਿੱਥੇ ਊਚ ਨੀਚ ਰੱਖੋਗੇ, ਜਿੱਥੇ ਵਿਤਕਰਾ ਕਰੋਗੇ, ਇਹ ਸਿੱਖੀ ਹੈ। ਹੁਣ ਇੱਥੇ ਤੁਸੀਂ ਹੋਰ ਦੇਖ ਲਓ, ਬਹੁਤ ਥਾਵਾਂ 'ਤੇ ਜਿੱਥੇ ਛੋਟੇ ਪਿੰਡ ਆ, ਛੋਟੇ ਗੁਰੂ ਘਰ ਦੇ ਵਿੱਚ ਹੁੰਦਾ, ਉੱਥੇ ਤਾਂ ਕਰਦੇ ਵੀ ਹੈ ਚੋਟ, ਪਰ ਇੱਥੇ ਵੱਡੇ ਡੇਰਿਆਂ ਤੋਂ ਕੀ ਡਰ ਸ਼੍ਰੋਮਣੀ ਕਮੇਟੀ ਨੂੰ? ਮੈਂ ਉਹੀ ਕਹਿਣਾ ਚਾਹੁੰਦਾ ਨਾ, ਡੇਰਿਆਂ 'ਤੇ ਨਾ ਜਾਈਏ ਆਪਾਂ। ਤੁਹਾਨੂੰ ਹੋਰ ਦੱਸਦਾ ਮੈਂ, ਇੱਥੇ ਜਿੰਨੇ ਕੋਈ ਠਾਠਾਂ ਵਾਲੇ ਨੇ, ਉਹਨਾਂ ਦੇ ਅੰਦਰ ਬੜੇ ਵਿਤਕਰੇ ਨੇ। ਕੋਈ ਨੀਵੀਂ ਜਾਤੀ ਦਾ ਬੰਦੇ ਨੂੰ ਉਹ ਮਤਲਬ ਕਿ ਪਾਠ ਕਰਨ ਦੀ ਵੀ ਮਨਾਹੀ ਹੈ। ਇੱਥੇ ਠਾਠ ਹੈ ਮੇਰੇ ਨੇੜੇ, ਉੱਥੇ ਅਖੰਡ ਪਾਠ ਪ੍ਰਕਾਸ਼ ਹੋਏ ਅਤੇ ਮੇਰੇ ਪਿੰਡ ਦਿਆਂ ਬੰਦਿਆਂ ਨੇ ਕੁਛ ਕਿਹਾ, ਉੱਥੇ ਜਾਂਦੇ ਸੀ, ਭਾਈ ਐਂ ਕਰਕੇ ਸਾਡੇ ਪਿੰਡੋਂ ਮੁੰਡੇ ਗ੍ਰੰਥੀ ਸਿੰਘ ਹੈਗੇ ਆ, ਉਹਨਾਂ ਨੂੰ ਲੈ ਆਉਂਦੇ ਆਪਾਂ। ਉਹ ਕਹਿੰਦੇ ਨਹੀਂ, ਪਹਿਲਾਂ ਜਾਤ ਪੁੱਛੀ ਜਾਂਦੀ ਹੈ। ਜਿੰਨੇ ਵੀ ਆਪਾਂ ਦੇਖ ਰਹੇ ਹਾਂ ਕਿ ਨਿਹੰਗ ਸਿੰਘਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਹੈ, ਅਤੇ ਉਹਨਾਂ ਦੇ ਅੰਦਰ ਜੇ ਆਪਾਂ ਵਿਤਕਰੇ ਦੀ ਗੱਲ ਕਰਾਂਗੇ, ਬੁੱਢਾ ਦਲ ਦੇ ਅੰਦਰ ਆਪਾਂ ਵਿਤਕਰੇ ਦੀ ਗੱਲ ਕਰਾਂਗੇ, ਚਾਹੇ ਵਿਧੀ ਚੰਦੀਏ ਹੋਣ ਜਾਂ ਬਕਾਲੇ ਵਾਲੇ ਹੋਣ,
ਇਹਨਾਂ ਦੇ ਅੰਦਰ ਆਪਾਂ ਵਿਤਕਰਿਆਂ ਦੀ ਗੱਲ ਕਰਦੇ ਹਾਂ। ਜਿੱਥੇ ਅੰਮ੍ਰਿਤ ਛਕਾਇਆ ਜਾਂਦਾ ਉੱਥੇ ਵਾਟਾ ਅੱਡ ਰੱਖਿਆ ਜਾਂਦਾ ਹੈ। ਲੰਗਰ ਦੇ ਵਿੱਚ ਵੜਨ ਤੱਕ ਦੀ ਮਨਾਹੀ ਹੈ। ਫਿਰ ਤੁਸੀਂ ਦੇਖੋ ਪਾਲਕੀ ਸਾਹਿਬ ਦੇ ਅੰਦਰ ਆਉਣ ਦੀ ਮਨਾਹੀ ਹੈ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤਾਂ ਰਜਿਸਟਰ ਲੱਗਿਆ ਜਿਹਦੇ ਉੱਤੇ ਨਾਂ ਲਿਖਿਆ ਜਾਂਦਾ ਹੈ ਤਾਂ ਉਹਦੇ ਉੱਤੇ ਜਾਤ ਲਿਖੀ ਜਾਂਦੀ ਹੈ। ਫਿਰ ਇਹ ਕਿਹੜੀ ਸਿੱਖੀ ਆ? ਤਾਂ ਗੁਰੂ ਗੋਬਿੰਦ ਸਿੰਘ ਤਾਂ ਜਦੋਂ ਲੜ ਰਹੇ ਸੀਗੇ ਤੇ ਉਹਨਾਂ ਨੂੰ ਬੜੀ ਲੋੜ ਸੀ ਉਸ ਸਮੇਂ ਦੇ ਅੰਦਰ, ਤੇ ਉਸ ਲੋੜ ਦੇ ਵਿੱਚ ਜਦੋਂ ਪਹਾੜੀ ਰਾਜੇ ਉਹਨਾਂ ਕੋਲ ਚੱਲ ਕੇ ਆਉਂਦੇ ਆ ਕਿ ਲਓ ਜੀ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ, ਤੁਹਾਡੇ ਨਾਲ ਤੁਰਨ ਨੂੰ ਤਿਆਰ ਹਾਂ, ਅਸੀਂ ਅੰਮ੍ਰਿਤ ਵੀ ਛਕਣ ਨੂੰ ਤਿਆਰ ਹਾਂ, ਪਰ ਜਿਹੜੇ ਆਹ ਲੋਕ ਨੇ ਅੱਜ ਜਿਨ੍ਹਾਂ ਨੂੰ ਤੁਸੀਂ ਬਿਠਾਈ ਬੈਠੇ ਹੋ, ਆ ਜਿਹੜੇ 5 ਪਿਆਰੇ ਸਾਜੇ, 5 ਦੇ ਵਿੱਚ 4 ਤਾਂ ਸ਼ੂਦਰਾਂ 'ਚ ਸੀਗੇ, ਵੀ ਇਹਨਾਂ ਨਾਲ ਨਹੀਂ ਸਾਡੀ ਨਿਭਣੀ, ਇਹਨਾਂ ਨਾਲ ਬੈਠ ਕੇ ਨਹੀਂ ਅਸੀਂ ਖਾ ਪੀ ਸਾਰੇ, ਇਹਨਾਂ ਨਾਲ ਨਹੀਂ ਅਸੀਂ ਚੱਲ ਸਕਦੇ, ਪਰ ਅਸੀਂ ਆਉਣ ਨੂੰ ਤਿਆਰ ਹਾਂ। ਤਾਂ ਉਸ ਸਮੇਂ ਦੌਰਾਨ ਜੇ ਗੁਰੂ ਗੋਬਿੰਦ ਸਿੰਘ ਸੋਚਦੇ ਕਿ ਯਾਰ ਮੈਨੂੰ ਅੱਜ ਲੋੜ ਆ, ਇਹਨਾਂ ਕੋਲ ਐਡੀ ਵੱਡੀ ਫੌਜ ਆ ਪਹਾੜੀ ਰਾਜਿਆਂ ਕੋਲੇ, ਮੈਂ ਇਹਨਾਂ ਦੀ ਮਦਦ ਲੈ ਸਕਦਾ, ਇਹਨਾਂ ਨੂੰ ਨਾਲ ਤੋਰ ਕੇ ਮੈਂ ਲੜ ਸਕਦਾ, ਮੈਂ ਜਿੱਤ ਸਕਦਾ, ਤਾਂ ਉਹਨਾਂ ਨੇ ਉਸ ਗੱਲ ਨੂੰ ਨਕਾਰਿਆ। ਤਾਂ ਉਹਨਾਂ ਨੇ ਉੱਥੇ ਕੀ ਕਿਹਾ? ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ये याद रखे हमारी गुरियाई, इन ही को सरदार बनाऊं, चिड़ियाँ से मैं बाज चढ़ाऊं, तवे गोबिंद सिंह नाम कहूँ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਲੋਕਾਂ ਨੂੰ ਜਿਹਨੂੰ ਇਹ ਸ਼ੂਦਰ ਕਹਿੰਦੇ ਆ, ਉਹਨਾਂ ਨੂੰ ਵਡਿਆਈ ਦਿੱਤੀ, ਉਹਨਾਂ ਨੂੰ ਨਾਲ ਤੋਰਿਆ ਤੇ ਉਹਨਾਂ ਨੂੰ ਨਾਲ ਲੈ ਕੇ ਜੰਗਾਂ ਯੁੱਧਾਂ ਦੇ ਵਿੱਚ ਕਾਮਯਾਬੀਆਂ ਹਾਸਲ ਕੀਤੀਆਂ। ਤੇ ਅੱਜ ਕਹਾਉਣੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਗੁਰੂ ਨਾਨਕ ਦੇ ਸਿੱਖ ਹਾਂ, ਪਰ ਸਾਡੇ 'ਚ ਜਿਹੜਾ ਵਿਤਕਰਾ ਹੋ ਰਿਹਾ, ਮੈਂ ਪਹਿਲਾਂ ਵੀ ਕਹੀ ਸੀ ਗੱਲ ਕਿ ਉਸ ਪੱਧਰ ਤੱਕ ਤਾਂ ਨਹੀਂ ਹੈ ਕਿ ਉਸ ਕਾਲ ਦੌਰਾਨ, ਗੁਰੂਆਂ ਦੇ ਕਾਲ ਦੌਰਾਨ, ਗੁਰੂਆਂ ਦੇ ਸਮੇਂ ਦੌਰਾਨ ਬੜਾ ਕੁਛ ਉਹਨਾਂ ਨੇ ਬਹੁਤ ਕੁਛ ਸਾਫ਼ ਕਰਕੇ, ਨਤਾਰਾ ਕਰਕੇ, ਗੁਰਬਾਣੀ ਲਿਖ ਕੇ ਉਹ ਸਾਡੇ ਸਾਹਮਣੇ ਰੱਖ ਗਏ ਕਿ ਤੁਸੀਂ ਇਹ ਤੋਂ ਸਬਕ ਲੈਣਾ, ਇਹ ਤੋਂ ਸਿੱਖਿਆ ਲੈਣੀ, ਇਹ ਤੋਂ ਸੇਧ ਲੈ ਕੇ ਇਸ ਵਿਚਾਰਧਾਰਾ ਨੂੰ ਮੰਨ ਕੇ ਅੱਗੇ ਤੁਰਨਾ। ਪਰ ਸਾਡੇ ਲੋਕ ਨਹੀਂ ਬਾਈ ਮੰਨ ਰਹੇ। ਅੱਜ ਤੁਸੀਂ ਦੇਖੋ ਹੁਣ ਇਹ ਹਾਲਾਤ ਕੌਣ ਪੈਦਾ ਕਰ ਰਿਹਾ? ਕੋਈ ਕਹਿ ਰਿਹਾ ਕਿ ਅਸੀਂ ਭਗਤ ਰਵਿਦਾਸ ਦੀ ਬਾਣੀ ਅੱਡ ਕਰਨੀ ਹੈ, ਕੋਈ ਕਹਿ ਰਿਹਾ ਅਸੀਂ ਭਗਤ ਕਬੀਰ ਦੀ ਬਾਣੀ ਅੱਡ ਕਰਨੀ ਹੈ, ਕੋਈ ਕਹਿ ਰਿਹਾ ਅਸੀਂ ਭਗਤ ਨਾਮਦੇਵ ਦੀ ਬਾਣੀ ਅੱਡ ਕਰਨੀ ਹੈ। ਤਾਂ ਸਾਰੀ ਬਾਣੀ ਨੂੰ, ਗੁਰਬਾਣੀ ਨੂੰ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਸਾਜਿਆ ਗਿਆ, ਤਾਂ ਉਹਨੂੰ ਅੱਜ ਦਫਾੜ ਕਰਨ ਦੀਆਂ ਚਾਲਾਂ ਜਿਹੜੀਆਂ ਹੋ ਰਹੀਆਂ ਨੇ, ਕੌਣ ਬੰਦੇ ਨੇ ਸਮਝੋ ਨਾ। ਫਿਰ ਇਹ ਤੁਹਾਨੂੰ ਲੱਗਦਾ ਕਿ ਯਾਰ ਸਾਨੂੰ ਸਹੀ ਰਾਹ 'ਤੇ ਪਾਉਣ ਵਾਲੇ ਬੰਦੇ ਆ? ਇਹਦਾ ਇਕੱਲੇ ਕਰਕੇ ਦਫਾੜ ਕਰਕੇ ਲੋਕਾਂ ਨੂੰ ਲੜਾਉਣ ਵਾਲੇ ਬੰਦੇ ਆ। ਹਾਂ, ਜਿੱਥੇ ਗੱਲ ਕਰਨੀ ਬਣਦੀ ਆ, ਜਿਹੜੀ ਪਹਿਲਾਂ ਕਰਨੀ ਚਾਹੀਦੀ ਸੀ ਜਾਂ ਅੱਜ ਮੈਂ ਕਹਿੰਦਾ ਕਰਨੀ ਚਾਹੀਦੀ ਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਉਹਨਾਂ ਦੀਆਂ ਲੱਤਾਂ ਦੇ ਵਿੱਚ ਇੰਨੀ ਜਾਨ ਹੈ ਕਿ ਅੱਜ ਉਹ ਇਹ ਫਰਮਾਨ ਜਾਰੀ ਕਰਨ, ਇਹ ਹੁਕਮਨਾਮਾ ਜਾਰੀ ਕਰਨ? ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਇੰਨੀ ਜ਼ੁਰਤ ਹੈ ਉਹਦੇ 'ਚ ਕਿ ਉਹ ਇਹ ਅੱਜ ਐਲਾਨ ਕਰਨ ਵੀ ਜਿੱਥੇ ਕਿਤੇ ਵਿਤਕਰਾ ਹੋਇਆ, ਕਿਸੇ ਡੇਰੇ 'ਚ ਹੋਇਆ, ਚਾਹੇ ਰੂਮੀ ਵਾਲਾ ਹੈ, ਕਿਸੇ ਦਲ ਪੰਥ 'ਚ ਹੋਇਆ, ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਾ ਤੇ ਅਸੀਂ ਉਹਦਾ ਬਾਈਕਾਟ ਦਾ ਸੱਦਾ ਦੇਵਾਂਗੇ। ਰੌਲਾ ਆਪਾਂ ਪਾਈ ਜਾਂਦੇ ਹਾਂ ਕਿ ਸਾਡੇ ਬੰਦੇ ਭੱਜ ਗਏ, ਯਾਰ ਅਸਾਈਆਂ ਨਹੀਂ ਭੱਜ ਗਏ, ਸਾਡੇ ਬੰਦੇ ਇੱਧਰ ਭੱਜ ਗਏ, ਡੇਰੇ 'ਚ ਭੱਜ ਗਏ, ਕੋਈ ਸਰਸੇ ਵਾਲੇ ਨਾਲ ਭੱਜ ਗਿਆ, ਕੋਈ ਬਿਆਸ ਵਾਲੇ ਨਾਲ ਭੱਜ ਗਿਆ। ਤਾਂ ਗਲਤੀਆਂ ਹੈਗੀਆਂ ਨੇ, ਸੁਧਾਰਨ ਦੀ ਅਜੇ ਲੋੜ ਆ। ਆਪਣੇ ਪ੍ਰਚਾਰਕਾਂ ਦੀ ਵੀ ਕਮੀ, ਪ੍ਰਚਾਰ ਸਾਡੀਆਂ ਗਲਤੀਆਂ ਨੂੰ ਅਗਲਾ ਵਧਾ ਚੜਾ ਕੇ ਪੇਸ਼ ਕਰਕੇ ਉਹ ਇਸ ਗੱਲ ਦਾ ਫਾਇਦਾ ਉਠਾ ਰਿਹਾ, ਸਾਨੂੰ ਦਫਾੜ ਕਰ ਰਿਹਾ। ਹੁਣ ਗੱਲ ਤੁਸੀਂ ਜਥੇਦਾਰ ਦੀ ਕੀਤੀ ਆ, ਪਰ ਬਹੁਤ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਜਿੱਥੇ ਜਥੇਦਾਰ ਨੇ ਕੁਝ ਕੀਤਾ ਜਾਂ ਉਹ ਲੋਕ ਵੀ ਤਾਂ ਜ਼ਿੰਮੇਵਾਰ ਆ ਜਿਨ੍ਹਾਂ ਨੂੰ ਲੋਕ ਦੇਖਦੇ ਆ, ਚਾਹੇ ਉਹ ਬਾਲੀਵੁੱਡ ਦੇ ਕਲਾਕਾਰ ਹੈ, ਚਾਹੇ ਉਹ ਸਾਡੇ ਗਾਣੇ ਗਾਉਣ ਵਾਲੇ ਆ, ਉਹ ਵੀ ਤਾਂ ਪਖੰਡ 'ਚ ਫਸੇ ਹੋਏ ਆ ਬਹੁਤ ਸਾਰੇ। ਥਲੀ ਇਹ ਬਿਲਕੁਲ ਜਿਵੇਂ ਹੁਣ ਜਿਹੜਾ ਗਾਉਣ ਵਾਲਾ ਉਹ ਕਲਾਕਾਰ ਇੰਦਰਜੀਤ ਨਿੱਕੂ ਦੀ ਆਪਾਂ ਗੱਲ ਕਰ ਲਈਏ, ਉਹ ਵੀ ਇੱਕ ਡੇਰੇ 'ਚ ਜਾ ਕੇ ਪੈਰਾਂ 'ਚ ਬਹਿ ਕੇ ਕਿਤੇ ਦੇ, ਤਾਂ ਉਹ ਗੱਲ ਬਿਲਕੁਲ ਜਾਇਜ਼ ਆ ਕਿ ਜਿਹੜੀ ਸਿੱਖ ਕੌਮ ਤੋਂ ਤੁਸੀਂ ਜਿਨ੍ਹਾਂ ਦੇ ਵਿਆਹਾਂ ਸ਼ਾਦੀਆਂ 'ਚ ਜਾਂ ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਖਾੜੇ ਲਾਉਣੇ ਨੇ, ਤੁਸੀਂ ਉਹਨਾਂ ਤੋਂ ਪੈਸੇ ਇਕੱਠੇ ਕਰਨੇ ਆ, ਤੁਸੀਂ ਉਹਨਾਂ ਤੋਂ ਆਪਣਾ ਤੁਹਾਡਾ ਜਿੰਨਾ ਵੀ ਤੁਹਾਡਾ ਕਾਰੋਬਾਰ ਹੈ, ਵਪਾਰ ਹੈ, ਚੱਲਦਾ ਹੈ, ਉਹਨਾਂ ਦੇ ਸਿਰ 'ਤੇ ਚੱਲਦਾ ਹੈ, ਤੁਸੀਂ ਉਸੇ ਸਿੱਖੀ ਨੂੰ ਜਾ ਕੇ ਕਿਸੇ ਦੇ ਪੈਰਾਂ 'ਚ ਰੋਲ ਰਹੇ ਹੋ। ਯਾਰ
ਤਾਂ ਫਿਰ ਜੇ ਤੁਹਾਡਾ ਇੰਨਾ ਤੁਹਾਨੂੰ ਲੱਗਦਾ ਕਿ ਤੁਸੀਂ ਉਹਦੀ ਸਾਧ ਦੀ ਕਿਸੇ ਦੀ ਕਰਾਮਾਤ ਹੋ ਗਈ ਅਤੇ ਤਾਂ ਪ੍ਰੋਗਰਾਮ ਚੱਲ ਪਿਆ, ਪਰ ਉਹਨੂੰ ਸਾਧ ਨੂੰ ਕਹਿ ਵੀ ਮੇਰੇ ਜਿਹੜੇ ਖਾੜੇ ਨੇ ਉਹ ਯੂਪੀ 'ਚ ਲਵਾ ਦੇ, ਉਹ ਬੰਗਾਲ, ਬਿਹਾਰ, ਉੜੀਸਾ ਉੱਧਰ ਲਵਾ ਦੇ, ਫਿਰ ਉੱਧਰ ਮੈਨੂੰ ਕਾਮਯਾਬ ਕਰ। ਸੋ ਯਾਰ ਇਹ ਦੇਖੋ ਜਿਨ੍ਹਾਂ ਲੋਕਾਂ ਨੂੰ ਥਲੀ ਲੋਕ ਸੁਣਦੇ ਨੇ, ਜੋ ਉਹੀ ਲੋਕ ਬੰਦੇ ਹੁੰਦੇ ਨੇ ਜਿਹੜੇ ਅੱਗੇ ਲੱਗੇ, ਉਹ ਲੋਕਾਂ ਨੂੰ ਕੁਰਾਹੇ ਪਾਈ ਜਾਣਗੇ। ਧਰਮਿੰਦਰ ਦੀ ਵੀ ਤਾਂ ਗੱਲ ਆਉਂਦੀ ਹੈ। ਧਰਮਿੰਦਰ ਦਾ ਇਹਦਾ ਵਿਆਹ ਹੋਇਆ ਹਿਮਾ ਮਾਲਿਨੀ ਦੇ ਨਾਲ। ਤੁਸੀਂ ਦੇਖੋ ਧਰਮਿੰਦਰ ਦੇ ਵਿਆਹ ਵੇਲੇ ਹੇਮਾ ਮਾਲਿਨੀ ਨੂੰ ਪਹਿਲਾਂ ਇੱਕ ਬ੍ਰਾਹਮਣ ਦੀ ਬੁੱਕਲ 'ਚ ਬਿਠਾਇਆ ਗਿਆ। ਧਰਮਿੰਦਰ ਜਾਤ ਦਾ, ਜੱਟ ਕਹਿ ਲਈਏ, ਜੱਟ ਸ਼ੂਦਰਾਂ 'ਚ। ਤਾਂ ਇਹ ਜਿਹੜਾ ਨਾ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਜਿੰਨਾ ਚਿਰ ਸਿੱਖੀ ਨਾਲ ਨਹੀਂ ਜੁੜਦੇ, ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ, ਉਹਦਾ ਪ੍ਰਚਾਰ ਪ੍ਰਸਾਰ ਨਹੀਂ ਹੁੰਦਾ, ਓਨਾ ਚਿਰ ਅਸੀਂ ਨਾ ਜਾਤ ਪਾਤ 'ਚੋਂ ਨਾ ਊਚ ਨੀਚ 'ਚੋਂ ਨਿਕਲ ਸਕੀਏ। ਇਹ ਲੋਕ ਸਾਨੂੰ ਪਾੜ ਕੇ, ਦਫਾੜ ਕਰਕੇ, ਬਖਰੇਵੇਂ ਖੜੇ ਕਰਕੇ, ਸਾਨੂੰ ਦੂਰੀ ਬਣਾ ਕੇ, ਸਾਡੇ 'ਚ ਆਪਣਾ ਇਹਨਾਂ ਨੇ ਕੰਮ ਚਲਾਉਂਦੇ ਰਹਿਣਾ, ਸਾਡੇ 'ਤੇ ਰਾਜ ਕਰਦੇ ਰਹਿਣਾ। ਅਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੱਕੋ ਗੱਲ ਮੈਂ ਦੱਸ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਇਕੱਠਾ ਕਰੂਗੀ ਤਾਂ ਗੁਰਬਾਣੀ ਨੇ ਕਰਨਾ, ਗੁਰੂ ਗ੍ਰੰਥ ਸਾਹਿਬ ਨੇ ਕਰਨਾ। ਅਸੀਂ ਜਦੋਂ ਉਸ ਝੰਡੇ ਹੇਠ ਆ ਕੇ ਇਕੱਠੇ ਹੋਵਾਂਗੇ, ਉਸ ਵਿਚਾਰਧਾਰਾ ਦੇ ਵਿੱਚ ਆ ਕੇ ਇਕੱਠੇ ਹੋਵਾਂਗੇ। ਤੁਸੀਂ ਦੇਖੋ ਵਿਚਾਰਧਾਰਾ ਅਸੀਂ ਕਿੱਧਰ ਨੂੰ ਹੋ ਤੁਰੇ। ਭਗਤ ਰਵਿਦਾਸ ਨੇ, ਭਗਤ ਨਾਮਦੇਵ ਨੇ, ਭਗਤ ਕਬੀਰ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਮੂਰਤੀ ਪੂਜਾ ਦਾ ਐਨ ਜ਼ੋਰਦਾਰ ਖੰਡਨ ਕੀਤਾ ਹੈ। ਪੂਰਾ ਵਿਰੁੱਧ ਸੀ ਉਹ ਮੂਰਤੀ ਪੂਜਾ ਦੇ, ਪਰ ਅਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜਣ ਲੱਗ ਗਏ। ਅਤੇ ਇਸ ਕਰਕੇ ਹੁਣ ਸਾਨੂੰ ਜਿਹੜੀ ਅਸਲ ਸਮਝਣ ਦੀ ਲੋੜ ਹੈ ਵੀ ਜੇ ਸਾਡੇ ਤੋਂ, ਮੈਂ ਪਹਿਲਾਂ ਹੀ ਕਿਹਾ ਸੀ, ਪੱਛਮ ਵਾਲੇ ਲੋਕ ਸਿੱਖ ਰਹੇ ਨੇ, ਪੱਛਮ ਵਾਲੇ ਲੋਕ ਗੁਰਬਾਣੀ ਦੇ ਸਿਧਾਂਤਾਂ ਨੂੰ ਅਪਣਾ ਕੇ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਦਾ ਸੁਨੇਹਾ ਜਿਹੜਾ ਹੈਗਾ, ਉਹ ਕਹਿੰਦੇ ਵੀ ਇਹ ਗੁਰੂ ਗ੍ਰੰਥ ਸਾਹਿਬ ਹੀ ਇਹ ਫਲਸਫਾ ਜਿਹੜਾ ਸੁਨੇਹਾ ਦੇਊਗਾ। ਉਹ ਇਹ ਮੰਨ ਰਹੇ ਨੇ ਉਹਨਾਂ ਦੇ ਵੱਡੇ ਵੱਡੇ ਲੇਖਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੁਨੀਆ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਚੱਲੂਗੀ, ਅਤੇ ਅਸੀਂ ਕਿੱਧਰ ਤੁਰੇ ਫਿਰਦੇ ਹਾਂ। ਸਾਡੇ ਤਾਂ ਕੋਲੇ ਐਡਾ ਵੱਡਾ ਖਜ਼ਾਨਾ ਪਿਆ। ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਆਪਾਂ ਅੱਜ ਕੀਤੀਆਂ, ਇਹ ਕਰਨੀਆਂ ਕਿਉਂ ਜ਼ਰੂਰੀ ਸੀਗੀਆਂ? ਕਿਉਂਕਿ ਜੋ ਖਿਲਾਰਾ ਪਿਆ ਹੋਇਆ ਚਾਰ ਚੁਫੇਰੋਂ, ਇਹ ਖਿਲਾਰੇ ਦਾ ਮੈਂ ਜਿਹੜਾ ਸਮਝਦਾ ਅਖੀਰ ਦੇ ਉੱਤੇ ਸਿੱਟਾ ਜਿਹੜਾ ਮੈਂ ਕੱਢਦਾ ਕਿ ਜੇ ਅਸੀਂ ਇਹਨਾਂ ਕੰਮਾਂ ਤੋਂ ਬਚਣਾ, ਇਸ ਭੇਡ ਤੋਂ ਬਚਣਾ, ਊਚ ਨੀਚ ਜਾਤ ਪਾਤ ਖਤਮ ਕਰਨੀ ਹੈ, ਇਸ ਪਖੰਡਵਾਦ ਦੇ, ਇਸ ਬ੍ਰਾਹਮਣਵਾਦ ਦੇ ਅਸੀਂ ਅੱਗੇ ਹਿੱਕ ਡਾ ਕੇ ਖੜਨਾ ਹੈ, ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਬਚਾਉਣਾ, ਆਪਣੇ ਫਲਸਫੇ ਨੂੰ ਬਚਾਉਣਾ, ਆਪਣੇ ਕੁਦਰਤੀ ਸਰੋਤਾਂ ਨੂੰ ਬਚਾਉਣਾ, ਤਾਂ ਸਾਨੂੰ ਸਾਰਿਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਗੁਰਬਾਣੀ ਦਾ ਓਟ ਆਸਰਾ ਲੈ ਕੇ, ਸੇਧ ਲੈ ਕੇ, ਉਸ ਵਿਚਾਰਧਾਰਾ ਦੇ ਚੱਲ ਕੇ ਹੀ ਅਸੀਂ ਅੱਗੇ ਕਾਮਯਾਬ ਹੋ ਸਕਦੇ ਹਾਂ। ਨਹੀਂ ਜਿੰਨੇ ਮਰਜ਼ੀ ਆਸੇ ਪਾਸੇ ਭੱਜੇ ਫਿਰੋ, ਆਪਣਾ ਕੰਮ ਕੀ ਹੈ, ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਹਾਂ। ਤੁਸੀਂ ਕਦੇ ਦੇਖਿਆ ਜਿਹੜੀ ਬਹੁ ਗਿਣਤੀ ਹੈ ਇੱਥੇ, ਉਹ ਕਦੇ ਨਹੀਂ ਕਹਿੰਦੀ ਵੀ ਇਹ ਨਹੀਂ ਸਾਡਾ, ਇਹ ਨਹੀਂ ਸਾਡਾ। ਉਹ ਸਿੱਖਾਂ ਨੂੰ ਵੀ ਕਹਿੰਦੇ ਆ ਵੀ ਇਹ ਵੀ ਕੇਸਾਧਾਰੀ ਹਿੰਦੂ ਹੈ, ਸਾਡੇ ਹੀ ਹੈ। ਆਪਾਂ ਮੁੱਠੀ ਭਰ ਪਹਿਲਾਂ ਹੀ ਹੈਗੇ ਆ, ਪਹਿਲਾਂ ਹੀ ਉਹ ਤੂੰ ਪਰੇ ਭੱਜ ਜਾ, ਤੂੰ ਨਹੀਂ ਸਾਡਾ, ਤੂੰ ਪਰੇ ਭੱਜ ਜਾ, ਤੂੰ ਨਹੀਂ ਸਾਡਾ। ਅਸੀਂ ਆਪਣੇ ਨੂੰ ਹੀ ਭਜਾਈ ਜਾਂਦੇ ਹਾਂ। ਇਹ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਤੁਸੀਂ ਦੇਖੋ ਅੱਜ ਵੀ ਥਰੀ ਆਪਾਂ ਕੋਈ ਫਾਰਮ ਭਰਦੇ ਹਾਂ ਭਰਾ, ਤਾਂ ਉੱਥੇ ਜਾਤ ਲਿਖੀ ਜਾਂਦੀ ਹੈ। ਇਹਦਾ ਵੀ ਸਾਨੂੰ ਵਿਰੋਧ ਕਰਨਾ ਚਾਹੀਦਾ ਕਿ ਆਪਾਂ ਕੋਈ ਫਾਰਮ ਭਰਦੇ ਹਾਂ, ਉੱਥੇ ਜੱਟ ਸਿੱਖ ਜੀ, ਮਜ਼੍ਹਬੀ ਸਿੱਖ ਜੀ, ਰਵਿਦਾਸੀਆ ਸਿੱਖ ਜੀ, ਮਹਿਰਾ ਸਿੱਖ ਜੀ ਆਪਾਂ ਲਿਖਦੇ ਹਾਂ। ਸਮਾਂ ਬਹੁਤ ਹੋ ਗਿਆ, ਪਰ ਮੇਰਾ ਵੀ ਇੱਕ ਸਵਾਲ ਹੈ ਵੀ ਆਪਾਂ ਜਿਹੜੇ ਆਪਣੇ ਆਪ ਨੂੰ ਛੋਟਾ ਮੰਨਦੇ, ਨੀਵਾਂ ਮੰਨਦੇ, ਆਪ ਹੀ ਮੰਨੀ ਜਾਂਦੇ ਆ, ਅਤੇ ਉਹ ਫਿਰ ਇਹ ਵੀ ਤਾਂ ਕਹਿੰਦੇ ਆ ਵੀ ਨੌਕਰੀਆਂ ਦੇ ਵਿੱਚ ਪਹਿਲ ਸਾਨੂੰ ਇਹ ਦਿੱਤੀ ਜਾਵੇ, ਅਸੀਂ ਨੀਵੇਂ ਤੋਂ, ਉਹ ਆਪਣੇ ਆਪ ਨੂੰ ਸਗੋਂ ਨੀਵਾਂ ਕਰਦੇ ਆ ਚੀਜ਼ਾਂ ਮੰਗ ਕੇ। ਬਿਲਕੁਲ ਬਿਲਕੁਲ। ਦੇਖੋ ਨਾ, ਹੀਨ ਭਾਵਨਾ ਜਿਹੜੀ ਹੁੰਦੀ ਹੈ, ਹੀਨ ਭਾਵਨਾ ਕਿਸੇ ਬੰਦੇ ਦੇ ਅੰਦਰ ਇੰਨੀ ਭਰ ਦਿੱਤੀ ਹੈ, ਤੂੰ ਨੀਵਾਂ, ਤੂੰ ਨੀਵਾਂ, ਤੂੰ ਨੀਵਾਂ, ਤੂੰ ਥੱਲੇ ਆ, ਤੂੰ ਨੀਵੀਂ ਜਾਤੀ ਦਾ, ਉਹਨੂੰ ਸੁਭਾਵ ਕਰਕੇ ਲੱਗਣ ਲੱਗ ਜਾਂਦਾ। ਵੈਸੇ ਆਪਾਂ ਜੇ ਗੱਲ ਦੇਖੀਏ ਤਾਂ ਮੈਂ ਤੁਹਾਨੂੰ ਮੇਰੇ ਪਿੰਡ ਦੀ ਗੱਲ ਦੱਸ ਦਿੰਦਾ ਥਲੀ, ਅਖੀਰ ਦੇ ਉੱਤੇ ਸਮਾਂ ਤੋਂ ਵੀ ਥੋੜ੍ਹਾ ਰਹਿ। 2010 ਦੇ ਵਿੱਚ ਮੈਂ ਇਸ ਪਿੰਡ ਦੇ ਮੇਰੇ ਦੇ ਵਿੱਚ 2 ਸੇਵੇ ਸੀ, ਅੱਜ ਆ ਕੇ ਦੇਖ ਲਓ 1 ਕਰਤਾ। ਸਾਡੇ ਇੱਕੋ ਥਾਂ ਹੀ ਬੰਦੇ ਦਾ ਸੰਸਕਾਰ ਹੁੰਦਾ। ਪਿਛਲੇ 13 ਸਾਲ ਤੋਂ ਮੇਰੇ ਪਿੰਡ ਦਾ ਜਿਹੜਾ ਮੁੰਡਾ ਗ੍ਰੰਥੀ ਹੈ ਇੰਦਰਜੀਤ ਸਿੰਘ, ਉਹ ਇੱਕ ਐਸੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ। ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ, ਕਿਉਂਕਿ ਮੈਂ ਜਿਹੜੀ ਗੱਲ ਮੈਂ ਪਹਿਲਾਂ ਹੀ ਕਹੀ ਸੀ ਕਿ ਜਿਹੜਾ ਬੰਦਾ ਜਾਤ ਪਾਤ ਦੀ ਚਾਹੇ ਬੁਰਾਈ ਕਰਦਾ, ਚਾਹੇ ਉਹਦੀ ਵਡਿਆਈ ਕਰਦਾ, ਉਹ ਬੰਦਾ ਸਹੀ ਨਹੀਂ, ਉਹ ਬ੍ਰਾਹਮਣਵਾਦ ਦਾ ਪੱਖ ਪੂਰ ਰਿਹਾ ਹੁੰਦਾ ਬੰਦਾ।
ਪਰ ਜਿਹੜੀ ਮੈਂ ਦੱਸਣ ਦੀ ਗੱਲ ਕਰ ਰਿਹਾ ਕਿ ਰੌਲਾ ਇਹ ਪਾਇਆ ਜਾ ਰਿਹਾ ਜੀ ਪਿੰਡਾਂ 'ਚ ਗੁਰਦੁਆਰੇ, ਮੈਂ ਮੰਨਦਾ ਪੰਜਾਬ ਦੇ ਵਿੱਚ ਘਟਨਾਵਾਂ ਹੋਣਗੀਆਂ, ਏਕੜ ਦੁੱਕੜ ਘਟਨਾਵਾਂ ਇਹੋ ਜਿਹੀਆਂ ਹੋਣਗੀਆਂ ਕਿ ਜਿੱਥੇ ਹੁਣ ਮੰਨ ਲਓ ਮੇਰੇ ਇੱਕ ਪਿੰਡ ਦੇ ਮੁੰਡੇ ਨੇ ਆਰਓ 'ਚੋਂ ਮੋਟਰ ਚੱਕ ਕੇ ਵੇਚਤੀ। ਹੁਣ ਮੈਂ ਉੱਥੇ ਮੰਨ ਲਓ ਦਰਖਾਸਤ ਲਿਖਾਉਣ ਦੀ ਗੱਲ ਕਰਦਾ, ਮੈਂ ਜਾਨਾ ਇਕੱਠੇ ਹੋ ਕੇ, ਕੱਲ੍ਹ ਨੂੰ ਇਸ ਗੱਲ ਨੂੰ ਇਹ ਵਿਵਾਦ ਨਾਲ ਜੋੜ ਦਿੱਤਾ ਜਾਵੇ ਵੀ ਦੇਖੋ ਜੀ ਇਹ ਇੱਕ ਜ਼ਿਮੀਂਦਾਰਾਂ ਦੇ ਪਰਿਵਾਰ 'ਚੋਂ ਆਉਂਦੇ ਨੇ ਅਤੇ ਇੱਕ ਐਸੀ ਪਰਿਵਾਰ ਦੇ ਮੁੰਡੇ ਨਾਲ ਧੱਕਾ ਕਰ ਰਹੇ ਨੇ। ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣ ਦੇ ਬਜਾਏ ਆਪਾਂ ਹਰ ਇੱਕ ਚੀਜ਼ ਨੂੰ ਜਾਤ ਪਾਤ ਨਾਲ ਜੋੜ ਦਿਆਂਗੇ ਤਾਂ ਵਖਰੇਵੇਂ ਵਧਣੇ ਆ। ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹੋ। ਕਿਉਂਕਿ ਚੋਰੀ ਕਰਦਾ ਤਾਂ ਕਈ ਵਾਰ ਜ਼ਿਮੀਂਦਾਰਾਂ ਦਾ ਬੰਦਾ ਵੀ ਫੜ ਜਾਂਦਾ, ਫਿਰ ਉਦੋਂ ਕਹਿੰਦੇ ਜੀ ਇਹ ਦੇਖਿਆ ਜੀ ਜ਼ਿਮੀਂਦਾਰ ਬਣਦੇ ਆਪਣੇ ਆਪ ਨੂੰ, ਇਹ ਚੋਰੀ ਕਰਦੇ ਫੜੇ ਗਏ। ਤਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਭੁੱਲਾਂ ਪਿਛਲੇ ਸਮੇਂ ਦੌਰਾਨ ਹੋਈਆਂ, ਚਾਹੇ ਆਪਾਂ ਗੱਲ ਕਰੀਏ ਆਪਾਂ ਭਾਈ ਜੀਵਨ ਸਿੰਘ ਬਾਬਾ ਜੈਤਾ ਜੀ, ਉਹਨਾਂ ਦਾ ਦਿਹਾੜਾ ਆਨੰਦਪੁਰ ਸਾਹਿਬ ਦੇ ਵਿੱਚ ਮਨਾ ਕੇ ਹਟੇ ਆ। ਮੈਂ ਕਹਿੰਦਾ ਜਿੰਨੇ ਸਾਡੇ ਰਹਿਬਰ ਹੋਏ ਨੇ, ਗੁਰੂ ਹੋਏ ਨੇ, ਯੋਧੇ ਹੋਏ ਨੇ, ਸੂਰਬੀਰ ਮਹਾਬਲੀ ਹੋਏ ਨੇ, ਉਹਨਾਂ ਦੇ ਦਿਹਾੜੇ ਸਾਨੂੰ ਅਕਾਲ ਤਖ਼ਤ ਸਾਹਿਬ 'ਤੇ ਮਨਾਉਣੇ ਚਾਹੀਦੇ ਨੇ, ਸਾਨੂੰ ਦਰਬਾਰ ਸਾਹਿਬ 'ਚ ਹੀ ਮਨਾਉਣੇ ਚਾਹੀਦੇ ਨੇ, ਤਾਂ ਕਿ ਸਾਡਾ ਜਿਹੜਾ ਉਹ ਭਾਈਚਾਰਾ ਕਾਇਮ ਰਹੇ, ਬਰਕਰਾਰ ਰਹੇ ਅਤੇ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਹੋ ਕੇ ਅਤੇ ਇਹ ਜਿਹੜਾ ਬ੍ਰਾਹਮਣਵਾਦ ਦਾ ਪਖੰਡਵਾਦ ਜਿਹੜਾ ਚਲਾਇਆ ਹੋਇਆ ਸਦੀਆਂ ਤੋਂ ਲੈ ਕੇ ਗੁਲਾਮੀ ਦਾ ਜੂੜਾ ਸਾਡੇ ਜਿਹੜਾ ਗਲਾਂ 'ਚ ਪਾ ਕੇ ਇਹਨਾਂ ਨੇ ਸਾਡੇ 'ਤੇ ਜੋ ਜ਼ੁਲਮ ਕੀਤਾ, ਜੋ ਸਾਡੀ ਦੁਰਦਸ਼ਾ ਕੀਤੀ ਹੈ, ਉਹ ਜੂੜੇ ਤੋਂ ਮੁਕਤ ਅਸੀਂ ਕਿਵੇਂ ਹੋਣਾ, ਇਹ ਸਾਨੂੰ ਇੱਥੋਂ ਹੀ ਰਾਹ ਨਿਕਲ ਆਉਣਾ। ਇਸ ਕਰਕੇ ਆਓ ਤੁਹਾਨੂੰ ਮੇਰਾ ਵੀਰ ਬੇਨਤੀ ਕਰਦਾ, ਉਹ ਕਿਸੇ ਪਾਸਿਓਂ ਵੀ ਹੋਣ, ਉਹ ਕਿਹੜੇ ਭਾਈਚਾਰੇ 'ਚੋਂ ਵੀ ਹੋਣ, ਜਿਹੜੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਜਾਤ ਪਾਤ 'ਚ ਲੜਾ ਰਹੇ ਨੇ, ਭੜਕਾ ਰਹੇ ਨੇ, ਉਹਨਾਂ ਲੋਕਾਂ ਨੂੰ ਸਮਝਾਓ ਜਾ ਕੇ ਕਿ ਸਾਡਾ ਅਸਲ ਦੁਸ਼ਮਣ ਕਿਹੜਾ ਹੈ। ਅਸੀਂ ਇੱਕ ਹਾਂ, ਸਾਨੂੰ ਇੱਕ ਹੋਣ ਦੀ ਲੋੜ ਆ। ਉਹ ਦੁਸ਼ਮਣ ਜਿਹੜਾ ਸਦੀਆਂ ਤੋਂ ਲੈ ਕੇ ਸਾਡੇ ਸਿਰ 'ਤੇ ਬੈਠਾ ਹੈ, ਉਹਨੂੰ ਖਦੇੜਨ ਦੀ ਲੋੜ ਹੈ, ਨਾ ਕਿ ਆਪਸ ਵਿੱਚ ਸਿੰਘ ਫਸਾ ਕੇ ਤੁਸੀਂ ਲੋਕਾਂ ਦਾ ਨੁਕਸਾਨ ਕਰਾਓ ਅਤੇ ਦੁਸ਼ਮਣ ਦੀ ਚਾਲ ਹੈ ਜਿਹੜੀ ਉਹ ਕਾਮਯਾਬ ਹੋ ਜਾਏ। ਸੋ ਬਿਲਕੁਲ ਸਮਾਂ ਬਹੁਤ ਹੋ ਗਿਆ, ਇਜਾਜ਼ਤ ਵੀ ਨਹੀਂ ਦਿੰਦਾ ਹੋਰ ਗੱਲ ਕਹੀਏ। ਸੋ ਮੈਨੂੰ ਅਤੇ ਮੇਰੇ ਸਹਿਯੋਗੀ ਸਤਨਾਮ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।